ਨਿਊਜ਼ੀਲੈਂਡ ਦੀ ਧਰਤੀ ਤੋਂ। ਮੇਰੇ ਨਾਲ ਜੁੜੇ ਹੋਏ ਆ ਬਾਈ ਰੌਕੀ ਨਵਜੋਤ ਸਿੰਘ ਕੈਲੇ ਮੈਲਬਨ ਤੋਂ, ਤੇ ਸਾਨੂੰ ਟੈਕਨੀਕਲ ਸਪੋਰਟ ਹਰ ਵਾਰ ਦੀ ਤਰ੍ਹਾਂ ਅਮਰੀਕਾ ਤੋਂ ਦੇ ਰਿਹਾ ਜੀ ਮਨਪ੍ਰੀਤ ਸਿੰਘ ਢੀਂਡਸਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਬਾਸ ਤੋਂ ਪ੍ਰਵਾਸ ਦੀ ਗੱਲ ਕਰਦੇ ਆ, ਤੇ ਉਹਦੇ ਚ ਬਹੁਤ ਸਾਰੀ ਜਿਹੜੀ ਸਾਡੇ ਕੋਲੇ ਡਿਮਾਂਡ ਆਈ ਆ ਸੱਜਣਾ ਮਿੱਤਰਾਂ ਦੀ, ਦੋ ਕੁ ਵਿਸ਼ਿਆਂ ਦੇ ਉੱਤੇ ਗੱਲ ਕਰਨ ਦੀ। ਅੱਜ ਉਹ ਵਿਸ਼ੇ ਹੋਵਾਂਗੇ ਜੀ, ਤੁਹਾਡੇ ਜਿਹੜੇ ਨਾਲ ਅਸੀਂ ਸਵਾਲ ਵੀ ਲਵਾਂਗੇ ਤੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਵਿਸ਼ੇ ਦੋ ਹੈਗੇ ਜੀ, ਇੱਕ ਤਾਂ ਆਪਾਂ ਕਰਨੀ ਆ ਜਿਹੜੇ ਸਕਿੱਲ ਮਾਈਗ੍ਰੇਸ਼ਨ ਹੋ ਰਹੀ ਸੀ, ਤੇ ਉਹ ਬੜੇ ਵੱਡੇ ਪੱਧਰ ਤੇ ਲੋਕਾਂ ਨੂੰ ਵੀਜ਼ੇ ਇਸ਼ੂ ਹੋ ਰਹੇ ਸੀ, ਪਰ ਅਚਾਨਕ ਗ੍ਰਾਫ ਥੱਲੇ ਨੂੰ ਡਿੱਗ ਗਿਆ, ਤੇ ਉਹਦੇ ਬਾਰੇ ਆਪਾਂ ਜਾਣਨਾ ਵੀ ਕਿਉਂ ਡਿੱਗਿਆ, ਕੀ ਹੋਊਗਾ ਅੱਗੇ, ਕੀ ਜਾ ਕੇ ਹੋਊਗਾ। ਤੇ ਦੂਜਾ ਅਸੀਂ ਜਿਹੜੀ ਗੱਲ ਕਰਨੀ ਹੈ ਟੈਂਪਰੇਰੀ ਵੀਜ਼ਿਆਂ ਤੇ, ਜਿਹੜੇ ਇੱਥੇ ਆਸਟ੍ਰੇਲੀਆ ਸੀ, ਚਾਹੇ ਉਹ ਟੂਰਿਸਟ ਸਨ, ਮਾਂ-ਬਾਪ ਆਏ ਹੋਏ ਸਨ, ਕਿਸੇ ਦੇ ਭੈਣ ਭਰਜਾਈ ਆਏ ਹੋਏ ਸਨ, ਕਿਸੇ ਦਾ ਕੋਈ ਆਇਆ ਸੀ, ਤੇ ਉਹ ਇੱਥੇ ਕਿਸੇ ਨਾ ਕਿਸੇ ਕਾਰਨ ਕਰਕੇ ਸਟਕ ਹੋ ਗਏ, ਖਾਸ ਕਰਕੇ ਕਰੋਨਾ ਦਾ ਕਰਕੇ ਕਿਸੇ ਦੀ ਫਲਾਈਟ ਨਹੀਂ ਮਿਲ ਰਹੀ, ਜਾਂ ਫਲਾਈਟਾਂ ਸਭ ਬੰਦ ਹੋ ਰਹੀਆਂ ਤੇ ਵੀਜ਼ੇ ਫਿਨਿਸ਼ ਹੋ ਰਹੇ ਆ, ਤੇ ਉਹਨਾਂ ਨੂੰ ਚਿੰਤਾ ਬਣੀ ਹੋਈ ਆ ਵੀ ਹੁਣ ਕੀਤਾ ਕੀ ਜਾਵੇ। ਸੋ ਇਹ ਵੀ ਆਪਾਂ ਵਿਸ਼ੇ ਨੂੰ ਅੱਜ ਦੇ ਜਿਹੜੇ ਸ਼ੋਅ ਦੇ ਵਿੱਚ ਫਰੋਲਾਂਗੇ ਜੀ। ਤੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਕ ਨਵਾਂ ਪ੍ਰੋਗਰਾਮ ਵੀ ਅਨਾਉਂਸ ਕਰਾਂਗੇ ਐਂਡ ਦੇ ਉੱਤੇ ਜਾ ਕੇ, ਕਿਉਂਕਿ ਅੱਜ ਤੋਂ ਇੱਕ ਅਸੀਂ ਨਵਾਂ ਸ਼ੋਅ ਵੀ ਲੈ ਕੇ ਆ ਰਹੇ ਹਾਂ, ਉਹ ਵੀ ਤੁਹਾਡੀ ਨਜ਼ਰ ਕਰਾਂਗੇ। ਸੋ ਜੁੜੇ ਰਹੋ ਤੁਸੀਂ ਪੇਂਡੂ ਆਸਟ੍ਰੇਲੀਆ ਨਾਲ ਆਉਣ ਵਾਲਾ ਪੂਰਾ 1 ਘੰਟਾ। ਤੇ ਜਿਹਨੇ ਵੀ ਸਵਾਲ ਕਰਨੇ ਆ ਉਹ ਹੁਣ ਛੇਤੀ ਸਾਨੂੰ ਸਵਾਲ ਕਰ ਸਕਦਾ। ਬੇਨਤੀ ਆ ਵੀ ਸਵਾਲ ਨੂੰ ਰਿਪੀਟ ਨਾ ਕਰਿਓ, ਅਸੀਂ ਬਾਰੀ ਸਿਰ ਹਰ ਬੰਦੇ ਦਾ ਸਵਾਲ ਲੈਂਦੇ ਜਾਵਾਂਗੇ, ਤੇ ਜੇਕਰ ਸਵਾਲ ਨੂੰ ਬਰੀਫ ਚ ਤੇ ਵਧੀਆ ਲੈਂਗੁਏਜ ਚ ਰੱਖਿਆ ਜਾਵੇ ਤਾਂ ਸੌਖਾ ਰਹੂਗਾ। ਕਈ ਵਾਰੀ ਬਾਹਲੀ ਸੰਕੇਤਕ ਭਾਸ਼ਾ ਜਾਂ ਬਾਹਲਾ ਵਿਸਤਾਰ ਵੀ ਇਸ ਟਾਈਮ ਚ ਅਸੀਂ ਟਾਈਮ ਦੀ ਬਰਬਾਦੀ ਹੋ ਜਾਂਦੀ ਆ। ਸੋ ਕੋਸ਼ਿਸ਼ ਕਰੋ ਦੋਸਤੋ, ਜਿਹੜਾ ਸਭ ਦਾ ਸਵਾਲ ਹੋਵੇ ਇਹੋ ਜਿਹੇ ਸਵਾਲ ਕਰਿਓ, ਤੇ ਅਸੀਂ ਵੱਧ ਤੋਂ ਵੱਧ ਸਵਾਲਾਂ ਦੇ ਜਵਾਬ ਦੇਵਾਂਗੇ। ਪਰ ਫਿਲਹਾਲ ਆ ਜਿਹੜੀ ਆਪਾਂ ਆਵਾਜ਼ ਮਾਰਦੇ ਹਾਂ ਬਾਈ ਨਵਜੋਤ ਸਿੰਘ ਕੈਲੇ ਤੇ ਬਾਈ ਰੌਕੀ ਹੋਰਾਂ ਨੂੰ, ਜਾਣੀ ਕਿ, ਤੇ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਪੇਂਡੂ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਬਾਈ ਜੀ ਦੇਖੋ, ਆਪਾਂ ਮੈਂ ਜਿਵੇਂ ਦੋ ਵਿਸ਼ੇ ਦੱਸੇ ਆ, ਆਪਾਂ ਦੋਨਾਂ ਨੂੰ ਕਰਨਾਗਾ। ਪਹਿਲਾਂ ਉਹਨਾਂ ਨੂੰ ਕਰਨ ਤੋਂ ਪਹਿਲਾਂ ਮੈਂ ਇੱਕ ਦੱਸ ਦਿਆਂ ਵੀ ਜਿਹੜਾ ਹੁਣ ਜਿਵੇਂ ਸਾਊਥ ਆਸਟ੍ਰੇਲੀਆ ਸਾਡਾ ਬੈਕਅਪ ਕਰਨ ਜਾ ਰਿਹਾ, ਕਾਫੀ ਵਧੀਆ ਜਿਹੜਾ ਰੁਝਾਨ ਆ ਰਹੇ ਆ, ਤਕਰੀਬਨ ਰੁਕ ਗਿਆ ਜਿਹਨੂੰ ਕਹਿ ਸਕਦੇ ਆ। ਵਿਕਟੋਰੀਆ ਦਾ ਜੇ ਮੈਲਬਨ ਦੀ ਗੱਲ ਕਰੀਏ ਤਾਂ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਦੀ ਜ਼ਰੂਰ ਅਪਡੇਟ ਦਿਓ। ਦੇਖੋ ਜੀ, ਵਿਕਟੋਰੀਆ ਦੇ ਵਿੱਚ ਵੀ ਕਾਫੀ ਕੰਟਰੋਲ ਆ, ਪਰ ਅਜੇ ਸਾਊਥ ਆਸਟ੍ਰੇਲੀਆ ਜਾਂ ਵੈਸਟਰਨ ਆਸਟ੍ਰੇਲੀਆ ਜਾਂ ਨਾਰਦਰਨ ਟੈਰੀਟਰੀ ਵਾਂਗੂ ਇੱਥੇ 0 ਕੇਸ ਨਹੀਂ ਆਉਣ ਲੱਗੇ। ਮਤਲਬ ਸਿੰਗਲ ਡਿਜਿਟ ਕਦੇ 10 ਹੋ ਜਾਂਦੇ ਆ, ਕਦੇ 9 ਹੋ ਜਾਂਦੇ ਆ। ਕੱਲ ਵੀ ਕੇਸ ਆਏ ਨੇ, ਕੱਲ ਇੱਕ ਡੈਥ ਵੀ ਹੋਈ ਆ, ਪਰ ਓਵਰਆਲ ਕੰਟਰੋਲ ਆ ਜੀ। ਕਰੋਨਾ ਵਾਇਰਸ ਤੇ ਕਾਫੀ ਹੱਦ ਤੱਕ ਕੰਟਰੋਲ ਕੀਤਾ ਹੈ ਸਰਕਾਰ ਨੇ, ਤੇ ਇਹਦੇ ਵਿੱਚ ਜਿਹੜੀ ਕਮਿਊਨਿਟੀ ਆ ਉਹਦਾ ਵੀ ਇੱਕ ਵੱਡਾ ਹਿੱਸਾ ਇਹਨੂੰ ਕੰਟਰੋਲ ਕਰਨ ਦੇ ਵਿੱਚ, ਕਿਉਂਕਿ ਉਹ ਜੋ ਸਰਕਾਰ ਕਹਿੰਦੀ ਆ ਜ਼ਿਆਦਾਤਰ ਲੋਕਾਂ ਨੇ ਉਹੀ ਚੀਜ਼ ਕੀਤੀ ਆ। ਆਪਣੇ ਘਰਾਂ ਦੇ ਵਿੱਚ ਨੇ, ਕੋਈ ਗਲਤ ਮਲਤ ਹਰਕਤ ਨਹੀਂ ਕੀਤੀ ਜਾਂਦੀ। 1-2 ਵਾਰੀ ਪਹਿਲਾਂ ਬੀਚਾਂ ਵਗੈਰਾ ਤੇ 2-3 ਹਫ਼ਤੇ ਪਹਿਲਾਂ ਗਏ ਸੀ ਲੋਕ ਵੀਕਐਂਡ ਦੇ ਉੱਪਰ, ਪਰ ਜਦੋਂ ਸਰਕਾਰ ਨੇ ਇਹਨੂੰ ਸਖਤੀ ਨਾਲ ਲਾਗੂ ਕੀਤਾ, ਹੁਣ ਇੱਥੇ ਕਾਫੀ ਕੰਟਰੋਲ ਹੈ ਜੀ ਪਹਿਲਾਂ ਨਾਲੋਂ ਜੀ। ਸੋ ਬਹੁਤ ਸੋਹਣੀ ਗੱਲ ਹੈ ਜੀ, ਤੇ ਤੁਸੀਂ ਜਿਹੜੀ ਖੁਸ਼ੀ ਦੀ ਖਬਰ ਨਾਲ ਸ਼ੇਅਰ ਕੀਤਾ ਵੀ ਅਸੀਂ ਕੰਟਰੋਲ 'ਚ ਆ, ਪਰ ਸਾਨੂੰ ਨਾਲ ਚੇਤੇ ਰੱਖਣਾ ਚਾਹੀਦਾ ਵੀ ਜਿਹੜੀਆਂ ਇਹ ਕੰਟਰੋਲ ਦਾ ਮਤਲਬ ਇਹ ਨਹੀਂ ਹੋ ਗਿਆ ਵੀ ਇਸ ਤੋਂ ਬਾਅਦ ਉਹ ਆਉਂਦਾ ਹੀ ਨਹੀਂ, ਰਾਹ ਹੀ ਬੰਦ ਹੋ ਗਏ, ਕਿਉਂਕਿ ਸਿੰਗਾਪੁਰ ਦੀ ਸਾਡੇ ਕੋਲ ਇੱਕ ਯੂਨੀਕ ਉਦਾਹਰਨ ਵੀ ਬਣ ਚੁੱਕੀ ਆ। ਸੋ ਸਾਨੂੰ ਹਜੇ ਵੀ ਕੇਅਰਫੁਲ ਹੋ ਕੇ ਚੱਲਣਾ ਪੈਣਾ, ਤੇ ਇਹ ਚੀਜ਼ ਪੱਲੇ ਬੰਨ੍ਹ ਕੇ ਰੱਖਣੀ ਪੈਣੀ ਆ ਵੀ ਅਗਲੇ ਉਹਨਾਂ ਚਿਕ ਅਸੀਂ ਕੇਅਰਫੁਲ ਰਹੀਏ ਜਿੰਨਾ ਚਿਰ ਇਹਦੀ ਕੋਈ ਵੈਕਸੀਨ ਸਾਡੇ ਹੱਥ 'ਚ ਨਹੀਂ ਆਉਂਦੀ। ਸੋ ਰੋਕੀ ਭਾਈ ਜੀ, ਅੱਜ ਦਾ ਜਿਹੜਾ ਪਹਿਲਾ ਵਿਸ਼ਾ ਜੇ ਆਪਾਂ ਛੋਈਏ ਤਾਂ ਉਹ ਹੈਗਾ ਆਪਣੇ ਜਿਹੜੇ ਸਕਿੱਲ ਮਾਈਗ੍ਰੇਸ਼ਨ। ਸਕਿੱਲ ਮਾਈਗ੍ਰੇਸ਼ਨ 'ਚ ਅੱਗੇ ਤਾਂ 20-30 ਦਾ ਗ੍ਰਾਫ ਹਿਲਦਾ ਹੁੰਦਾ ਸੀ ਵੀ 20-30 ਘੱਟ ਮਿਲ ਜਾਂਦੇ, ਐਤਕੀ ਤਾਂ ਕਹਿੰਦੇ ਹੁੰਦੇ ਆ ਬਹੁਤ ਵੱਡਾ ਫਰਕ ਆ ਗਿਆ। ਫਿਰ ਕੀ ਇਹ ਸਾਰਾ ਦੱਸੋਗੇ? ਹੁਣ ਦੇਖੋ ਜੀ, ਵੈਸੇ ਤਾਂ ਜਦੋਂ ਸਾਲ ਦਾ ਐਂਡ ਹੁੰਦਾ ਨੰਬਰ ਆਫ ਇਨਵੀਟੇਸ਼ਨ ਘਟਦੇ ਹੁੰਦੇ ਆ, ਪਰ ਜਿੱਦਾਂ ਮੈਂ ਮਾਰਚ ਰਾਉਂਡ ਤੋਂ ਸ਼ੁਰੂ ਕਰੂੰਗਾ। ਮਾਰਚ ਰਾਉਂਡ ਦੇ ਵਿੱਚ ਨਾ ਬਾਈ ਜੀ, ਜਿਹੜੇ ਸਕਿਲਡ EOI, ਇੱਥੇ EOI ਪੈਂਦੀ ਆ, ਆਪਾਂ ਬਹੁਤ ਵਾਰੀ ਦਰਸ਼ਕਾਂ ਨੂੰ ਪਹਿਲਾਂ ਵੀ ਦੱਸਿਆ, ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਹੁੰਦਾ ਵੀ ਅਸੀਂ ਇੱਥੇ ਸਕਿਲਡ ਮਾਈਗ੍ਰੈਂਟ ਆਪਣੀ ਅਰਜ਼ੀ ਲਾਉਣੀ ਚਾਹੁੰਦੇ ਹਾਂ। ਪਿਛਲੇ ਮਹੀਨੇ 1750 ਸਬ ਕਲਾਸ 189 ਲਈ ਇਨਵੀਟੇਸ਼ਨ ਆਏ ਸੀ, ਤੇ 300 ਆਏ ਸੀ ਸਬ ਕਲਾਸ 491 ਲਈ ਫੈਮਿਲੀ ਸਪਾਂਸਰਡ ਕੈਟੇਗਰੀ। ਤਾਂ ਐਂ ਲੱਗਦਾ ਸੀਗਾ ਵੀ ਜੇ ਇਹ ਟ੍ਰੈਂਡ ਜੂਨ ਤੱਕ ਚੱਲ ਗਿਆ, ਮਤਲਬ ਕਿ ਹਜ਼ਾਰ ਇਨਵੀਟੇਸ਼ਨ ਵੀ ਆਉਂਦੇ ਰਹੇ, ਤਾਂ ਕਾਫੀ ਹੱਦ ਤੱਕ ਕਈ ਵੀਰਾਂ ਭੈਣਾਂ ਨੂੰ ਇਨਵੀਟੇਸ਼ਨ ਆ ਜਾਣਗੇ। ਪਰ ਜਿੱਦਾਂ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਨਾ, ਜਿਹੜੀਆਂ ਇਹਦੀਆਂ ਲਿਸਟ ਨੇ,
ਮਾਰਕੀਟ ਦੇ ਵਿੱਚ ਬਹੁਤ ਕੁਝ ਫਲਾਇਆ ਜਾ ਰਿਹਾ ਵੀ ਇੱਥੇ ਆ ਕੇ ਸਾਲ ਦੇ ਐਂਡ ਤੇ ਘਟਦੀ ਹੁੰਦੀ ਆ, ਇਹ ਹੁੰਦਾ ਉਹ ਹੁੰਦਾ। ਸਾਲ ਦੇ ਐਂਡ ਤੇ ਇਨਵੀਟੇਸ਼ਨ ਜ਼ਰੂਰ ਘਟਦੇ ਆ, ਪਰ ਜਿਹੜੀ ਇਨਵੀਟੇਸ਼ਨ ਆਉਣ ਦੀ ਡਰਾਈਵਿੰਗ ਫੋਰਸ ਆ ਉਹ ਇੱਥੇ ਸਕਿਲਡ ਵਰਕਰਸ ਦੀ ਲੋੜ ਆ, ਤਾਂ ਹੀ ਇਨਵੀਟੇਸ਼ਨ ਆਉਣਗੇ ਨਾ, ਜੇ ਇੱਥੇ ਸਕਿਲਡ ਵਰਕਰਸ ਦੀ ਲੋੜ ਹੋਊਗੀ। ਹੁਣ ਪ੍ਰੋਬਲਮ ਕੀ ਆ, ਸਕਿਲਡ ਵਰਕਰ ਦੀ ਲੋੜ ਕ੍ਰਾਈਸਿਸ ਦੇ ਵਿੱਚ ਹੋਇਆ ਕੀ ਆ, ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਲੋਕ ਵਿਹਲੇ ਬੈਠੇ ਆ। ਜੇ ਵਿਹਲੇ ਬੈਠੇ ਆ ਫਿਰ ਆਪਣੇ ਕੋਲੇ ਜਿਹੜਾ ਕੰਮ ਆ ਆਸਟ੍ਰੇਲੀਆ ਦੇ ਵਿੱਚ ਉਹ ਇੱਥੇ ਦੇ ਲੋਕਾਂ ਕੋਲੇ ਨਹੀਂ ਹੈਗਾ, ਤਾਂ ਫਿਰ ਬਾਹਰੋਂ ਸਕਿਲਡ ਵਰਕਰ ਇਹਨਾਂ ਨੂੰ ਨਹੀਂ ਚਾਹੀਦੇ। ਤਾਂ ਮੇਰਾ ਇਹ ਮੰਨਣਾ ਜਿਹੜਾ ਅਪ੍ਰੈਲ ਰਾਉਂਡ ਆ ਬਾਈ ਜੀ, ਉਹਦੇ ਵਿੱਚ ਸਿਰਫ 100 ਇਨਵੀਟੇਸ਼ਨ ਆਏ ਆ, 50 ਇਨਵੀਟੇਸ਼ਨ ਆਏ ਆ 189 ਲਈ, 491 ਲਈ ਆਏ ਨੇ ਸਿਰਫ 50। ਤੇ ਜਿਹੜੀ ਮੈਰਿਟ ਆ ਪਹਿਲਾਂ ਵਾਂਗੂ ਹੀ ਹੋ ਗਈ, 95 ਪੁਆਇੰਟ 100 ਪੁਆਇੰਟ 105 ਪੁਆਇੰਟ ਤੇ ਜਾ ਚੁੱਕੀ ਆ। ਹੁਣ ਤੁਸੀਂ ਇਹ ਦੇਖੋ ਵੀ 2050 ਇਨਵੀਟੇਸ਼ਨ ਪਿਛਲੇ ਮਹੀਨੇ ਆਏ ਸੀ, ਇਸ ਵਾਰ ਟੋਟਲੀ 100 ਆਏ, 50-50 ਕਰ। ਇਹ ਜਿਹੜਾ ਗ੍ਰਾਫ ਇੱਕਦਮ ਥੱਲੇ ਡਿੱਗਿਆ, ਇਹਦਾ ਕਾਰਨ ਕੋਈ ਕੋਟਾ ਨਹੀਂ ਹੈਗਾ, ਕੋਈ ਐਂਡ ਆਫ ਫਾਈਨੈਂਸ਼ੀਅਲ ਈਅਰ ਨਹੀਂ ਹੈਗਾ। ਇਹਦਾ ਕਾਰਨ ਮੇਰਾ ਮੰਨਣਾ ਇਹ ਆ, ਸਿੱਧਾ ਕ੍ਰਾਈਸਿਸ ਆ, ਕਿਉਂਕਿ ਇੱਥੇ ਜੌਬਸ ਅਵੇਲੇਬਲ ਨਹੀਂ ਹੈਗੀਆਂ, ਤਾਂ ਸਰਕਾਰ ਚਾਹੁੰਦੀ ਆ ਵੀ ਹਜੇ ਸਕਿਲਡ ਵਰਕਰ ਨਾ ਆਉਣ ਇੱਥੇ, ਠੀਕ ਆ। ਆਉਣ ਵਾਲੇ ਮਹੀਨਿਆਂ ਦੇ ਵਿੱਚ ਔਨ ਦਾ ਅਦਰ ਸਾਈਡ ਆਫ ਆ ਜਿਹੜਾ ਕ੍ਰਾਈਸਿਸ ਆ, ਜਦੋਂ ਆਪਾਂ ਦੂਜੇ ਪਾਸੇ ਜਾਵਾਂਗੇ ਇਹ ਬੂਮ ਜ਼ਰੂਰ ਆਊਗਾ, ਅਪ ਡਾਊਨ ਚੱਲਦਾ ਰਹਿਣਾ। ਪਰ ਇਹਦੇ ਤੋਂ ਇੱਕ ਚੀਜ਼ ਸਾਨੂੰ ਸਿੱਖਣ ਦੀ ਲੋੜ ਆ। ਹੁਣ ਬਾਈ ਜੀ ਜਿਹੜਾ ਇੱਥੇ ਕੰਪੀਟੀਸ਼ਨ ਆ ਨਾ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਆਪਾਂ ਇੱਥੇ ਰੌਲਾ ਤਾਂ ਬਹੁਤ ਪਾਉਂਦੇ ਆ ਵੀ ਸਰਕਾਰ ਇਹ ਨਹੀਂ ਕਰਦੀ, ਸਰਕਾਰ ਉਹ ਨਹੀਂ ਕਰਦੀ। ਤੁਹਾਨੂੰ ਵੀ ਪਤਾ, ਹੁਣ ਮੇਰੀ ਇੱਥੇ ਕੋਈ ਹੱਥਕਥਨੀ ਨਹੀਂ, ਜਿੱਦਣ ਦਾ ਇਹ ਕ੍ਰਾਈਸਿਸ ਚੱਲਿਆ ਤੁਸੀਂ ਵੀ ਪੋਲੀਟੀਸ਼ੀਅਨਾਂ ਦੇ ਵਿੱਚ ਨਾਲ ਇਨ ਟੱਚ ਹੋ, ਮੇਰਾ ਵੀ ਜ਼ੋਰ ਲੱਗਿਆ ਹੋਇਆ, ਜਿਹੜੇ ਮੇਰੇ ਨਾਲ ਦੇ ਕਲੀਗ ਨੇ ਉਹਨਾਂ ਦਾ ਵੀ ਜ਼ੋਰ ਲੱਗਿਆ ਹੋਇਆ। ਫੋਨ ਕਰਦੇ ਹਾਂ ਅਸੀਂ, ਉਹਨਾਂ ਨੂੰ ਈਮੇਲ ਕਰਦੇ ਹਾਂ। ਮੈਨੂੰ ਬੜੀ ਨਿਰਾਸ਼ਾ ਹੋਈ, ਇੱਕ ਪੋਲੀਟੀਸ਼ੀਅਨ ਮੇਰੇ ਨੇੜੇ ਦੇ ਮਿੱਤਰ ਨੇ, ਉਹਨਾਂ ਨੇ ਸਾਡੇ ਨਾਲ ਹਰ ਵਕਤ ਸਾਥ ਦਿੱਤਾ। ਉਹ ਕਹਿੰਦੇ ਵੀ ਅਸੀਂ ਖੜਨ ਨੂੰ ਤਿਆਰ ਹਾਂ ਟੈਂਪਰੇਰੀ ਰੈਜ਼ੀਡੈਂਟਸ ਲਈ, ਸਟੂਡੈਂਟਸ ਲਈ, ਪਰ ਕਹਿੰਦਾ ਕਿਸੇ ਇੰਡੀਅਨ ਸਿਟੀਜ਼ਨ ਨੂੰ ਲੋੜ ਪੈ ਗਈ। ਮੈਂ ਇੰਡੀਅਨ ਹਾਈ ਕਮਿਸ਼ਨ ਨੂੰ ਫੋਨ ਕੀਤਾ, ਮੇਰੇ ਆਫਿਸ ਵਾਲੇ ਲਗਾਤਾਰ 3 ਘੰਟੇ ਫੋਨ ਕਰਦੇ ਰਹੇ, ਉਹਨਾਂ ਦਾ ਫੋਨ ਵੀ ਨਹੀਂ ਚੱਕਿਆ। ਤੁਸੀਂ ਡਿਮਾਂਡ ਕਰਦੇ ਹੋ ਸਾਡੇ ਤੋਂ ਉਹਨਾਂ ਸਿਟੀਜ਼ਨਸ ਦੀ ਜਿਹੜੇ ਓਵਰਸੀਜ਼ ਨੇ, ਪਰ ਤੁਹਾਡੀ ਸਰਕਾਰ ਇੰਨੀ ਬੇਪਰਵਾਹ ਹੋ ਚੁੱਕੀ ਆ, ਇੰਨੀ ਲਾਪਰਵਾਹ ਹੋ ਚੁੱਕੀ ਆ ਵੀ ਸਾਡਾ ਇੱਕ MP ਦੇ ਆਫਿਸ ਦਾ ਫੋਨ ਚੱਕਣ ਲਈ ਵੀ 2-2 3-3 ਘੰਟੇ ਦੀ ਵੇਟ ਆ। ਉਹਨਾਂ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਤੁਹਾਡੀ ਸਰਕਾਰ ਜੋ ਵੀ ਕਰ ਦੇਵੇ ਅਸੀਂ ਉਹਨੂੰ ਮੈਚ ਕਰ ਦਾਂਗੇ। ਮੈਂ ਦਾਅਵੇ ਨਾਲ ਕਹਿੰਦਾ, ਪਰ ਇਹ ਗੱਲ 'ਚ ਸੱਚਾਈ ਵੀ ਆ। ਅਸੀਂ ਆਈ ਇੱਥੇ ਤਾਂ ਕਿਉਂਕਿ ਸਾਡੀਆਂ ਸਰਕਾਰਾਂ ਸਾਨੂੰ ਝੱਲਦੀਆਂ ਨੇ। ਇੱਥੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਅਸੀਂ ਵੀ ਲੱਗੇ ਹੋਏ ਆ, ਸਾਨੂੰ ਵੀ ਪਤਾ ਸਟੂਡੈਂਟ ਦਾ ਦਰਦ ਕੀ ਆ, ਤਾਂ ਹੀ ਇੱਥੇ ਆਉਂਦੇ ਆ। ਸਾਨੂੰ ਵੀ ਪਤਾ ਟੈਂਪਰੇਰੀ ਵੀਜ਼ਾ ਹੋਲਡਰ ਦਾ ਦਰਦ ਕੀ ਆ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਸਕਾਟ ਮੋਰਿਸਨ ਨੂੰ ਨਿੰਦ ਕੇ ਆਪਾਂ ਨੂੰ ਕੁੱਖ ਨਹੀਂ ਮਿਲਣਾ। ਦੁਨੀਆ ਦੇ ਵਿੱਚ ਉਹ ਬੰਦੇ ਨੇ ਐਗਜ਼ਾਮਪਲ ਸੈੱਟ ਕਰਤੀ ਕਰੋਨਾ ਵਾਇਰਸ ਕੰਟਰੋਲ ਕਰਕੇ, ਉਹਦੀ ਸਰਕਾਰ ਨੇ ਕਰਤੀ। ਉਹਨੂੰ ਨਿੰਦ ਕੇ ਅਸੀਂ ਕੁਝ ਨਹੀਂ ਗੇਨ ਕਰ ਸਕਦੇ, ਸਟਾਪ ਜ਼ਰੂਰ ਲੱਗ ਸਕਦਾ, ਠੀਕ ਹੈ ਨਾ। ਜੇ ਆਪਾਂ ਕਿਸੇ ਢੰਗ ਤਰੀਕੇ ਨਾਲ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ, ਮੈਂ ਫੇਰ ਬੇਨਤੀ ਕਰਦਾ, ਜਿਹੜੇ ਪੱਕੇ ਬੰਦੇ ਨੇ ਇੱਥੇ ਦੇ ਜਾਂ ਸਿਟੀਜ਼ਨ ਨੇ, ਕਿਉਂ ਨਹੀਂ ਈਮੇਲ ਕਰਦੇ ਆਪਣੇ ਇਲਾਕੇ ਦੇ MP ਨੂੰ? ਕਿਉਂ ਨਹੀਂ ਉਹ ਈਮੇਲ ਕਰਦੇ ਆਪਣੇ ਸਟੇਟ ਦੇ ਫੈਡਰਲ ਮੈਂਬਰ ਨੂੰ? ਕਿਉਂ ਨਹੀਂ ਉਹ ਈਮੇਲ ਕਰਦੇ ਆਪਦੇ ਕਮਿਊਨਿਟੀ ਲੀਡਰ ਨੂੰ, ਜਿਹੜੇ ਇਹਨਾਂ ਲਿਬਰਲ ਜਾਂ ਲੇਬਰ ਦੇ MPਆਂ ਦੇ ਨਾਲ ਰੋਟੀਆਂ ਖਾਂਦੇ ਆ? ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਪੁੱਛੋ? ਉਹ ਇੱਕ ਰਾਈਟ ਚੈਨਲ ਆ। ਸੋਸ਼ਲ ਮੀਡੀਆ ਤੇ ਰੌਲਾ ਪਾ ਕੇ ਨਹੀਂ ਕੁਝ ਬਣਨਾ, ਜਿੰਨਾ ਚਿਰ ਰਾਈਟਿੰਗ ਦੇ ਵਿੱਚ ਉਹਨਾਂ ਦੇ ਦਫ਼ਤਰ 'ਚ ਮੇਲ ਨਹੀਂ ਜਾਂਦੀ ਕਿਸੇ ਸਿਟੀਜ਼ਨ ਵੱਲੋਂ, ਵੀ ਫਿਰ ਉਹਦੇ ਤੇ ਐਕਸ਼ਨ ਹੋਣਾ। ਕਿਉਂਕਿ ਆਪਾਂ ਪੁੱਛ ਸਕਦੇ ਆ ਵੀ ਕੀ ਕਰ ਰਹੇ ਹੋ ਤੁਸੀਂ, ਠੀਕ ਆ। ਹੁਣ ਇਹਦੀ ਮੈਂ ਐਗਜ਼ਾਮਪਲ ਦੇਣ ਲੱਗਿਆ ਬਾਈ ਜੀ, ਮੈਂ ਉੱਥੇ ਹੀ ਆਉਣ ਲੱਗਿਆ, ਸਾਊਥ ਆਸਟ੍ਰੇਲੀਆ ਜਿਹੜੀ ਤੁਸੀਂ ਗੱਲ ਕੀਤੀ ਹੈ। ਹੁਣ ਸਾਊਥ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਰਸਲ ਵਰਟਲੇ, ਡਾਨਾ ਵਾਟਲੇ, ਫੋਨ ਮਾਰੋ, ਲੇਬਰ ਦੇ ਲੀਡਰ ਨੇ, ਅਵੇਲੇਬਲ ਹੁੰਦੇ ਚਾਹੇ ਰਾਤ ਦੇ 12 ਵਜੇ ਹੋਣ। ਇਹ ਤੁਹਾਡਾ ਤੇ ਮੇਰਾ ਦੋਨਾਂ ਦਾ ਐਕਸਪੀਰੀਅੰਸ ਆ। ਉੱਥੇ ਲੇਬਰ ਆਪੋਜੀਸ਼ਨ ਦੇ ਵਿੱਚ ਆ। ਜਿਹੜੀ ਫੈਡਰਲ ਸਰਕਾਰ, ਜਿਨ੍ਹਾਂ ਨੇ ਹਜੇ ਤੱਕ ਸਟੂਡੈਂਟ ਨੂੰ ਕੋਈ ਖਾਸ ਮਦਦ ਨਹੀਂ ਦਿੱਤੀ, ਐਕਸੈਪਟ ਯੂਨੀਵਰਸਿਟੀਜ਼ ਨੂੰ $150-200 ਮਿਲੀਅਨ ਦੇਤਾ, ਉਹ ਕੋਈ ਬਾਹਲੀ ਮਦਦ ਨਹੀਂ, ਮੈਂ ਮੰਨਦਾ ਕੋਈ ਬਹੁਤ ਨਹੀਂ ਹੋਇਆ। ਉਹਨਾਂ ਨੇ ਆਪੋਜੀਸ਼ਨ ਦੇ ਵਿੱਚ ਬੈਠ ਕੇ ਆਵਾਜ਼ ਉਠਾਈ ਵੀ ਟੈਂਪਰੇਰੀ ਸਟੂਡੈਂਟਸ ਨੂੰ ਕੁਝ ਦਿੱਤਾ ਜਾਵੇ। ਉਹ ਆਵਾਜ਼ ਉੱਠੀ,
ਉਹਨਾਂ ਦੀ ਸਟੇਟ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਗਈ ਤਾਂ ਉਹਨਾਂ ਨੇ $13 ਮਿਲੀਅਨ ਸਾਊਥ ਆਸਟ੍ਰੇਲੀਅਨ ਗਵਰਨਮੈਂਟ ਨੇ ਰਿਲੀਜ਼ ਕਰਤਾ 3 ਯੂਨੀਵਰਸਿਟੀਆਂ ਦੇ ਥਰੂ ਉਹ ਜਾਣਾ ਤੇ $500 ਦੀ ਗ੍ਰਾਂਟ ਉਹਨਾਂ ਨੇ ਹਰੇਕ ਸਟੂਡੈਂਟ ਨੂੰ ਜਿਹੜਾ ਉਹਨਾਂ ਨਹੀਂ ਵੀ ਪੜ੍ਹਦਾ ਉਹਨਾਂ ਨੂੰ ਵੀ ਦੇਤੀ। ਇਹ ਕੋਈ ਵੱਡੀ ਅਮਾਉਂਟ ਨਹੀਂ ਹੈਗੀ ਪਰ ਵਿਦਿਨ 1 ਵੀਕ ਇਹਦੀ ਹਿਲਚੁਲ ਹੋਈ। ਕਿਉਂ ਹੋਈ? ਕਿਉਂਕਿ ਉਹਨਾਂ ਨੂੰ ਅਪਰੋਚ ਢੰਗ ਨਾਲ ਕੀਤਾ ਗਿਆ। ਇਹ ਸੇਮ ਚੀਜ਼ ਤਸਮਾਨੀਆ ਦੇ ਵਿੱਚ ਹੋਈ। ਉਹਨਾਂ ਨੇ $3 ਮਿਲੀਅਨ ਰਿਲੀਜ਼ ਕਰਤਾ ਤੇ ਹੋਰ ਵੀ ਗੱਲਾਂ ਚੱਲ ਰਹੀਆਂ ਨੇ। ਇੱਥੇ ਮੈਂ ਦੱਸਣਾ ਦਰਸ਼ਕਾਂ ਨੂੰ ਇਹ ਚਾਹੁੰਦਾ, ਖਾਸ ਕਰਕੇ ਮੇਰੇ ਵਰਗੇ ਵੀਰ ਭੈਣ ਜਿਹੜੇ ਇੱਥੇ ਪੱਕੇ ਨੇ, ਜੇ ਤੁਹਾਨੂੰ ਸਟੂਡੈਂਟ ਦਾ ਦਰਦ ਹੈਗਾ ਤਾਂ ਕੁਛ ਨਹੀਂ ਜਾਣਾ, 10-15 ਮਿੰਟ ਲੱਗਦੇ ਆ। ਆਪਣੇ ਲੋਕਲ ਫੈਡਰਲ ਮੈਂਬਰ ਜਾਂ ਸੈਨੇਟਰ, ਮੈਂ ਫਿਰ ਰਿਪੀਟ ਕਰਦਾ, ਫੈਡਰਲ MP ਜਾਂ ਜਿਹੜਾ ਸੈਨੇਟਰ ਜਿਹੜਾ ਕੈਨਬਰਾ ਬੈਠਾ, ਉਹਨੂੰ ਈਮੇਲ ਕੱਢ ਕੇ ਇੱਕ ਈਮੇਲ ਜ਼ਰੂਰ ਕਰੋ ਵੀ ਇਹਨਾਂ ਦਾ ਦਰਦ ਤੁਹਾਨੂੰ ਦਿਖਦਾ ਨਹੀਂ ਹੈਗਾ, ਇਹਨਾਂ ਦੀ ਸਰਕਾਰ ਨੇ ਤਾਂ 3 ਮਈ ਤੱਕ ਰੋਕ ਲਾਈ ਹੋਈ ਹੈ, ਉੱਥੇ ਜਾ ਨਹੀਂ ਸਕਦੇ। ਇਹ ਇੱਥੇ ਆਏ ਨੇ ਇੱਕ ਚੰਗੇ ਭਵਿੱਖ ਦੀ ਆਸ ਦੇ ਵਿੱਚ, ਆਓ ਇਹਨਾਂ ਦੀ ਕੁਛ ਬਾਹ ਫੜੀਏ। ਫਿਰ ਮੈਨੂੰ ਲੱਗਦਾ ਬਾਈ ਜੀ ਵੀ ਜਿਵੇਂ ਨਿਊਜ਼ੀਲੈਂਡ ਗਵਰਨਮੈਂਟ ਨੇ $3500-4000, ਮੇਰਾ ਖਿਆਲ ਉਹਨਾਂ ਨੇ $4000 ਦੀ ਅਮਾਊਂਟ ਇਕੱਠੀ ਪਾਤੀ ਸਟੂਡੈਂਟਸ ਦੇ ਖਾਤੇ 'ਚ ਵੀ। ਕੈਨੇਡਾ ਸਰਕਾਰ ਵੀ ਕੁਛ ਸੈੱਟ ਅਮਾਊਂਟ ਦੇ ਰਹੀ ਹੈ, ਠੀਕ ਹੈ। ਪਰ ਇੱਥੇ ਲਿਬਰਲ ਸਰਕਾਰ ਦਾ ਇਹ ਮੰਨਣਾ, ਕਹਿੰਦੇ ਜਿਹੜਾ ਕੋਈ ਅਸੀਂ ਕੀਤਾ ਉਹ ਦੋਨਾਂ ਸਰਕਾਰਾਂ ਨੇ ਨਹੀਂ ਕੀਤਾ, ਅਸੀਂ ਹੋਰ ਕਿਸੇ ਹੋਰ ਲੋਟ ਦੇ ਵਿੱਚ ਕਿਸੇ ਹੋਰ ਤਰੀਕੇ ਦੇ ਵਿੱਚ ਅਸੀਂ ਵੱਧ ਕੀਤਾ। ਹੁਣ ਇਹ ਤਾਂ ਚੀਜ਼ ਆਪਾਂ ਨੂੰ ਦਿਖਦੀ ਆ ਵੀ ਇੱਥੇ ਕੰਪੀਟੀਸ਼ਨ ਬਹੁਤ ਵੱਧ ਚੁੱਕਿਆ ਪੱਕੇ ਹੋਣ ਲਈ, ਇਹ ਤਾਂ ਸੱਚ ਆ। ਜਿਨ੍ਹਾਂ ਨੇ ਵੀ ਇੰਡੀਆ ਤੋਂ ਆਉਣਾ, ਇਹ ਤਾਂ ਕਦੇ ਸੋਚ ਕੇ ਨਾ ਆਇਓ ਵੀ ਇੱਥੇ ਇਟਸ ਨਾਟ ਅ ਬੈਡ ਆਫ ਰੋਜ਼ਸ, ਵੀ ਇੱਥੇ ਗੁਲਾਬ ਵਿਛੇ ਹੋਏ ਨੇ, ਤੁਸੀਂ ਆ ਕੇ ਸੌਖੇ ਇੱਥੇ ਪੱਕੇ ਹੋ ਜਾਓਗੇ। ਇੱਥੇ ਕੰਪੀਟੀਸ਼ਨ ਓਨਾ ਹੀ ਆ ਅੱਜ ਕੱਲ ਜਿੰਨਾ ਸਾਡੇ ਵੇਲੇ +2 ਤੋਂ ਬਾਅਦ ਇੰਜੀਨੀਅਰਿੰਗ ਜਾਂ ਮੈਡੀਕਲ ਕਾਲਜ 'ਚ ਦਾਖਲਾ ਲੈਣ ਲਈ ਹੁੰਦਾ ਸੀ। ਇਸ ਵੇਲੇ ਉਹ ਕੰਪੀਟੀਸ਼ਨ, ਓਨੀ ਮਿਹਨਤ ਮੁਸ਼ੱਕਤ, ਮੈਂ ਕਹੂੰਗਾ ਉਦੋਂ ਵੀ ਵੱਧ ਸਟੂਡੈਂਟ ਨੂੰ ਇੱਥੇ ਪੜ੍ਹਨ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਸੀ ਲਈ ਕਰਨੀ ਪੈਣੀ ਆ। ਬੜੀ ਵਾਰ ਅਸੀਂ ਦੱਸ ਚੁੱਕੇ ਹਾਂ, ਜੇ 5-6-7 ਲੱਖ ਸਟੂਡੈਂਟ ਇੱਥੇ ਪੜ੍ਹਦਾ, ਪੱਕੇ 40,000 ਹੋਣੇ ਆ। ਤੁਸੀਂ ਆਪ ਸਮਝ ਲਓ ਵੀ ਇੱਥੇ ਕੰਪੀਟੀਸ਼ਨ ਬਹੁਤ ਆ। ਇਸ ਕਰਕੇ ਮੈਂ ਸਾਰੇ ਵੀਰਾਂ ਭੈਣਾਂ ਨੂੰ ਦੱਸ ਦੇਣਾ ਚਾਹੁੰਦਾ, ਜੋ ਆਪ ਇੱਥੇ ਆਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਨ ਆਉਣਾ ਚਾਹੁੰਦੇ ਆ, ਉਹਨਾਂ ਨੂੰ ਪ੍ਰਪੇਅਰ ਕਰਕੇ ਤੋਰੋ। ਇੰਗਲਿਸ਼ ਕੋਈ ਏਦਾਂ ਦੀ ਪੜ੍ਹਾਈ ਵੀ ਜਿਹੜੀ ਇੱਥੇ ਆ ਕੇ ਕਰਨੀ ਆ, ਤਾਂ ਕਿ ਉਹ ਪਹਿਲੇ 5% ਦੇ ਵਿੱਚ ਇੱਥੇ ਆ ਸਕਣ, ਤਾਂ ਹੀ ਪਰਮਾਨੈਂਟ ਰੈਜ਼ੀਡੈਂਸੀ ਹੈ ਜਿਹੜੀ ਹੋ ਸਕਦੀ ਆ। ਬਾਕੀ ਹੁਣ ਬਾਈ ਜੀ ਤੁਸੀਂ ਦੂਜੀ ਗੱਲ ਕਰਦੇ ਸੀਗੇ ਵੀ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਇੱਥੇ ਜੀ, ਮੈਂ ਬਿਲਕੁਲ ਜੀ, ਮੈਂ ਇਸ ਤੋਂ ਪਹਿਲਾਂ ਥੋੜੀ ਜੀ ਤੁਹਾਡੀ ਗੱਲ ਦੇ ਵਿੱਚ ਹੋਰ ਐਡ ਆਨ ਕਰਨੀ ਚਾਹਾਂਗਾ। ਪਿਛਲੇ ਜਦੋਂ ਤੋਂ ਇਹ ਮਾਹੌਲ ਬਣਿਆ 2-3 ਮਹੀਨਿਆਂ ਤੋਂ, ਅਸੀਂ ਵੀ ਆਪਦੇ ਪੱਧਰ ਤੇ ਰੌਲਾ ਪਾਈ ਜਾਂਦੇ ਹਾਂ ਵੀ ਭਾਈ ਰਾਈਟ ਜਿਹੜਾ ਵੇ ਤੇ ਉੱਤੇ ਜਾ ਕੇ ਅਪਰੋਚ ਕਰੋ, ਹੱਲ ਹੋਊਗਾ। ਬਹੁਤ ਸਾਰੇ ਸੱਜਣਾ ਮਿੱਤਰਾਂ ਤੋਂ ਸੁਨੇਹੇ ਆਏ ਵੀ ਅਸੀਂ ਰਾਈਟ ਵੇ ਅਪਰੋਚ ਕੀਤੀ, ਕੀਤੀ, ਉਹਨਾਂ ਦੇ ਨਤੀਜੇ ਵੀ ਆਏ। ਜੇ ਹੁਣ ਰਸਲ ਵੋਟਲੀ ਹੋਰਾਂ ਦੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਵੀ ਇਸ ਚੀਜ਼ ਨੂੰ ਉਠਾਇਆ, ਇਸੇ ਕਰਕੇ ਕਿਉਂਕਿ ਆਪਾਂ ਉਹਨਾਂ ਤੱਕ ਗੱਲਾਂ ਪਹੁੰਚਾਉਂਦੇ ਰਹੇ ਤਾਂ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸੁਣ ਕੇ ਬਈ ਰਾਈਟ ਵੇ ਯੂਜ਼ ਕੀਤਾ। ਪਰ ਮੈਂ ਇੱਥੇ ਦੱਸ ਦਿਆਂ ਜੀ, ਇੱਥੇ ਹਾਲੇ ਵੀ 2 ਮਾਹੌਲ ਚੱਲ ਰਹੇ ਆ। ਇੱਕ ਮਾਹੌਲ ਚੱਲ ਰਿਹਾ ਜਿਹੜਾ ਫੋਟੋਫੋਬੀਆ ਵਾਲਾ, ਜਿਹੜਾ ਕਿ ਆਟੇ ਦੀ ਥੈਲੀ ਲੈ ਕੇ ਸਟੂਡੈਂਟ ਦੇ ਮਗਰ ਭੱਜਿਆ ਫਿਰਦਾ, ਮਿੰਨਤਾਂ ਕੱਢਦਾ, ਮੇਰੀ ਇੱਕ ਫੋਟੋ ਖਿਚਾ ਲਾ, ਮੇਰੇ ਨਾਲ ਇੱਕ ਫੋਟੋ ਖਿਚਾ ਲਾ, ਏਦਾਂ ਦਾ ਫੋਬੀਆ। ਜਾਂ ਇੱਕ ਫੋਬੀਆ ਚੱਲ ਰਿਹਾ ਜੀ ਫੇਸਬੁੱਕਾਂ ਤੇ ਜਾਂ ਸੋਸ਼ਲ ਮੀਡੀਆ ਜਰੀਏ ਡਾਟਾ ਇਕੱਠਾ ਕਰਨ ਦਾ, ਵੀ ਵੱਧ ਤੋਂ ਵੱਧ ਡਾਟਾ ਇਕੱਠਾ ਕਰ ਲਓ, ਲੋਕਾਂ ਦੇ ਕੰਟੈਕਟ ਲੈ ਲਓ ਤੇ ਫਿਰ ਉਹਨਾਂ ਦੇ ਨਾਲ ਅਸੀਂ ਗਵਰਨਮੈਂਟਾਂ 'ਚ ਜਾਂ ਕਿਤੇ ਹੋਰ ਉਹਨਾਂ ਨੂੰ ਯੂਜ਼ ਕਰਾਂਗੇ ਉਸ ਡਾਟੇ ਨੂੰ। ਇਹ ਵੀ ਇੱਕ ਮੁਹਿੰਮ ਚੱਲ ਰਹੀ ਆ। ਪਰ ਜਿਨ੍ਹਾਂ ਨੇ ਸਪੋਰਟ ਕਰਨੀ ਆ, ਉਹਨਾਂ ਦੇ ਤਾਂ ਨਾ, ਮੈਂ ਤੁਹਾਨੂੰ ਇਸ ਟਾਈਮ ਕਹਿੰਦੇ ਨਹੀਂ ਹੁੰਦੇ ਵੀ ਮੈਂ ਖੂਹ ਭਰ ਸਕਦਾ, ਜਿਨ੍ਹਾਂ ਦੇ ਮੈਨੂੰ ਕਾਲਾਂ ਆਈਆਂ। ਰੌਕੀ ਭਾਈ ਤੁਸੀਂ ਯਕੀਨ ਨਹੀਂ ਮੰਨਣਾ ਵੀ ਜੇ ਮੈਨੂੰ, ਚਲੋ ਆਪਾਂ ਇੱਕ ਸ਼ੋਅ ਕਰਦੇ ਆ, ਸੈਂਟਰਲ ਪੁਆਇੰਟ ਆ, ਮੈਨੂੰ ਮਦਦ ਲਈ ਮੰਗਣ ਵਾਲਿਆਂ ਦੀ ਜੇ ਆਈ ਕਿਸੇ ਦੇ ਵੀ ਫੋਨ ਤੇ, ਉਹਨਾਂ ਨੇ ਤਾਂ ਵਿਚਾਰਿਆਂ ਨੇ ਸੰਗਦੇ ਸ਼ਰਮ ਦੇ ਮਾਰੇ ਉਹ ਕੀਤਾ। ਮੈਂ ਉਹਨਾਂ ਨੂੰ ਫਿਰ ਇੱਕ ਗੱਲ ਤੇ ਪ੍ਰਪੇਅਰ ਕੀਤਾ, ਮੈਂ ਕਿਹਾ ਤੁਸੀਂ ਨਾ ਥੋੜਾ ਜਿਹਾ ਤੁਸੀਂ ਵੀ ਆਪਦਾ ਰਾਈਟ ਵੇ ਅਪਰੋਚ ਕਰੋ। ਜਿਹੜਾ ਵੇ ਇਹ ਕਹਿਣਾ ਵੀ ਮੇਰੇ ਕੋਲੇ ਰੈਂਟ ਦੇਣ ਨੂੰ ਪੈਸੇ ਹੈ ਨਹੀਂ, ਮੇਰੇ ਕੋਲੇ ਹੁਣ ਕੁਝ ਨਹੀਂ ਹੈਗਾ, ਮੈਨੂੰ ਹੈਲਪ ਕਰੋ, ਉਹਦੀ ਥਾਂ ਤੇ ਤੁਸੀਂ ਇਹ ਕਰੋ ਵੀ ਹੁਣ ਸਾਡਾ ਬਹੁਤ ਟਾਈਟ ਆ ਹੱਥ, ਕਿਸੇ ਪਾਸੇ ਕੋਈ ਹੱਲ ਨਹੀਂ ਹੋ ਰਿਹਾ, ਸਾਡੀ ਕੇਰਾ ਹੈਲਪ ਕਰ ਦਿਓ, ਅਸੀਂ ਤੁਹਾਡੇ ਪੈਸੇ ਵਾਪਸ ਕਰ ਦਾਂਗੇ। ਲੈਂਦਾ ਕੋਈ ਨਹੀਂ ਹੈ। ਜੇ ਹੁਣ ਕੋਈ ਸਟੂਡੈਂਟ ਤੁਹਾਨੂੰ ਜਾਂ ਕੋਈ ਵੀ ਬੰਦਾ ਆ ਕੇ ਕਹੇ ਵੀ ਭਾਈ ਮੇਰਾ 1 ਮਹੀਨੇ ਦਾ ਕਿਰਾਇਆ ਭਰ ਦਿਓ, ਮੈਂ ਜਦੋਂ ਸਮਾਂ ਆਊ, ਮੇਰੇ ਤੇ ਚੰਗਾ ਟਾਈਮ ਆਊ, ਮੈਂ ਲਿਮਿਟ ਨਹੀਂ ਕਰਦਾ, ਮੈਂ ਜ਼ਰੂਰ ਰਿਟਰਨ ਕਰੂੰਗਾ। ਤੇ ਹਰ ਬੰਦਾ ਕਰੂਗਾ, ਇਹ ਵੀ ਮੈਨੂੰ ਪਤਾ, ਕਿਉਂਕਿ ਉਹ ਲੈਣ ਵਾਲਾ ਭਾਵੇਂ ਨਾ ਲਵੇ, ਉਹ ਕਿਸੇ ਹੋਰ ਨੂੰ ਹੈਲਪ ਕਰ ਦੂਗਾ। ਇੱਕ ਚੇਨ ਬਣਦੀ ਆ।
ਉਹ ਸਹੀ ਢੰਗ ਨਾਲ ਅਪਰੋਚ ਕਰਨ ਵਾਲੇ ਵੀ ਮੈਨੂੰ ਬਹੁਤ ਸਾਰੇ ਫੋਨ ਮੈਸੇਜ ਆਏ, ਪਰ ਮੈਂ ਹੈਰਾਨ ਇਸ ਗੱਲ ਤੋਂ ਰਹਿ ਗਿਆ ਵੀ ਮੈਨੂੰ ਚੁੱਪ ਕੇ ਇਹੋ ਜਿਹੇ ਫੋਨ ਬਾਹਲੇ ਆਏ ਚੁੱਪ ਚਪੀਤੇ ਵੀ ਬਾਈ ਜੀ ਸਾਡਾ ਜ਼ਿਕਰ ਨਾ ਕਰਿਓ, ਬਸ ਡਿਊਟੀ ਲਾ ਦਿਓ ਵੀ ਮੈਨੂੰ ਫਲਾਣੇ ਬੰਦੇ ਨੂੰ ਮੇਰੇ ਖਾਤਾ ਦਵਾ ਦਿਓ ਤੇ ਉਹਦੇ ਰੈਂਟ ਪਾ ਦਈਏ ਅਸੀਂ, ਤੇ ਸਾਨੂੰ ਦੱਸਿਓ ਵੀ ਨਾ ਅਗਲੇ ਦਾ ਨਾਂ ਕਿਹਨੂੰ ਪਾਇਆ। ਇਹੋ ਜਿਹੇ ਅਣਗਿਣਤ ਫੋਨ ਆਏ ਤੇ ਅਣਗਿਣਤ ਲੋਕ ਹਜੇ ਇਹੋ ਜਿਹੇ ਆ ਰਹੇ ਆ ਮੈਨੂੰ ਫੋਨ, ਮੈਂ ਹੈਰਾਨ ਆ ਵੀ 5-5 ਵਾਰੀ ਪਿਛਲੇ 10 ਦਿਨਾਂ 'ਚ ਮੈਨੂੰ ਪੁੱਛ ਚੁੱਕਿਆ, ਬਾਈ ਜੀ ਕੋਈ ਲੱਭਿਆ ਨਹੀਂ ਜਿਹਦੀ ਹੈਲਪ ਕਰ ਦਈਏ, ਬਾਈ ਜੀ ਕੋਈ ਲੱਭਿਆ ਨਹੀਂ, ਏਦਾਂ ਪੁੱਛ ਰਹੇ ਆ ਜਿਹੜੇ, ਤੇ ਨਾਲੇ ਸਾਹਮਣੇ ਨਹੀਂ ਆ ਰਹੇ। ਸੋ ਇਹ ਇੱਕ ਚੰਗਾ ਸਾਈਨ ਆ, ਜਿਹੜੇ ਸਾਡੇ ਸੱਜਣ ਮਿੱਤਰ ਇੰਨਾ ਪਿਆਰ ਤੇ ਸਤਿਕਾਰ ਦੇ ਰਹੇ ਆ ਤੇ ਲੋੜਵੰਦ ਦੀ ਹੈਲਪ ਕਰ ਰਹੇ ਆ, ਉਹ ਬਹੁਤ ਹੀ ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਆ ਤੇ ਉਮੀਦ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਹਦੇ ਵੱਟੇ ਬਹੁਤ ਕੁਝ ਮਿਲੂਗਾ। ਤੇ ਜਿਹੜੇ ਬੰਦਿਆਂ ਨੇ ਹੈਲਪ ਲਈ ਵੀ ਆ, ਉਹਨਾਂ ਨੇ ਸਭ ਨੇ ਇੱਕੋ ਗੱਲ ਕਹਿ ਕੇ ਮੈਨੂੰ ਕਿਹਾ ਵੀ ਦੇਖੋ ਜੀ ਅਸੀਂ ਜੀ ਨਹੀਂ ਕਰਦਾ ਸੀ ਪਰ ਮਜਬੂਰੀ ਆ। ਪਰ ਮੈਂ ਉਹਨਾਂ ਦਾ ਵੀ ਹੌਸਲਾ ਰੱਖਣ ਦੀ ਕੋਸ਼ਿਸ਼ ਕਰੀ ਆ, ਉਹਨਾਂ ਦਾ ਜਿਹੜਾ ਦੀਨ ਮਾਨ ਰੱਖਣ ਦੀ ਵੀ ਕੋਸ਼ਿਸ਼ ਕਰੀ ਆ, ਉਹਨਾਂ ਦੀ ਸੈਲਫ ਰਿਸਪੈਕਟ ਵੀ ਰੱਖੀ ਆ ਅਸੀਂ ਵੀ ਭਾਈ ਕੋਈ ਨਹੀਂ, ਤੁਹਾਨੂੰ ਇਹ ਕੋਈ ਦਾਨ ਨਹੀਂ ਦੇ ਰਹੇ, ਜਦੋਂ ਸਮਾਂ ਆਇਆ ਤੇ ਤੁਸੀਂ ਅਗਲੇ ਨੂੰ ਵਾਪਸ ਕਰ ਦਿਓ। ਸੋ ਬਹੁਤ ਜਿਹੜਾ ਇਸ ਦੇ ਨਤੀਜੇ ਚੰਗੇ ਆਏ ਆ ਬਾਈ ਜੀ, ਤੇ ਆਪਾਂ ਸਾਰਿਆਂ ਨੂੰ ਫਿਰ ਬੇਨਤੀ ਕਰਦੇ ਆ ਵੀ ਇਸੇ ਢੰਗ ਨਾਲ ਹੀ ਆਪਾਂ ਹੈਲਪ ਕਰਨੀ ਹੈ, ਨਾ ਕਿ ਆਪਾਂ ਫੋਟੋਫੋਬੀਆ ਦੇ ਕਿਸੇ ਚੱਕਰ 'ਚ ਪੈਣਾ। ਸੋ ਬਾਈ ਜੀ ਅਗਲਾ ਵਿਸ਼ਾ ਟੈਂਪਰੇਰੀ ਦਾ। ਹੁਣ ਬਾਈ ਜੀ ਇੱਥੇ ਟੈਂਪਰੇਰੀ ਵੀਜ਼ਾ ਹੋਲਡਰ ਦੇ ਦੋ ਵਿਸ਼ੇ ਨੇ ਜੀ। ਇੱਕ ਤਾਂ ਉਹ ਨੇ ਜਿਹੜੇ ਇੱਥੇ ਸਟਕ ਨੇ, ਜਿਹੜੇ ਆਸਟ੍ਰੇਲੀਆ 'ਚ ਫਸੇ ਹੋਏ ਨੇ, ਇੰਡੀਆ ਜਾਣਾ ਚਾਹੁੰਦੇ ਆ। ਇੱਕ ਉਹ ਨੇ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਸ਼ਾਰਟ ਟਾਈਮ ਲਈ ਇੰਡੀਆ ਗਏ ਸੀ, ਇੰਡੀਆ ਫਸੇ ਹੋਏ ਨੇ, ਉਹ ਇੱਥੇ ਨਹੀਂ ਆਉਣਾ ਚਾਹੁੰਦੇ। ਦੇਖੋ, ਜਿਹੜੇ ਤਾਂ ਆਸਟ੍ਰੇਲੀਆ ਦੇ ਵਿੱਚ ਇੰਡੀਅਨ ਸਿਟੀਜ਼ਨ ਵਿਜ਼ਟਰ ਵੀਜ਼ਾ ਜਾਂ ਕਿਸੇ ਟੈਂਪਰੇਰੀ ਵੀਜ਼ਾ ਹੋਲਡਰ ਤੇ ਇੱਥੇ ਸਟਕ ਨੇ, 3 ਮਈ ਤੱਕ ਤਾਂ ਇੰਡੀਅਨ ਸਰਕਾਰ ਨੇ ਕਹਿਤਾ ਵੀ ਇੱਥੇ ਕੋਈ ਫਲਾਈਟ ਨਾ ਉਤਰੇ। ਉਹਨਾਂ ਦਾ ਇੱਕੋ ਹੀ ਮੋਡ ਆਫ ਕੰਡਕਟ ਆ, ਤੁਸੀਂ ਇੰਡੀਅਨ ਹਾਈ ਕਮਿਸ਼ਨ ਦੇ ਵੈਬਸਾਈਟ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਆ। ਉਹੀ ਪੁਆਇੰਟ ਆਫ ਕੰਟੈਕਟ ਆ। ਜਿੰਨਾ ਚਿਰ ਉੱਥੋਂ ਪਰਮਿਸ਼ਨ ਨਹੀਂ ਮਿਲਦੀ ਤੁਸੀਂ ਇੱਥੋਂ ਫਲਾਈਟ ਲੈ ਕੇ ਨਹੀਂ ਇੰਡੀਆ ਜਾ ਸਕਦੇ। ਜਿਹੜੇ ਇੱਥੇ ਨੇ ਉਹਨਾਂ ਦੇ ਵੀਜ਼ੇ ਮੁੱਕਦੇ ਨੇ, ਜੇ ਤਾਂ ਵਿਜ਼ਟਰ ਵੀਜ਼ਾ ਤੇ ਹੋ ਤੁਸੀਂ ਉਹ ਵੀਜ਼ਾ ਇੱਥੇ ਐਕਸਟੈਂਡ ਕਰਵਾ ਸਕਦੇ ਹੋ। ਜਿਹੜੇ ਵਿਜ਼ਟਰ ਵੀਜ਼ਾ ਹੋਲਡਰਸ ਤੇ 8503 ਕੰਡੀਸ਼ਨ ਲੱਗੀ ਹੋਈ ਆ, ਪਹਿਲਾਂ ਉਹਦਾ ਵੇਵਰ ਪਾਉਣਾ ਪੈਂਦਾ, ਫਾਰਮ 1447 ਭਰ ਕੇ, ਉਸੇ ਫਾਰਮ ਦੇ ਉੱਪਰ ਈਮੇਲ ਆ, ਸਕੈਨ ਕਰਕੇ ਫਾਰਮ ਫਿਲ ਕਰਕੇ 2-3 ਡਾਕੂਮੈਂਟ ਨਾਲ ਲੱਗਦੇ ਆ, ਉਹ ਵੀ ਉਹਦੇ ਲਾਸਟ ਪੇਜ ਤੇ ਲਿਖੇ ਹੋਏ ਨੇ, ਉਹ ਭਰ ਕੇ ਤੁਸੀਂ ਆਪਣੀ ਈਮੇਲ ਤੋਂ ਸੈਂਡ ਕਰ ਸਕਦੇ ਹੋ। ਉਹ 4 ਹਫ਼ਤੇ ਕਹਿੰਦੇ ਆ, ਪਰ ਇਦੋਂ ਜਲਦੀ ਵੇਵਰ ਆ ਜਿਹੜਾ ਗ੍ਰਾਂਟ ਹੋ ਜਾਂਦਾ। ਜਦੋਂ ਵੇਵਰ ਗ੍ਰਾਂਟ ਹੋ ਗਿਆ ਤੁਸੀਂ ਇੱਕ ਨਵੀਂ ਵੀਜ਼ਾ ਐਪਲੀਕੇਸ਼ਨ ਲਾ ਸਕਦੇ ਹੋ, ਇੱਥੇ ਲੀਗਲੀ ਰਹਿ ਸਕਦੇ ਹੋ। ਜਿਨ੍ਹਾਂ ਕੋਲੇ ਕੋਈ ਵੀ ਵੀਜ਼ਾ ਆਪਸ਼ਨ ਨਹੀਂ ਹੈਗੀ, ਵੈਸੇ ਸਾਰਿਆਂ ਕੋਲੇ ਵਿਜ਼ਟਰ ਵੀਜ਼ੇ ਦੀ ਆਪਸ਼ਨ ਹੁੰਦੀ ਆ, ਸਰਕਾਰ ਨੇ ਇੱਕ ਨਵਾਂ ਵੀਜ਼ਾ ਕੱਢਿਆ, ਉਹਨੂੰ 408 ਕਹਿੰਦੇ ਆ। ਮੈਂ ਰਿਕਮੈਂਡ ਨਹੀਂ ਕਰਦਾ, ਬਹੁਤ ਸਾਰੇ ਲੋਕ ਇਹਦੀ ਮਾਰਕੀਟਿੰਗ ਕਰਨ ਲੱਗੇ ਹੋਏ ਨੇ। ਔਰ ਜਿਹੜਾ 408 ਵੀਜ਼ਾ ਉਹ ਵੈਸੇ ਉਹਨਾਂ ਲਈ ਆ ਜਿਹੜੇ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ, ਠੀਕ ਆ, ਜਾਂ ਜਿਨ੍ਹਾਂ ਕੋਲ ਕਿਸੇ ਹੋਰ ਵੀਜ਼ੇ ਦੀ ਆਪਸ਼ਨ ਨਹੀਂ ਹੈਗੀ। ਜੇ ਕਿਸੇ ਦਾ ਵੀਜ਼ਾ ਮੁੱਕ ਚੁੱਕਿਆ ਜਾਂ ਪੈਸੇ ਨਹੀਂ ਹੈਗੇ ਜਾਂ ਕੋਈ ਹੋਰ ਵੀਜ਼ਾ ਨਹੀਂ ਪਾ ਸਕਦਾ, ਉਹ ਵੀਜ਼ਾ ਕੰਸੀਡਰ ਕਰ ਸਕਦਾ। ਪਰ ਅਦਰਵਾਈਜ਼ ਜਿਹੜੇ ਇੱਥੋਂ ਜਾਣਾ ਹੀ ਚਾਹੁੰਦੇ ਆ, ਉਹ ਇੰਡੀਅਨ ਹਾਈ ਕਮਿਸ਼ਨ ਦੀ ਵੈਬਸਾਈਟ ਤੇ ਜਾਓ, ਉੱਥੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਦਿਓ, ਤਾਂ ਕਿ ਜਦੋਂ ਵੀ ਫਲਾਈਟਾਂ ਓਪਨ ਹੁੰਦੀਆਂ ਨੇ ਤਾਂ ਤੁਸੀਂ ਫਲਾਈਟ ਬੁੱਕ ਕਰਵਾ ਕੇ ਇੰਡੀਆ ਪਹੁੰਚ ਸਕੋ। ਹੁਣ ਦੂਜੀ ਗੱਲ ਆ, ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਇੰਡੀਆ ਦੇ ਵਿੱਚ ਸਟਕ ਨੇ, ਉਹ ਇੱਥੇ ਨਹੀਂ ਆ ਸਕਦੇ। ਉਹਨਾਂ ਲਈ ਕੰਟੀਨਿਊਸਲੀ ਅਸੀਂ ਵੀ ਲੱਗੇ ਹੋਏ ਆ, ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਲੌਬੀ ਕਰ ਰਹੇ ਆ ਵੀ ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਪਰ ਸਾਨੂੰ ਜਵਾਬ ਇਹੀ ਮਿਲਦਾ ਵੀ ਸਾਡੀ ਪ੍ਰਾਇੋਰਟੀ ਆਸਟ੍ਰੇਲੀਅਨ ਸਿਟੀਜ਼ਨ ਤੇ ਪਰਮਾਨੈਂਟ ਰੈਜ਼ੀਡੈਂਟਸ ਆ। ਜਦੋਂ ਉਹ ਇੱਥੇ ਪਹੁੰਚ ਗਏ ਉਸ ਤੋਂ ਬਾਅਦ ਅਸੀਂ ਟੈਂਪਰੇਰੀ ਵੀਜ਼ਾ ਹੋਲਡਰਸ ਵਾਸਤੇ ਸੋਚਾਂਗੇ। ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਇਹ ਰੈਸਟ੍ਰਿਕਸ਼ਨ ਆ ਜਿਹੜੀ ਰਿਲੈਕਸ ਹੋ ਜੂਗੀ, ਪਰ ਅਜੇ ਤੱਕ ਉਹਨਾਂ ਦੇ ਵਾਸਤੇ ਇਹੀ ਇਨਸਟਰਕਸ਼ਨਸ ਨੇ ਵੀ ਥੋੜਾ ਜਿਹਾ ਸਬਰ ਰੱਖੋ, ਜਿੱਥੇ ਬੈਠੇ ਹੋ ਉੱਥੇ ਹੀ ਰਹੋ, ਆਪਣੇ ਆਪ ਨੂੰ ਸੇਫ ਰੱਖੋ। ਜਦੋਂ ਰੈਸਟ੍ਰਿਕਸ਼ਨ ਖੁੱਲਦੀ ਆ ਫਿਰ ਤੁਸੀਂ ਫਲਾਈਟ ਬੁੱਕ ਕਰਵਾ ਕੇ ਇੱਥੇ ਵਾਪਸ ਆ ਸਕਦੇ ਹੋ। ਫਿਲਹਾਲ ਇਹੀ ਅਪਡੇਟ ਆ। ਜਿਹੜਾ ਅਪਰੋਚ ਕਰਨ ਦਾ ਤਰੀਕਾ ਮੈਂ ਪਹਿਲਾਂ ਵੀ ਦੱਸ ਚੁੱਕਿਆ, ਵਾਇਆ ਈਮੇਲ, ਜਾਂ ਤੁਸੀਂ ਇੱਥੇ ਜਿਹੜੇ ਪੱਕੇ ਹੋ ਸਿਟੀਜ਼ਨ ਹੋ, ਉਹ ਤੁਸੀਂ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਲੌਬੀ ਕਰ ਸਕਦੇ ਹੋ, ਉਸ ਮੁੱਦੇ ਨੂੰ ਉਠਾ ਸਕਦੇ ਹੋ ਤੇ ਤੁਹਾਡੀ ਗੱਲ ਆ ਜਿਹੜੀ ਉਹ ਸੁਣੀ ਵੀ ਜਾਊਗੀ। ਇਹ ਜਿਹੜਾ ਕ੍ਰਾਈਸਿਸ ਆ, ਆਪਾਂ ਨੂੰ ਸਾਰਿਆਂ ਨੂੰ
ਆਪਣੀਆਂ ਆਪਣੀਆਂ ਪ੍ਰੋਬਲਮਸ ਵੱਡੀਆਂ ਲੱਗਦੀਆਂ ਹੁੰਦੀਆਂ ਨੇ। ਇਹ ਸਾਰਿਆਂ ਲਈ ਆ ਤੇ ਸਾਰਿਆਂ ਨੇ ਹਰ ਉਸ ਚੀਜ਼ ਦਾ ਹੱਲ ਪਹਿਲਾਂ ਕਰਨਾ ਜਿਹਦੀ ਪ੍ਰਾਇੋਰਟੀ ਹੈ। ਜੇ ਮੇਰੇ ਕੋਲੇ ਰੋਟੀ ਹੈ ਨਹੀਂ ਤਾਂ ਸਭ ਤੋਂ ਪਹਿਲਾਂ ਫਿਰ ਮੈਂ ਰੋਟੀ ਦਾ ਹੱਲ ਕਰੂੰਗਾ। ਜੇ ਮੇਰੇ ਕੋਲੇ ਰਹਿਣ ਲਈ ਛੱਤ ਹੈ ਨਹੀਂ ਤਾਂ ਪਹਿਲਾਂ ਮੈਂ ਛੱਤ ਦਾ ਹੱਲ ਕਰੂੰਗਾ। ਸੇਮ ਵੇ ਸਾਨੂੰ ਜਵਾਬ ਮਿਲਦੇ ਆ ਸਰਕਾਰੀ ਜਿਹੜੇ ਪੋਲੀਟੀਸ਼ੀਅਨ ਨੇ, ਜਿਹੜੇ ਲੀਡਰ ਆ, ਉਹਨਾਂ ਤੋਂ ਵੀ ਸਾਡੀ ਪਹਿਲੀ ਪ੍ਰਾਇੋਰਟੀ ਸਿਟੀਜ਼ਨ ਆ। ਉਹਨਾਂ ਨੂੰ ਠੋਕ ਠੋਕ ਕੇ ਅਸੀਂ ਕਹਿ ਰਹੇ ਹਾਂ ਵੀ ਮੰਨ ਲਿਆ ਵੀ ਸਿਟੀਜ਼ਨ ਆ, ਪਰ ਇਹ ਵੀ ਇੱਥੇ ਆਏ ਹੋਏ ਆ, ਇਹਨਾਂ ਦਾ ਕੋਈ ਨਹੀਂ ਹੈਗਾ, ਜਾਂ ਜਿਹੜੇ ਉਧਰ ਫਸੇ ਹੋਏ ਨੇ ਉਹਨਾਂ ਬਾਰੇ ਵੀ ਸੋਚੋ। ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲਈ ਵੀ ਕੋਈ ਖੁਸ਼ੀ ਦੀ ਖਬਰ ਆਊਗੀ। ਹਾਂਜੀ ਬਾਈ ਜੀ, ਕੋਈ ਹੋਰ ਤੁਹਾਡਾ ਕੁਐਸਚਨ ਹੋਵੇ ਇਹਨੂੰ ਰਿਲੇਟਡ? ਬਿਲਕੁਲ ਜੀ, ਦੇਖੋ ਜਿੰਨੇ ਕੁ ਉਪਰਾਲੇ ਹੁੰਦੇ ਆ ਓਨੇ ਕੁ ਹੋ ਹੀ ਜਾਂਦੇ ਆ, ਕਿਉਂਕਿ ਅਸੀਂ ਵੀ ਕਈ ਵਾਰੀ ਕਾਹਲੇ ਪੈ ਜਾਂਦੇ ਆ, ਅਸੀਂ ਬਹੁਤ ਜ਼ਿਆਦਾ ਅਪਸੈਟ ਹੋ ਜਾਂਦੇ ਆ ਵੀ ਇਦਾਂ ਹੋਵੇ। ਪਰ ਸਰਕਾਰਾਂ ਨੂੰ ਵਾਸਟਲੀ ਸੋਚਣਾ ਪੈਂਦਾ, ਬਹੁਤ ਵੱਡੇ ਪੱਧਰ ਤੇ ਹਰ ਬੰਦੇ ਲਈ ਸੋਚਣਾ ਪੈਂਦਾ। ਜਿਵੇਂ ਅਸੀਂ ਅਕਸਰ ਰੱਬ ਤੇ ਲਾਉਣੇ ਹੁੰਦੇ ਆ ਬਲੇਮ ਵੀ ਰੱਬ ਮੀਂਹ ਵਾਲੇ ਪਾਈ ਜਾਂਦਾ, ਫਸਲ ਖਰਾਬ ਕਰ ਦੂ, ਪਰ ਰੱਬ ਨੇ ਕੱਲੀ ਤੁਹਾਡੀ ਫਸਲ ਥੋੜਾ ਦੇਖਣੀ ਹੁੰਦੀ ਆ, ਉਹਨੇ ਓਵਰਆਲ ਸਾਰੀ ਸਾਰੀ ਜਿਹੜੀ ਜਹਾਨ, ਸਾਰੀ ਕੁਦਰਤ ਨੂੰ ਕੰਟਰੋਲ ਕਰਨਾ ਹੁੰਦਾ। ਉਹੀ ਚੀਜ਼ ਦੂਜਾ ਰੱਬ ਸਰਕਾਰਾਂ ਹੁੰਦੀਆਂ ਜੀ, ਤੇ ਉਹਨਾਂ ਨੂੰ ਕਰਨਾ ਪੈਂਦਾ ਤੇ ਉਹ ਕਰ ਰਹੇ ਆ। ਪਰ ਵੱਖਰੀ ਗੱਲ ਆ ਵੀ ਅੱਡੋ ਅੱਡ ਮੁਲਕ ਹੁੰਦੇ ਆ, ਆਸਟ੍ਰੇਲੀਆ ਵਰਗਾ ਮੁਲਕ ਸੀਰੀਅਸਲੀ ਇਹਨਾਂ ਚੀਜ਼ਾਂ ਨੂੰ ਨਿਬੇੜਨ ਤੇ ਲੱਗਿਆ ਹੋਇਆ। ਜੇ ਉਹਨਾਂ ਦੀ ਵਿਰੋਧੀ ਧਿਰ ਵੀ ਕੋਈ ਆਵਾਜ਼ ਉਠਾਉਂਦੀ ਆ, ਉਹਦੀ ਸੁਣ ਕੇ ਉਹਨੂੰ ਪੂਰਾ ਕਰ ਰਹੇ ਆ। ਤੇ ਜਿਹੜਾ ਇੰਡੀਆ ਵਰਗਾ ਮੀਡੀਆ ਜਾਂ ਇੰਡੀਆ ਦਾ ਜਿਹੜੀਆਂ ਸਰਕਾਰਾਂ, ਉਹ ਵੱਖਰੀ ਗੱਲ ਆ, ਉਹਨੂੰ ਜਿਹੜੀ ਜਾਤ ਪਾਤ ਦੀ, ਧਰਮ ਦੀ ਰੰਗਤ ਦੇ ਕੇ ਤੇ ਲੋਕਾਂ ਨੂੰ ਖੇਡ ਲਾਇਆ ਹੋਇਆ। ਤੇ ਬਹੁਤ ਕੁਝ ਜਿਹੜਾ ਪੁੱਠਾ ਸਿੱਧਾ ਹੋ ਰਿਹਾ, ਉਹ ਚੀਜ਼ਾਂ ਅਸੀਂ ਰੋਜ਼ ਦੇਖਦੇ ਆ। ਪਰ ਚਲੋ ਜੀ, ਇਹ ਸਾਡਾ ਵਿਸ਼ਾ ਨਹੀਂ ਹੈ। ਤੇ ਮੇਰੇ ਕੋਲ ਇਧਰ ਮੈਸੇਜ ਆਇਆ, ਬਾਈ ਜੀ ਅੱਜ ਕਿਹੜੇ ਸਟੂਡੀਓ ਤੋਂ ਸ਼ੋਅ ਕਰ ਰਹੇ ਆ? ਦੇਖੋ ਬਾਈ ਜੀ, ਜੇ ਤੁਹਾਨੂੰ ਸੱਚ ਦੱਸ ਦਈਏ ਜਾਂ ਅਸੀਂ ਸੱਚ ਦਿਖਾ ਦਈਏ ਤਾਂ ਤੁਸੀਂ ਯਕੀਨ ਨਹੀਂ ਮੰਨਣਾ, ਪਰ ਮੈਂ ਇੱਕ ਦਾਅਵਾ ਕਰ ਸਕਦਾ ਵੀ ਜਿਹੜਾ ਅੱਜ ਦੇ ਸਟੂਡੀਓ ਤੋਂ ਸ਼ੋਅ ਹੋ ਰਿਹਾ, ਇਹ ਸਟੂਡੀਓ ਬਾਣਾ ਚੋਂ ਹੋ ਰਿਹਾ ਜੀ, ਡਾਇਰੈਕਟ ਬਾਣਾ ਦੇ ਵਿੱਚੋਂ। ਸ਼ਾਇਦ ਤੁਸੀਂ ਜੇ ਖੇਤ ਚੋਂ ਕਵਾਂ, ਜਾਂ ਮੈਂ ਢਾਣੀ ਚੋਂ ਕਵਾਂ, ਜਾਂ ਬਲੌਗ ਚੋਂ ਕਵਾਂ, ਜਾਂ ਬਾਗ ਚੋਂ ਕਵਾਂ, ਤਾਂ ਗੱਲ ਸਹੀ ਨਹੀਂ। ਪਰ ਸੱਚ ਇਹ ਬਾਣਾ ਚੋਂ ਹੋ ਰਿਹਾ। ਜੇ ਮੈਂ ਕੈਮਰਾ ਘੁਮਾ ਦਿਆਂ ਤਾਂ ਤੁਸੀਂ ਹੈਰਾਨ ਹੋ, ਮੈਂ ਖੇਤ 'ਚ ਬੈਠ ਕੇ ਇਹ ਸ਼ੋਅ ਕਰ ਰਿਹਾ ਜੀ। ਤੇ ਪਹਿਲਾ ਹੀ ਇਹ ਟੀਵੀ ਚੈਨਲ ਹੋਊਗਾ ਜਿਹੜਾ ਵਾਤਾਨੁਕੂਲ ਤੇ ਕਮਰਿਆਂ ਚੋਂ ਬਾਹਰ ਨਿਕਲ ਕੇ ਤੇ ਜਿੱਥੋਂ ਜੀ ਕਰਦਾ ਉੱਥੋਂ ਸ਼ੋਅ ਕਰ ਲੈਂਦਾ, ਉੱਥੋਂ ਹੀ ਬਾਣਾ ਚੋਂ ਕਰ ਲੈਂਦਾ। ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਕਿੱਡੀ ਵੱਡੀ ਬਿਲਡਿੰਗ 'ਚ ਬੈਠੇ ਹੋ, ਮਤਲਬ ਇਹ ਨਹੀਂ ਹੁੰਦਾ ਵੀ ਤੁਹਾਡੇ ਕੋਲੇ ਕਿੱਡੇ ਸਾਧਨ ਆ, ਮਤਲਬ ਇਹ ਹੁੰਦਾ ਵੀ ਤੁਹਾਡੀ ਗੱਲ 'ਚ ਕਿੰਨਾ ਕੁ ਦਮ ਆ ਤੇ ਕਿੱਥੋਂ ਤੱਕ ਪਹੁੰਚ ਰਹੀ ਆ। ਤੇ ਉਹ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਖੇਤ ਦੇ ਵਿੱਚ ਕੰਮ ਕਰਦਿਆਂ ਨੂੰ ਵੀ ਸਾਡੀ ਆਵਾਜ਼ ਆ ਜਿਹੜੀ ਸਰਕਾਰੀ ਦਰਬਾਰੇ ਜਾਂ ਜਿੱਥੇ ਅਸੀਂ ਪਹੁੰਚਾਉਣਾ ਚਾਹੁੰਦੇ ਆ ਉੱਥੇ ਪਹੁੰਚ ਰਹੀ ਆ। ਇਸੇ ਚੀਜ਼ ਨਾਲ ਹੀ ਅਸੀਂ ਕੰਮ ਕਰੀ ਜਾਂਦੇ ਆ। ਸੋ ਜਰੂਰ ਜੀ, ਤੁਹਾਨੂੰ ਆਫ ਦਾ 에ਅਰ ਮੈਨੂੰ ਦੱਸ ਦਿਓ ਤੇ ਮੈਂ ਤੁਹਾਨੂੰ ਦਿਖਾ ਦੂੰਗਾ ਵੀ ਮੈਂ ਕਿੱਥੇ ਬੈਠ ਕੇ ਸ਼ੋਅ ਕਰ ਰਿਹਾ ਖੇਤ ਦੇ ਵਿੱਚ। ਸੋ ਬਾਈ ਜੀ, ਸਵਾਲ ਬਹੁਤ ਆਉਣ ਲੱਗ ਗਿਆ, ਮੈਸੇजेस ਬਹੁਤ ਆਉਣ ਲੱਗ ਗਿਆ। ਫਿਰ ਦੱਸੋ, ਹੁਣ ਆਪਾਂ ਮੈਸੇਜਾਂ ਵਾਲੇ ਪਾਸੇ ਹੋ ਲਈਏ? ਹਾਂਜੀ ਹਾਂਜੀ ਬਾਈ ਜੀ, ਮੈਸੇजेस ਰਹਿ ਗਏ ਸੀ, ਟਰਾਈ ਕਰਦੇ ਵੀ ਇਸ ਵਾਰ ਸਾਰਿਆਂ ਦੇ ਆਨਸਰ ਦੇ ਸਕੀਏ। ਜੀ ਜੀ ਜੀ, ਸਾਡੇ ਨਾਲ ਦੇਖੋ ਜੀ, ਸ਼ੁਰੂ ਕਰੀਏ ਤਾਂ ਸੋਢੀ ਸਾਹਿਬ ਜੁੜਿਆ ਜੀ ਕੁਇਨਜ਼ਲੈਂਡ ਤੋਂ, ਤੇ ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਸਾਡੀ ਪ੍ਰੇਜ਼ ਕੀਤੀ ਆ। ਸੋ ਸੋਢੀ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਪਰਮਾਨੈਂਟ ਸਾਡੇ ਜਿਹੜੇ ਵਿਊਅਰ ਹੋ ਤੇ ਸਦਾ ਹੀ ਸਾਨੂੰ ਜਿਹੜਾ ਮਾਣ ਬਖਸ਼ਦੇ ਹੋ ਤੇ ਸਾਨੂੰ ਵੇਲੇ ਵੇਲੇ ਸਿਰ ਵਧੀਆ ਗੱਲਾਂ ਤੇ ਗਾਈਡ ਵੀ ਕਰਦੇ ਹੋ, ਬਹੁਤ ਧੰਨਵਾਦ। ਜੋਬਨ ਨਸ਼ਾਰਾ ਜੜੇ ਆ ਜੀ ਸਾਡੇ ਨਾਲ, ਤੇ ਉਹ ਕਹਿ ਰਹੇ ਆ ਜੀ, ਮੈਸੇਜ ਬੜੀ ਤੇਜ਼ੀ ਨਾਲ ਤਾਂ ਜਾ ਰਹੇ ਆ, ਕੀ ਚੱਕਰ ਆ? ਮੇਰੇ ਕੋਲੋਂ ਮੈਨੂੰ ਮੈਸੇਜ ਲੱਗਦਾ ਜੀ ਜ਼ਿਆਦਾ ਮੈਨੂੰ ਆ ਜਾਂਦੇ ਆ ਤਾਂ ਉਹ ਅੱਗੇ ਦੇ ਕੇ। ਹੁਣ ਸਹੀ ਹੈ ਜੀ, ਹੁਣ ਤੁਸੀਂ ਬੋਲੋਗੇ ਨਾ ਵਿੱਚ ਆ ਰਹੇ ਆ ਜੀ ਮੈਸੇਜ, ਜਦੋਂ ਜ਼ਿਆਦਾ ਮੈਸੇਜ ਹੋ ਜਾਂਦੇ ਆ ਜੀ ਉਹ ਨਾ ਫਿਰ ਅੱਗੇ ਲੰਘ ਜਾਂਦੇ ਆ। ਬਹੁਤ ਸਾਰੇ ਬਹੁਤ ਮੈਸੇजेस ਆਏ ਜ਼ਿਆਦੇ, ਹੋਏ। ਮੈਨੂੰ ਇਹੀ ਲੱਗ ਰਿਹਾ ਵੀ ਬਹੁਤ ਜ਼ਿਆਦੇ ਮੈਸੇਜ ਆਉਣ ਕਰਕੇ ਨਾ। ਤੇ ਚਲੋ, ਮੈਂ ਗੁਰਦੀਪ ਕੌਰ ਗਿੱਲ, ਸਤਿ ਸ਼੍ਰੀ ਅਕਾਲ ਵੀਰ ਜੀ ਕਹਿ ਰਿਹਾ ਜੀ। ਸਤਿ ਸ਼੍ਰੀ ਅਕਾਲ ਅਮਿਤ ਸ਼ਰਮਾ ਭਾਜੀ, ਆਸਟ੍ਰੇਲੀਆ ਨਹੀਂ ਇੰਡੀਆ ਆਏ ਨਹੀਂ, ਮੈਨੂੰ ਸਮਝ ਆਈ ਵੀ ਜ਼ਿਆਦਾ ਕਹਿ ਰਹੇ ਆ। ਬਰਿੰਦਰ ਸ਼ਾਇਦ ਮੈਸੇਜ ਉੱਤੇ ਥੱਲੇ ਹੋਏ ਹੋਇਆ। ਬਰਿੰਦਰ ਧੀਮਾਨ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੀ ਪਿੰਡੂ ਆਸਟ੍ਰੇਲੀਆ ਟੀਮ ਨੂੰ। ਬਾਈ ਜੀ, ਮੈਂ ਸਾਰਿਆਂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਅਸੀਂ ਸ਼ੁਰੂ ਚ ਬੁਲਾ ਵੀ ਦਿੰਦੇ ਹੁੰਦੇ, ਪਰ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਦਿਲੋਂ ਹੀ ਸਤਿ ਸ਼੍ਰੀ ਅਕਾਲ ਬੁਲਾ ਲਿਆ ਕਰੀਏ, ਤੇ ਆਪਾਂ ਸਵਾਲ ਕਰਿਆ ਕਰੀਏ ਜਿਹੜੇ ਜ਼ਰੂਰੀ ਆ। ਸੁੱਖਾ ਸਿੰਘ, ਸਾਨੂੰ ਪਤਾ ਤੁਹਾਡੀਆਂ ਭਾਵਨਾ, ਪਿਆਰ ਆ ਤੁਹਾਡਾ, ਪਰ ਆਪਾਂ ਫਿਰ ਵੀ ਸਮੇਂ ਦੀ ਕਦਰ ਕਰੀਏ। ਸੁਖ ਸਿੰਘ ਜੁੜਿਆ ਭਾਜੀ, ਆਈ ਐਮ ਔਨ 482 ਸੈਕੰਡ ਈਅਰ, ਵਟ ਆਰ ਦਾ ਲਾਈਕਲੀਹੁੱਡ that cabinet maker will come off the SOL list? Can I put 186 after completing 2 year with company permanent sponsorship? ਨਹੀਂ ਜੀ, 2 ਸਾਲ ਬਾਅਦ ਨਹੀਂ ਤੁਸੀਂ ਪਾ ਸਕਦੇ 186। ਜਦੋਂ ਤੁਸੀਂ TRT ਪਾਉਣੀ ਹੈ, ਟੈਂਪਰੇਰੀ ਟ੍ਰਾਂਜੀਸ਼ਨ ਸਟਰੀਮ, ਤਾਂ ਪਹਿਲਾਂ ਤਾਂ ਤੁਹਾਡੇ ਕੋਲੇ 482 ਜਿਹੜਾ 4 ਸਾਲ ਦਾ ਹੋਣਾ ਚਾਹੀਦਾ। ਤੁਹਾਡੀ ਜਿਹੜੀ ਆਕੂਪੇਸ਼ਨ ਆ ਉਹ MLT SSL ਤੇ ਹੋਣੀ ਚਾਹੀਦੀ ਆ। 3 ਸਾਲ ਬਾਅਦ ਤੁਸੀਂ ਐਲੀਜੀਬਲ ਹੋ ਜਾਂਦੇ ਹੋ 186 ਲਈ।
ਜੇ ਤੁਹਾਡੇ ਕੋਲੇ 3 ਸਾਲ ਦਾ ਵੈਸੇ ਹੀ ਤਜਰਬਾ ਤਾਂ ਉਹ ਡਾਇਰੈਕਟ ਵੀ ਉਦਾਂ ਹੀ ਪੈਂਦੀ ਆ। ਇਸ ਵੇਲੇ ਟੂ ਬੀ ਓਨੈਸਟ ਮੈਂ ਝੂਠ ਬੋਲੂੰਗਾ ਜੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੋਵੇ ਵੀ ਕੈਬਨਿਟ ਮੇਕਰ ਲਿਸਟ ਤੋਂ ਰਹਿਣੀ ਹੈ ਜਾਂ ਜਾਣੀ ਆ, ਇਸ ਵੇਲੇ ਕੋਈ ਇਨਫੋਰਮੇਸ਼ਨ ਨਹੀਂ। ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜੀ ਜਦੋਂ ਲਿਸਟ ਅਪਡੇਟ ਹੋਣਗੀ। ਹਾਂਜੀ ਬਾਈ ਜੀ। ਸੋ ਬਿਲਕੁਲ ਜੀ, ਇੱਧਰ ਕੁਝ ਕੁ ਮੈਸੇਜ ਆ ਜਿਹੜੇ ਹੋਸਟ ਚੌਟ ਤੇ ਭੇਜ ਰਹੇ ਆ ਮਨਪ੍ਰੀਤ, ਉਹਨਾਂ ਨੇ ਕਿਹਾ ਜੀ ਮੈਸੇਜ ਇੱਧਰੋਂ ਦੇਖ ਲਓ ਤੁਸੀਂ, ਤੇ ਉਹਨਾਂ ਨੇ ਲਿਖਿਆ ਜੀ ਦੀਪ ਵੱਲੋਂ ਮੈਸੇਜ ਆ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਇਫ ਯੂ ਅੱਛਾ ਦੇਰ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਵੀਰ ਜੀ, ਦੇਰ ਆਫ ਯੂ ਆਈ ਐਮ ਡੂਇੰਗ ਡਿਪਲੋਮਾ ਆਫ अर्ਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ, ਪਲੀਜ਼ ਟੈਲ ਮੀ ਅਬਾਊਟ ਇਜ਼ the scope of PR in their course? ਪਹਿਲੀ ਗੱਲ ਤਾਂ ਜੀ ਇਹ ਕਿੱਥੋਂ ਕਰ ਰਹੇ ਹੋ ਇਹਦੇ ਤੇ ਡਿਪੈਂਡ ਕਰਦਾ। ਦੂਸਰੀ ਚੀਜ਼, ਜੇ ਤੁਸੀਂ ਇਹ ਕਰ ਰਹੇ ਹੋ ਮੈਂ ਇਹੀ ਰਿਕਮੈਂਡ ਕਰੂੰਗਾ ਵੀ ਤੁਸੀਂ ਬੈਚਲਰ ਇਨ अर्ਲੀ ਚਾਈਲਡਹੁੱਡ ਐਂਡ ਕੇਅਰ ਜ਼ਰੂਰ ਕਰ ਲਿਓ। ਠੀਕ ਆ, ਉਹਦੇ ਵਿੱਚ ਚਾਂਸ ਕਾਫੀ ਨੇ। ਜੇ ਤੁਸੀਂ ਕਿਸੇ ਇਹੋ ਜਿਹੀ ਸਟੇਟ ਤੋਂ ਕਰਦੇ ਹੋ ਜਿਹੜੀ ਬਿਨਾਂ ਜੌਬ ਤੋਂ ਨੋਮੀਨੇਟ ਕਰਦੀ ਆ, ਫੋਰ ਐਗਜ਼ਾਮਪਲ ਨਾਰਦਰਨ ਟੈਰੀਟਰੀ, ਤੁਹਾਨੂੰ ਇਸ ਡਿਪਲੋਮੇ ਦੇ ਟੂਵਰਡਸ ਬੈਚਲਰ ਡਿਗਰੀ ਕ੍ਰੈਡਿਟ ਮਿਲ ਜਾਣਗੇ। ਤੁਸੀਂ ਐਜ਼ ਅ ਟੀਚਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਪੀਆਰ ਲਈ ਐਲੀਜੀਬਲ ਹੋ ਸਕਦੇ ਹੋ। ਕਿ ਆਉਣ ਵਾਲੇ ਸਮੇਂ ਦੇ ਵਿੱਚ ਟੀਚਰਸ, ਮੈਨੂੰ ਲੱਗਦਾ ਇਹਨਾਂ ਨੂੰ ਲੋੜ ਇਦਾਂ ਹੀ ਰਹਿਣੀ ਹੈ ਜਿਵੇਂ ਪਾਸਟ ਦੇ ਵਿੱਚ ਸੀਗੀ। ਹਾਂਜੀ ਬਾਈ। ਹਰਪ੍ਰੀਤ ਸਿੰਘ ਬਾਈ ਜੀ ਕਹਿੰਦੇ ਜੇਕਰ ਮਾਸਟਰ ਡਿਗਰੀ ਤੋਂ ਬਾਅਦ ਟੀਆਰ ਓਵਰ ਹੋ ਜਾਵੇ ਤਾਂ ਕੀ ਟ੍ਰੇਡ ਕੋਰਸ ਕਰ ਸਕਦੇ ਆ ਕਿਆ ਜੀ, ਤੇ ਉਸ ਦੀ ਡਾਇਰੈਕਟ ਅਸੈਸਮੈਂਟ ਹੋ ਸਕਦੀ ਹੈ ਵਿਦਆਊਟ ਟੀਆਰ? ਦੇਖੋ ਜੀ, ਜਦੋਂ ਤੁਸੀਂ ਟ੍ਰੇਡ ਕੋਰਸ ਕਰਦੇ ਹੋ, ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਕੋਈ ਵੀ ਜਦੋਂ ਟ੍ਰੇਡ ਕੋਰਸ ਕਰਦੇ ਹੋ, ਜੇ ਤੁਹਾਡੇ ਕੋਲੇ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਆ, ਜੇ ਤੁਸੀਂ ਬਿਨਾਂ ਜੌਬ ਰੈਡੀ ਪ੍ਰੋਗਰਾਮ ਤੋਂ ਅਸੈਸਮੈਂਟ ਕਰਾਉਣੀ ਹੈ ਤਾਂ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਦੇ ਨਾਲ 3 ਸਾਲ ਦਾ ਤਜਰਬਾ ਚਾਹੀਦਾ ਪੋਸਟ ਕੁਆਲੀਫਿਕੇਸ਼ਨ। ਜੇ ਉਹ ਨਹੀਂ ਹੈਗਾ ਤਾਂ ਉਹਦੀ ਅਸੈਸਮੈਂਟ ਨਹੀਂ ਹੋ ਸਕਦੀ। ਜਾਂ ਫਿਰ ਤੁਸੀਂ ਜੇ ਇੱਥੋਂ ਕੋਰਸ ਕੀਤਾ ਤਾਂ 1 ਸਾਲ ਦਾ ਜੌਬ ਰੈਡੀ ਪ੍ਰੋਗਰਾਮ, ਜੌਬ ਰੈਡੀ ਇੰਪਲੋਇਮੈਂਟ ਸ਼ੋ ਕਰਕੇ ਉਹਦੀ ਅਸੈਸਮੈਂਟ ਹੁੰਦੀ ਆ। ਉਹਦੇ ਲਈ ਫੁੱਲ ਟਾਈਮ ਵਰਕ ਰਾਈਟ ਚਾਹੀਦੇ ਆ। ਜੇ ਤੁਸੀਂ ਐਜ਼ ਅ ਪ੍ਰਾਇਮਰੀ ਐਪਲੀਕੈਂਟ ਆਪਣੇ ਟੈਂਪਰੇਰੀ ਰੈਜ਼ੀਡੈਂਸ ਖਤਮ ਕਰ ਲਈ ਤਾਂ ਤੁਹਾਨੂੰ ਫੁੱਲ ਟਾਈਮ ਵਰਕ ਰਾਈਟ ਨਹੀਂ ਮਿਲਣੇ। ਇਹ ਤੁਹਾਡੇ ਲਈ ਪੋਸੀਬਿਲਿਟੀ ਨਹੀਂ ਹੈਗੀ। ਹਾਂਜੀ, ਪੋਸੀਬਿਲਿਟੀ ਹੋ ਸਕਦੀ ਆ ਜੇ ਤੁਹਾਡਾ ਪਾਰਟਨਰ ਸਟੂਡੈਂਟ ਵੀਜ਼ੇ ਤੇ ਜਾ ਕੇ ਇੱਕ ਟੈਂਪਰੇਰੀ ਰੈਜ਼ੀਡੈਂਸ ਦਵਾਵੇ, ਫਿਰ ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟ ਉਹਦੇ ਬੇਸ ਤੇ ਆਉਣ, ਫਿਰ ਤੁਸੀਂ ਆਪਣੀ ਅਸੈਸਮੈਂਟ ਵੀ ਕਰਵਾ ਸਕਦੇ ਹੋ। ਪ੍ਰੋਸੀਜਰ ਥੋੜਾ ਜਿਹਾ ਲੰਬਾ, ਪਰ ਕਈ ਸਟੂਡੈਂਟਸ ਇਦਾਂ ਵੀ ਕਰਦੇ ਆ। ਹਾਂਜੀ ਬਾਈ ਜੀ। ਤਰੁਣ ਕੁਮਾਰ ਜੁੜਿਆ ਜੀ, ਕਹਿੰਦੇ ਵੀਵਿੰਗ ਕਰੰਟ ਸਿਚੁਏਸ਼ਨ ਸ਼ੁੱਡ ਆਈ a well settled public sector officer from India migrate to Australia under PR or by taking admission to higher education like PhD in RMIT? ਹੁਣ ਪਹਿਲਾਂ ਤਾਂ ਡਿਪੈਂਡ ਕਰਦਾ ਜੀ ਵੀ ਤੁਹਾਡੀ ਏਜ ਕਿੰਨੀ ਹੈ। ਜੇ ਤੁਸੀਂ PhD ਕਰਨੀ ਆ, PhD ਲਈ ਥੋੜੀ ਜਿਹੀ ਕੰਸੈਸ਼ਨ ਅਵੇਲੇਬਲ ਹੈਗੇ ਨੇ। ਜੇ ਤੁਹਾਨੂੰ ਕੋਈ ਯੂਨੀਵਰਸਿਟੀ PhD ਦੀ ਏਡ ਦਿੰਦੀ ਆ, $33,000-34,000 ਸਾਲ ਦਾ ਮਿਲਦਾ ਵੀ ਆ। ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ, ਇੱਥੇ PhD ਦੀ ਪੜ੍ਹਾਈ ਦੇ ਵਿੱਚ ਪੈਸੇ ਨਹੀਂ ਲੱਗਦੇ, ਪੈਸੇ ਸਰਕਾਰ ਦਿੰਦੀ ਹੈ। ਉੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਜਾਂਦੀ, ਤੁਸੀਂ ਬਾਹਰੋਂ ਆਏ ਹੋ ਜਾਂ ਇੱਥੇ। ਠੀਕ ਆ, ਜੇ ਤਾਂ ਤੁਸੀਂ ਉਹ ਚੀਜ਼ ਕਰਨੀ ਆ ਫੇਰ ਤਾਂ ਠੀਕ ਆ। ਅਦਰਵਾਈਜ਼ ਜੇ ਤੁਹਾਡੀ ਏਜ 33 ਟੱਪ ਚੁੱਕੀ ਆ, ਤੁਹਾਡੇ ਕੋਲੇ ਵੈਲ ਸੈਟਲਡ ਇੰਡੀਆ 'ਚ ਜੌਬ ਹੈਗੀ ਆ, ਫਿਰ ਮੈਂ ਰਿਕਮੈਂਡ ਨਹੀਂ ਕਰਦਾ ਵੀ ਆਪਦਾ ਜੁਗਾੜ ਸਾਰਾ ਪੱਟ ਕੇ ਤੁਸੀਂ ਇੱਥੇ ਸਟੂਡੈਂਟ ਵੀਜ਼ੇ ਤੇ ਆਓ। ਠੀਕ ਆ, ਆਉਣ ਵਾਲੇ ਸਮੇਂ 'ਚ ਤੁਸੀਂ ਪਰਮਾਨੈਂਟ ਮਾਈਗ੍ਰੇਸ਼ਨ ਦੇਖ ਸਕਦੇ ਹੋ, ਇੱਥੇ ਦੀ ਕੈਨੇਡਾ ਦੀ ਐਲੀਜੀਬਲ ਵੀ ਹੋ ਸਕਦੇ ਹੋ। ਹਾਂਜੀ ਬਾਈ ਜੀ। ਲਵਪ੍ਰੀਤ ਤਲਵੰਡੀ ਸਾਹਿਬ ਬਹੁਤ ਜੁੜੇ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪਰਥ UW ਦੇ ਵਿੱਚ ਮਾਸਟਰਸ ਆਫ ਐਗਰੀਕਲਚਰ ਕਰ ਰਿਹਾ, ਇੱਕ ਸਮੈਸਟਰ ਫਰਵਰੀ ਇਨਟੇਕ 2020, ਪਰ ਕੋਰਸ ਡਿਫਿਕਲਟ ਹੈ ਐਂਡ ਫੀਸ ਬਹੁਤ ਜ਼ਿਆਦਾ ਹੈ। ਕੀ ਮੈਂ ਕਿਸੇ ਡਿਪਲੋਮੇ ਦੇ ਵਿੱਚ ਚੇਂਜ ਕਰਵਾ ਸਕਦਾ ਕਿ ਪ੍ਰੋਸੀਜਰ ਹੈ ਜੀ ਚੇਂਜ ਕਰਨ ਦਾ? ਜੇ ਤੁਸੀਂ ਮਾਸਟਰਸ ਕਰਦੇ ਹੋ ਜੀ, ਤੁਸੀਂ ਸਿੱਧਾ ਡਿਪਲੋਮੇ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ। ਜੇ ਡਿਪਲੋਮੇ 'ਚ ਐਡਮਿਸ਼ਨ ਲਓਗੇ ਤਾਂ ਤੁਹਾਨੂੰ ਮਾਸਟਰ ਦੀ ਕਨਫਰਮੇਸ਼ਨ ਆਫ ਐਨਰੋਲਮੈਂਟ ਹੈ ਜਿਹੜੀ ਉਹ ਮੇਨਟੇਨ ਕਰਨੀ ਪੈਣੀ ਆ। ਜੇ ਤੁਹਾਨੂੰ ਇਹ ਕੋਰਸ ਔਖਾ ਲੱਗਦਾ, ਤੁਹਾਡੇ ਤੋਂ ਫੀਸ ਨਹੀਂ ਦਿੱਤੀ ਜਾਂਦੀ, ਤੁਹਾਡੇ ਕੋਲ 2-3 ਆਪਸ਼ਨਸ ਨੇ। ਪਹਿਲੀ ਆਪਸ਼ਨ ਤਾਂ ਇਹ ਆ ਵੀ ਤੁਸੀਂ ਕੋਰਸ ਨੂੰ ਅਜੇ ਡੈਫਰ ਕਰਵਾ ਲਓ ਹਾਰਡਸ਼ਿਪ ਸ਼ੋ ਕਰਕੇ। ਜੇ ਤੁਹਾਡੇ ਯੂਨੀਵਰਸਿਟੀ ਵਾਲੇ ਮੰਨਦੇ ਨੇ ਤਾਂ ਤੁਸੀਂ ਜਦੋਂ ਤੁਹਾਡੇ ਕੋਲ ਕੰਮ ਹੋਊਗਾ ਫੀਸ ਦੇ ਸਕਦੇ ਹੋਵੋਗੇ, ਤੇ ਤੁਸੀਂ ਰੈਡੀ ਹੋ ਇਹ ਕੋਰਸ ਕਰਨ ਲਈ, ਫਿਰ ਇਹ 6 ਮਹੀਨੇ ਬਾਅਦ ਵੀ ਸਟਾਰਟ ਕੀਤਾ ਜਾ ਸਕਦਾ। ਦੂਜੀ ਆਪਸ਼ਨ ਕੀ ਆ, ਜੇ ਤੁਹਾਨੂੰ 6 ਮਹੀਨੇ ਪਰ ਅਜੇ 6 ਮਹੀਨੇ ਤੁਹਾਨੂੰ ਹੋਏ ਨਹੀਂ, ਤੁਸੀਂ 6 ਮਹੀਨੇ ਤੋਂ ਪਹਿਲਾਂ ਕੋਰਸ ਚੇਂਜ ਨਹੀਂ ਕਰ ਸਕਦੇ। ਜਦੋਂ ਇੱਕ ਟਰਮ ਪੂਰੀ ਹੋ ਜਾਂਦੀ ਹੈ, ਕੋਸ਼ਿਸ਼ ਕਰਿਓ
ਵੀ ਜੇ 4 ਸਬਜੈਕਟ ਆ ਤਾਂ ਵੱਧ ਤੋਂ ਵੱਧ ਕਲੀਅਰ ਕਰਿਓ, ਫੀਸ ਤਾਂ ਦੇ ਹੀ ਦਿੱਤੀ, ਇਹ ਨਾ ਹੋਵੇ ਸਾਰਿਆਂ 'ਚ ਫੇਲ ਹੋ ਜਾਓ ਫਿਰ ਨਵੀਂ ਯੂਨੀਵਰਸਿਟੀ ਜਾਣਾ। ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ, ਸੌਖੀ ਮਾਸਟਰਸ ਲੈ ਕੇ ਜਿਹਦੀ ਘੱਟ ਫੀਸ ਆ, ਪਰਥ ਦੇ ਵਿੱਚ ਹੀ ਇਹਦੇ ਪੈਰਲਲ ਕੰਕਰੈਂਟ ਜਿਹਨੂੰ ਆਪਾਂ ਕਹਿੰਦੇ ਆ ਕੋਈ ਟ੍ਰੇਡ ਕੋਰਸ ਕਰ ਸਕਦੇ ਹੋ। ਪਰ ਮਾਸਟਰ ਡਿਗਰੀ ਕੰਪਲੀਟ ਕਰਨ ਨੂੰ ਮੈਂ ਤਾਂ ਕਹਿੰਦਾ ਕਿਉਂਕਿ ਇਹ ਕੰਪਲੀਸ਼ਨ ਤੋਂ ਬਾਅਦ ਤੁਹਾਨੂੰ 3 ਸਾਲ ਫੁੱਲ ਟਾਈਮ ਵਰਕ ਰਾਈਟ ਮਿਲਣੇ ਆ। ਜਿਹੜਾ ਪੈਰਲਲ ਟ੍ਰੇਡ ਕੋਰਸ ਕੀਤਾ ਹੋਊ ਉਹਦੇ ਬੇਸ ਤੇ ਵੀ ਤੁਸੀਂ ਆਪਣੀ PR ਪਾ ਸਕਦੇ ਹੋ ਤੇ ਮਾਸਟਰਸ ਦੇ 15 ਪੁਆਇੰਟ ਆ ਜਿਹੜੇ ਕਲੇਮ ਕਰ ਸਕਦੇ ਹੋ ਟੁਵਰਡਸ ਪਰਮਾਨੈਂਟ ਮਾਈਗ੍ਰੇਸ਼ਨ। ਹਾਂਜੀ ਬਾਈ ਜੀ। ਜੋਬਨ ਨਿਸ਼ੋਰਾ ਜੁੜਿਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪੁੱਛਣਾ ਸੀ ਕਿ ਇੰਡੀਆ ਵਿੱਚ ਏਜੰਟ ਕਹਿ ਰਹੇ ਕਿ ਆਸਟ੍ਰੇਲੀਆ ਲੈਵਲ 2 ਚ ਹੋ ਜਾਣਾ, ਇਸ ਚ ਕਿੰਨੀ ਕੁ ਸੱਚਾਈ ਹੈ, ਦੱਸੋ ਜੀ। ਹਾਂ, ਇਹਦਾ ਕੁਐਸਚਨ ਇਹ ਹੋਣਾ ਚਾਹੀਦਾ ਜੀ ਇੰਡੀਆ ਲੈਵਲ 2 ਚ ਹੋ ਜਾਣਾ, ਹਜੇ ਹੋਇਆ ਨਹੀਂ ਜੀ। ਇੰਡੀਆ ਦਾ ਲੈਵਲ 3 ਹੋਈ ਆ ਮਾਰਚ ਦੇ ਅਪਡੇਟ ਤੋਂ ਬਾਅਦ ਵੀ। ਜਿਹੜੇ ਇਹ ਏਜੰਟ ਕਹਿ ਰਹੇ ਨੇ ਦੈਟਸ ਕੰਪਲੀਟ ਕ੍ਰੈਪ, ਝੂਠ ਬੋਲ ਰਿਹਾ ਉਹ, ਤੇ ਸਾਡੇ ਕੋਲ ਇਨਫੋਰਮੇਸ਼ਨ ਨਹੀਂ, ਉਹਨਾਂ ਕੋਲ ਵੀ ਕਿੱਥੋਂ ਜਾਣੀ ਹੈ ਫਿਰ। ਠੀਕ ਹੈ, ਹਜੇ ਲੈਵਲ 2 ਲੈਵਲ 3 ਹੋਈ ਹੈ ਇੰਡੀਆ ਦਾ, ਕੋਈ ਲੈਵਲ 2 ਨਹੀਂ ਹੋਇਆ। ਆਉਣ ਵਾਲੇ ਸਮੇਂ ਜਦੋਂ ਲੈਵਲ 2 ਹੋਊਗਾ ਤਾਂ ਤੁਹਾਨੂੰ ਦੱਸਾਂਗੇ। ਹਾਂਜੀ ਬਾਈ। ਅਵਿੰਦਰ ਕੌਰ ਪੁੱਛ ਰਿਹਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ, ਆਈ ਐਮ ਔਨ ਸਟੂਡੈਂਟ ਵੀਜ਼ਾ ਡੂਇੰਗ MBA ਗਲੋਬਲ ਇਨ ਪਰਥ ਐਂਡ ਮਾਈ ਵੀਜ਼ਾ ਇਜ਼ ਗੋਇੰਗ ਟੂ ਐਕਸਪਾਇਰ ਇਨ ਮਾਰਚ 2021। ਸਰ, ਮੈਂ ਇਹ ਪੁੱਛਣਾ ਸੀ ਕਿ ਮੈਂ TR ਕਦੋਂ ਅਪਲਾਈ ਕਰ ਸਕਦੀ ਹਾਂ ਐਂਡ what are the requirements, and ਕੀ ਮੈਂ ਆਪਣੇ ਹਸਬੈਂਡ ਦੀ ਵੀ TR ਨਾਲ ਅਪਲਾਈ ਕਰ ਸਕਦੀ ਹਾਂ। ਐਕਚੁਅਲੀ ਮਾਈ ਹਸਬੈਂਡ ਇਜ਼ ਇਨ ਇੰਡੀਆ and we are waiting for the response on our combined visa from last 7 months, and before that he got 2 rejections. ਓਕੇ ਜੀ, ਹੁਣ ਆ ਦੇਖੋ ਜੀ, ਹੁਣ ਇਹਨਾਂ ਦੀ ਜਿਹੜੀ ਫਾਈਲ ਆ ਮਿਸ ਹੈਂਡਲ ਹੋਈ ਹੋਈ ਹੈ। 2 ਰਿਵੀਜ਼ਨਾਂ, ਫਿਰ ਫਾਸਟ ਟਰੈਕ। ਇੱਕ ਇਹਨਾਂ ਦੀ ਆਪਣੀ ਐਪਲੀਕੇਸ਼ਨ, 2 ਇਹਨਾਂ ਦੇ ਹਸਬੈਂਡ ਦੀ ਐਪਲੀਕੇਸ਼ਨ, 3 ਚੌਥੀ ਇਹਨਾਂ ਨੇ ਫਿਰ ਕੰਬਾਈਨਡ ਪਾਈ। ਪੈਸੇ ਤੁਸੀਂ ਆਪ ਦੇਖ ਲਿਓ ਕਿੰਨੇ ਖਰਾਬ ਹੋ ਜਾਣੇ। ਠੀਕ ਹੈ, ਹੁਣ ਜਿਹੜੀ ਤਾਂ ਤੁਸੀਂ ਗੱਲ ਕੀਤੀ ਆ ਵੀ TR ਦੀ ਰਿਕੁਆਇਰਮੈਂਟ ਕੀ ਆ, ਉਹ ਚੈੱਕ ਲਿਸਟ ਜੇ ਤੁਸੀਂ ਸਾਨੂੰ ਮੇਲ ਕਰੋਗੇ ਅਸੀਂ ਤੁਹਾਨੂੰ ਭੇਜ ਦਾਂਗੇ। ਤੁਹਾਨੂੰ ਐਗਰੀਮੈਂਟ ਸਾਈਨ ਕਰਨਾ ਪੈਣਾ ਸਾਡੇ ਨਾਲ। ਮੇਨ ਰਿਕੁਆਇਰਮੈਂਟ ਕੀ ਆ, ਤੁਹਾਡੀ ਮਾਸਟਰਸ ਕੰਪਲੀਟ ਹੋਣੀ ਚਾਹੀਦੀ ਆ, 6 ਬੈਂਡ ਤੁਹਾਡੇ ਕੋਲ ਚਾਹੀਦੇ ਆ, ਉਹ ਪਿਛਲੇ ਐਕਸਪਾਇਰ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡਾ ਇੰਗਲਿਸ਼ ਦਾ ਸਕੋਰ ਆ, ਚਾਹੇ PTE ਹੋਵੇ ਚਾਹੇ IELTS ਹੋਵੇ। ਪਹਿਲਾਂ TR ਟੈਂਪਰੇਰੀ ਰੈਜ਼ੀਡੈਂਸ ਤੁਹਾਡੀ ਅਪਲਾਈ ਹੋਊਗੀ, 2 ਮਹੀਨੇ ਦੇ ਵਿੱਚ ਵੀ ਉਹ ਗ੍ਰਾਂਟ ਹੋ ਸਕਦੀ ਆ। ਵਾਂਸ ਤੁਹਾਨੂੰ ਟੈਂਪਰੇਰੀ ਰੈਜ਼ੀਡੈਂਸ ਮਿਲ ਗਈ, ਫਿਰ ਤੁਸੀਂ ਆਪਣੇ ਹਸਬੈਂਡ ਦੀ ਟੈਂਪਰੇਰੀ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ। ਤੁਹਾਡੇ ਕੇਸ ਦੇ ਵਿੱਚ ਇਹੀ ਇੱਕੋ ਇੱਕ ਰਾਹ, ਜੇ ਤੁਹਾਡੀ ਪੜ੍ਹਾਈ ਕੰਪਲੀਟ ਹੋ ਗਈ, ਜਿਹੜੀ ਤੁਸੀਂ ਕੰਬਾਈਨਡ ਐਪਲੀਕੇਸ਼ਨ ਲਾਈ ਹੋਈ ਆ ਉਹਨੂੰ ਵਿਦਡਰਾ ਕਰ ਲਓ। ਪੜ੍ਹਾਈ ਕੰਪਲੀਟ ਹੋਣ ਤੋਂ ਬਾਅਦ ਜੇ ਤੁਹਾਡੇ ਕੋਲ ਵੈਲਿਡ ਸਟੂਡੈਂਟ ਵੀਜ਼ਾ ਹੋਊਗਾ, ਉਦੋਂ ਹੀ ਤੁਸੀਂ ਟੈਂਪਰੇਰੀ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ। ਤੁਹਾਡੇ ਮੈਸੇਜ ਤੋਂ ਮੈਨੂੰ ਇਹ ਲੱਗਦਾ ਵੀ ਤੁਹਾਡੀ ਜਿਹੜੀ ਪੜ੍ਹਾਈ ਆ ਉਹ ਦਸੰਬਰ ਦੇ ਵਿੱਚ ਮੁੱਕੂਗੀ 2020 ਚ। ਉਹ ਕੰਪਲੀਸ਼ਨ ਤੋਂ ਬਾਅਦ ਹੀ ਤੁਸੀਂ ਪਾ ਸਕਦੇ ਹੋ। ਉਨੀ ਦੇਰ ਜੇ ਤੁਸੀਂ ਵੇਟ ਕਰਨੀ ਆ ਉਸ ਐਪਲੀਕੇਸ਼ਨ ਦੀ, ਸਟੂਡੈਂਟ ਵੀਜ਼ਾ ਜਿਹੜੀ ਕੰਬਾਈਨਡ ਲੱਗੀ ਆ ਉਹਦੀ ਕਰ ਸਕਦੇ ਹੋ। ਪਰ ਜਦੋਂ ਪੜ੍ਹਾਈ ਕੰਪਲੀਟ ਹੋ ਗਈ ਉਹਨੂੰ ਵਿਦਡਰਾ ਕਰ ਲਿਓ, ਜਦੋਂ ਡਿਸੀਜਨ ਨਾ ਆਇਆ ਕਿ ਨਵੀਂ ਰਿਫਿਊਜ਼ਲ ਨਾ ਲਈ ਜਾਵੇ। ਹਾਂਜੀ ਬਾਈ ਜੀ। ਨਿਸ਼ਾਨ ਸਿੰਘ ਜੁੜਿਆ ਜੀ, ਸਤਿ ਸ਼੍ਰੀ ਅਕਾਲ, ਬੁਲਾ ਰਿਹਾ। ਕਹਿੰਦੇ ਮੇਰੀ ਵਾਈਫ ਨੇ BCA ਕੀਤੀ ਹੈ 2019 ਚ 65%। ਉਸ ਤੋਂ ਬਾਅਦ ਕਹਿੰਦੇ 2 ਵਾਰੀ IELTS ਦਾ ਟੈਸਟ ਦਿੱਤਾ ਬਟ ਬੈਂਡ ਨਹੀਂ ਆਏ। PTI ਚੋਂ 57 ਸਕੋਰ, ਓਵਰਆਲ 6 ਆ ਜੀ, ਤੇ ਮੈਰਿਜ 10 ਮੰਥ ਓਲਡ ਆ ਜੀ। ਦੇਖੋ ਜੀ, ਇਸ ਵੇਲੇ ਤਾਂ ਸਟੈਂਡ ਸਟਿਲ ਹੀ ਕਹਿ ਸਕਦਾ ਸਟੂਡੈਂਟ ਵੀਜ਼ਾਸ, ਹਜੇ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਜੁਲਾਈ ਬੈਚ ਤਾਂ ਮੈਂ ਪੱਕਾ ਕਹਿ ਸਕਦਾ ਓਵਰਸੀਜ਼ ਐਪਲੀਕੈਂਟ ਲਈ ਆਲਮੋਸਟ ਗਿਆ। ਜਿਹੜਾ ਸਪਟੈਂਬਰ ਤੋਂ ਨਵੰਬਰ ਇਨਟੇਕ ਆ ਉਹ ਵੀ ਇਦਾਂ ਹੀ ਲੱਗਦਾ ਵੀ ਇਹਦੇ ਵਿੱਚ ਰਿਸਟ੍ਰਿਕਸ਼ਨਸ ਈਜ਼ ਆਫ ਨਹੀਂ ਹੋਣੀਆਂ। ਸਰਕਾਰ ਇੱਕ ਨਵੀਆਂ ਆਪਸ਼ਨਸ ਐਕਸਪਲੋਰ ਕਰ ਰਹੀ ਆ, ਕੋਈ ਆਨਲਾਈਨ ਸਟੱਡੀ ਜਾਂ ਕੋਈ ਇਦਾਂ ਦੀਆਂ, ਉਹਦੇ ਵਿੱਚ ਲੈਜਿਸਲੇਸ਼ਨ ਚੇਂਜਸ ਨੇ, ਉਹ ਜਿਹੇ ਆਉਣ ਵਾਲੇ ਸਮੇਂ ਦੇ ਵਿੱਚ ਕੰਸੀਡਰ ਕਰੂਗੀ ਕਿਉਂਕਿ ਸਰਕਾਰ ਦੀਆਂ ਪ੍ਰਾਇੋਰਟੀਜ਼ ਹੋਰ ਨੇ। ਇਨ ਦਾ ਮੀਨ ਟਾਈਮ ਇਹੀ ਕਹੂੰਗਾ PTE ਦਾ ਸਕੋਰ ਆ ਜਿਹੜਾ ਉਹ ਇੰਪਰੂਵ ਕਰ ਸਕਦੇ ਹੋ ਤੁਸੀਂ। ਪਲੱਸ ਜੇ 2019 ਚ BCA ਕੀਤੀ ਆ ਉਹਨਾਂ ਦਾ ਗੈਪ ਆ ਜਿਹੜਾ ਆਲਰੇਡੀ ਬਣ ਚੁੱਕਿਆ। ਕੋਈ ਇੰਪਲੋਇਮੈਂਟ ਚਾਹੀਦੀ ਆ, ਜਦੋਂ ਬੈਂਕ 'ਚ ਸੈਲਰੀ ਆਵੇ ਜਾਂ GPF ਉਹਨਾਂ ਦਾ ਕੱਟਿਆ ਜਾਵੇ, ਫੇਰ ਹੀ ਫਾਈਲ ਸਟਰੋਂਗ ਬਣਨੀ ਹੈ। ਹਾਂਜੀ ਬਾਈ। ਹਾਂ, ਹਰਦੀਪ ਸਿੰਘ ਜੁੜਿਆ, ਕਹਿੰਦੇ ਭਾਜੀ ਮੈਂ 491 ਆਫਸ਼ੋਰ ਲੌਸ ਕੀਤਾ ਹੋਇਆ, ਸਟਿਲ ਵੇਟਿੰਗ। ਐ ਨਹੀਂ ਦੱਸਿਆ ਕਦੋਂ ਕੀਤਾ। ਸਬਰ ਰੱਖੋ ਜੀ, ਆ ਜਾਊਗਾ। ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈਗੀ ਵੀ ਜੇ ਤੁਹਾਡਾ ਸਾਰਾ ਕੁਝ ਜੈਨੂਅਨ ਆ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਹਾਂਜੀ ਜੀ ਜੀ।
ਸੰਦੀਪ ਕੌੜਾ ਬਾਈ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਸਰਬੱਤ ਦੇ ਭਲੇ ਦੀ ਅਰਦਾਸ ਹੈ ਜੀ। ਕਹਿੰਦੇ ਅਸੀਂ ਡਾਕਟਰ ਤੇ ਨਰਸਾਂ ਦੀ ਫ੍ਰੀ ਟੈਕਸ ਰਿਟਰਨ ਫਾਈਲ ਕਰ ਰਹੇ ਹਾਂ ਜੀ। ਸੋ ਬਹੁਤ ਵਧੀਆ ਜੀ, ਇਹ ਉੱਥੇ ਲੁਧਿਆਣਾ ਟੈਕਸ ਫਾਰਮ ਆ ਇਹਨਾਂ ਦੀ, ਤੇ ਡਾਕਟਰ ਤੇ ਨਰਸਿਸ ਦੀ ਹੈਲਪ ਕਰ ਰਿਹਾ। ਧੰਨਵਾਦ ਆ ਜੀ ਤੁਹਾਡਾ ਇਸ ਮਾੜੇ ਟਾਈਮ 'ਚ ਖੜਨ ਲਈ। ਸੋ ਅੱਗੇ ਬਲਜਿੰਦਰ ਮੀਤ ਜੁੜਿਆ ਜੀ। ਜਵੰਦਾ ਵੀਰ, ਸਾਡੀ ਟੂਰਿਸਟ ਵੀਜ਼ੇ ਦੀ ਫਾਈਲ ਐਮਬੈਸੀ ਵਿੱਚ 11 ਮਾਰਚ ਦੀ ਅੰਡਰ ਪ੍ਰੋਸੈਸ ਹੈ ਜੀ। ਆਫਲਾਈਨ ਕਿੰਨਾ ਕੁ ਵੇਟ ਹੋ ਸਕਦਾ? ਦੇਖੋ ਜੀ, ਜਿਹੜੀ ਮੇਰੇ ਕੋਲੇ ਇਨਫੋਰਮੇਸ਼ਨ ਆ, ਕਿਸੇ ਮੇਰੇ ਮਿੱਤਰ ਦਾ ਬੱਚਾ ਹੋਇਆ ਸੀ ਇੰਡੀਆ, ਸਿਟੀਜ਼ਨ ਆ, ਉਹ ਇੰਡੀਆ ਗਿਆ ਹੋਇਆ। ਉਹ ਬੱਚਾ ਵੀ ਆਟੋਮੈਟਿਕਲੀ ਸਿਟੀਜ਼ਨ ਹੋਊਗਾ ਜੇ ਆਸਟ੍ਰੇਲੀਅਨ ਸਿਟੀਜ਼ਨ ਦਾ। ਮੈਨੂੰ ਇਨਫੋਰਮੇਸ਼ਨ ਇਹ ਆਈ ਆ ਵੀ ਜਿਹੜੀ ਆਸਟ੍ਰੇਲੀਅਨ ਹਾਈ ਕਮਿਸ਼ਨ ਆ, ਲੋਕਡਾਊਨ ਕਰਕੇ ਉੱਥੇ ਕੰਮ ਨਹੀਂ ਹੋ ਰਿਹਾ ਦਿੱਲੀ 'ਚ। ਇਹ ਰੀਜ਼ਨ ਇੱਕ ਹੋ ਸਕਦਾ, ਕੋਈ ਆਫੀਸ਼ੀਅਲ ਇਨਫੋਰਮੇਸ਼ਨ ਨਹੀਂ ਹੈਗੀ, ਫੋਨ ਤੇ ਇਨਫੋਰਮੇਸ਼ਨ ਆਈ ਆ, ਠੀਕ ਹੈ, ਵੀ ਅਸੀਂ ਕੰਮ ਨਹੀਂ ਕਰ ਰਹੇ। ਜਿੰਨੀ ਦੇਰ ਬੈਨ ਨਹੀਂ ਖੁੱਲਦਾ, ਮੈਨੂੰ ਨਹੀਂ ਲੱਗਦਾ ਟੂਰਿਸਟ ਵੀਜ਼ਾ ਗ੍ਰਾਂਟ ਦਾ ਵੀ ਕੋਈ ਮਤਲਬ ਆ। ਇੱਕ ਮੈਂ ਦਰਸ਼ਕਾਂ ਨੂੰ ਹੋਰ ਚੀਜ਼ ਨਵੀਂ ਦੱਸ ਦਿੰਦਾ। ਮੇਰੇ ਇੱਕ ਕਲੀਗ ਨੇ ਕੰਬਾਈਨਡ ਐਪਲੀਕੇਸ਼ਨ ਪਾਈ ਬਾਈ ਜੀ। ਉਹ ਕੁੜੀ ਆਸਟ੍ਰੇਲੀਆ ਦੇ ਵਿੱਚ ਸੀ, ਉਹਦੇ ਹਸਬੈਂਡ ਇੰਡੀਆ ਦੇ ਵਿੱਚ ਸੀ। ਜਦੋਂ ਐਪਲੀਕੇਸ਼ਨ ਪਾਈ, ਕੇਸ ਆਫਿਸਰ ਨੇ ਮੈਸੇਜ ਕੀਤਾ ਕਿ ਅਸੀਂ ਪ੍ਰਾਇਮਰੀ ਐਪਲੀਕੈਂਟ ਨੂੰ ਵੀਜ਼ਾ ਗ੍ਰਾਂਟ ਕਰ ਰਹੇ ਹਾਂ, ਜਿਹੜਾ ਸੈਕੰਡਰੀ ਐਪਲੀਕੈਂਟ ਆ ਉਹਦੀ ਫਾਈਲ ਹੋਲਡ ਤੇ ਪਾ ਰਹੇ ਹਾਂ, ਕਿਉਂਕਿ ਕਰੰਟ ਕ੍ਰਾਈਸਿਸ ਦੇ ਵਿੱਚ ਸਾਨੂੰ ਨਹੀਂ ਲੱਗਦਾ ਵੀ ਉਹ ਇੱਥੇ ਆ ਸਕਦੇ ਆ। ਮੀਨਸ ਉਹੀ ਚੀਜ਼ ਹੋ ਰਹੀ ਆ। ਡਿਪੈਂਡੈਂਟ ਵੀਜ਼ੇ ਦੀਆਂ ਜਿਹੜੀਆਂ ਐਪਲੀਕੇਸ਼ਨ ਨੇ ਉਹ ਹੋਲਡ ਤੇ ਨੇ। ਹੁਣ ਜੇ ਇਕੱਠੀ ਵੀ ਲਾਉਂਦੇ ਆ ਤਾਂ ਕੇਸ ਆਫਿਸਰ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵੀ ਜਿਹੜਾ ਓਵਰਸੀਜ਼ ਐਪਲੀਕੈਂਟ ਆ ਉਹਨੂੰ ਠੰਡੇ ਬਸਤੇ 'ਚ ਪਾ ਲਓ, ਠੀਕ ਆ। ਇਸ ਕਰਕੇ ਜਿਹੜੇ ਆਉਣ ਵਾਲਾ ਸਮਾਂ ਇਹ ਬੜਾ ਕ੍ਰਿਟੀਕਲ ਆ। ਦੇਖ ਕੇ ਸਟੈਪ ਲਿਓ, ਐਵੇਂ ਪੈਸੇ ਨਾ ਖਰਾਬ ਕਰਿਓ। ਜੇ ਤੁਹਾਡਾ ਕੇਸ ਬਹੁਤ ਸਟਰੋਂਗ ਬਣਦਾ ਫੇਰ ਹੀ ਅਪਲਾਈ ਕਰਿਓ। ਹਾਂਜੀ ਬਾਈ ਜੀ। ਹਰਦੀਪ ਸਿੰਘ ਨੇ ਪੁੱਛਿਆ ਜੀ, ਕਹਿੰਦੇ ਕਰੋਨਾ ਨਾਲ ਆਫਸ਼ੋਰ ਲੌਜ ਵੀਜ਼ੇ ਵੀ ਅਫੈਕਟ ਹੋਣਗੇ? ਜਿਹੜੇ ਵੀਜ਼ੇ ਤੁਹਾਨੂੰ ਦੀ ਲੱਗਦਾ ਆਫਸ਼ੋਰ ਪੋਸਟ ਤੇ ਪ੍ਰੋਸੈਸ ਹੋਣੇ ਆ, ਜੇ ਦਿੱਲੀ 'ਚ ਪ੍ਰੋਸੈਸ ਹੋਣੇ ਤਾਂ ਬਿਲਕੁਲ ਹੋਣਗੇ। ਔਨਸ਼ੋਰ ਪ੍ਰੋਸੈਸਿੰਗ ਸੈਂਟਰ ਐਜ਼ ਇਟ ਇਜ਼ ਆਸਟ੍ਰੇਲੀਆ 'ਚ ਕੰਮ ਚੱਲ ਰਿਹਾ। ਹਾਂਜੀ ਬਾਈ। ਸੋਨੀਆ ਸ਼ਰਮਾ ਕਹਿੰਦੇ I must we want to live in Australia at any cost in the shape of hard work in any state. Please don't tell me to don't come at this age. So ਅਸੀਂ ਤਾਂ ਕਹਿੰਦੇ ਨਹੀਂ ਜੀ ਤੁਸੀਂ ਨਾ ਆਓ। ਪਹਿਲੀ ਗੱਲ ਤੁਸੀਂ ਏਜ ਨਹੀਂ ਦੱਸੀ ਹਜੇ, ਤੇ ਪਰ ਚਲੋ ਅਸੀਂ ਪੁੱਛਦੇ ਵੀ ਨਹੀਂ, ਪੁੱਛਣਾ ਵੀ ਨਹੀਂ ਚਾਹੀਦਾ, ਪਰ ਅਸੀਂ ਤਾਂ ਕਿਤੇ ਨਹੀਂ ਕਿਹਾ ਵੀ ਤੁਸੀਂ ਆਓ ਨਾ ਜੀ। ਜੇ ਹਾਰਡ ਵਰਕ ਕਰਨਾ, ਇਹਦਾ ਜਵਾਬ ਮੈਂ ਹਾਂਜੀ ਦਿੰਦਾ। ਇਹਦਾ ਜਵਾਬ ਮੈਂ ਤਾਂ ਇਰਾਦਾ ਪੱਕਾ ਬਹੁਤ ਜ਼ਿਆਦਾ ਆ ਤਾਂ ਆਉਣਾ ਚਾਹੀਦਾ। ਕੋਈ ਨਹੀਂ, ਜੇ ਤੁਹਾਡਾ ਇੰਨਾ ਪੱਕਾ ਇਰਾਦਾ, ਜੇ ਤੁਸੀਂ ਉਹੀ ਹੋ ਜਿਨ੍ਹਾਂ ਨੇ ਪਹਿਲਾਂ ਕਮੈਂਟ ਕੀਤਾ ਸੀ ਮੈਂ ਸਰਕਾਰੀ ਜੌਬ ਤੇ ਹਾਂ, ਤੁਹਾਨੂੰ ਸਲਾਹ ਲੈਣ ਦੀ ਲੋੜ ਨਹੀਂ ਸਾਡੇ ਤੋਂ। ਮੈਂ ਤਾਂ ਜਿੰਨੀ ਸਾਡੀ ਮੂੜ ਮੱਤ, ਜਿੰਨੀ ਤੁੱਛ ਬੁੱਧੀ ਦਾ ਰੱਬ ਨੇ ਦਿੱਤੀ ਆ, ਉਹਦੇ ਮੁਤਾਬਕ ਕਹਿ ਰਹੇ ਆ ਵੀ 33 ਸਾਲ ਤੋਂ ਬਾਅਦ ਆ ਕੇ ਜੇ ਤੁਸੀਂ ਇੱਥੇ ਦਾ ਕ੍ਰਾਈਟੇਰੀਆ ਫੁੱਲਫਿਲ ਨਹੀਂ ਕਰਦੇ, PhD ਮੈਂ ਪਹਿਲਾਂ ਹੀ ਦੱਸਤਾ ਕੰਸੈਸ਼ਨ ਆ ਜੇ ਤੁਸੀਂ ਉਹ ਕੀਤੀ ਹੈ। ਅਦਰਵਾਈਜ਼ ਐਟ ਐਨੀ ਕਾਸਟ ਆਉਣਾ ਜੀ ਮੋਰ ਦੈਨ ਵੈਲਕਮ। ਆਓ, ਮਿਹਨਤ ਕਰੋ, ਹੋ ਸਕਦਾ ਮਿਹਨਤ ਕਰਕੇ ਪੱਕੇ ਵੀ ਹੋ ਜਾਓ, ਪਰ ਫਿਰ ਸਲਾਹ ਨਾ ਸਾਡੇ ਤੋਂ ਮੰਗੋ ਜੇ ਇਰਾਦਾ ਬਣਾ ਹੀ ਲੈ। ਹਾਂ, ਇਰਾਦਾ ਬਣਾ ਲਿਆ ਤਾਂ ਆ ਜਾਓ ਜੀ। ਏਡੇ ਵੱਡੇ ਇਰਾਦਿਆਂ ਦੇ ਮੈਨੂੰ ਤਾਂ ਨੂੰ ਪਾੜ ਕੇ ਉੱਗੇ ਆਉਂਦੇ ਆ। ਜੇ ਸਨੀ ਬੂਟ ਪਾਲਿਸ਼ ਕਰਦਾ ਤੇ ਕਹਿੰਦੇ ਨਹੀਂ ਹੁੰਦੇ ਇੰਡੀਅਨ ਆਈਡਲ ਜਿੱਤ ਸਕਦਾ, ਤੇ ਇੱਕ ਪੜ੍ਹਾ ਲਿਖਿਆ ਬੰਦਾ ਜੇ ਇੰਨਾ ਪੱਕੇ ਇਰਾਦੇ ਵਾਲਾ ਤੇ ਹਾਰਡ ਵਰਕ ਤੋਂ ਨਹੀਂ ਭੱਜਦਾ, ਤੁਸੀਂ ਕੁਝ ਵੀ ਕਰ ਸਕਦੇ ਹੋ, ਅਸੀਂ ਤੁਹਾਨੂੰ ਹੌਸਲਾ ਹੀ ਦੇਵਾਂਗੇ, ਕੋਈ ਚੱਕਰ ਨਹੀਂ। ਤੇ ਤੇਜਪਾਲ ਜੁੜਿਆ, ਕਹਿੰਦੇ ਮਿੰਟੂ ਬਰਾੜ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਆਸਟ੍ਰੇਲੀਆ ਟੀਮ ਨੂੰ। ਤੇਜਰਾਮ ਸ਼ਰਮਾ ਪਾਤਰਾ ਪਟਿਆਲਾ, ਮੈਂ ਕਈ ਵਾਰ ਫੋਨ ਕੀਤਾ ਪਰ ਰਿਪਲਾਈ ਨਹੀਂ ਆਇਆ ਜੀ ਇਸ ਨੰਬਰ ਤੇ। ਵਿਜ਼ਟਰ ਵੀਜ਼ੇ ਤੇ ਸਿਡਨੀ ਆ। ਦੇਖੋ ਜੀ, ਨੰਬਰ ਜ਼ਿਆਦਾ ਤੁਸੀਂ ਗਲਤ ਤੇ ਕਾਲ ਕਰਦੇ ਹੋਣਗੇ। ਇਹ ਜਿਹਾ ਤਾਂ ਨਹੀਂ ਹੁੰਦਾ ਵੀ ਮੈਂ ਨਾ ਜਵਾਬ ਦੇਵਾਂ। 2 4 10 ਦਿਨ ਲੱਗ ਜਾਂਦੇ ਆ, ਪਰ ਮੈਂ ਹਰ ਨੰਬਰ ਨੂੰ ਰਿਪਲਾਈ ਜ਼ਰੂਰ ਕਰਦਾ। ਬਹੁਤ ਜ਼ਿਆਦਾ ਮੈਸੇਜ ਦੀ ਆਉਣ ਕਰਕੇ ਕਈ ਵਾਰੀ ਰਹਿ ਗਿਆ, ਹੁਣ ਮਾਫੀ ਚਾਹੁੰਦੇ ਆ, ਪਰ ਕੋਈ ਗੱਲ ਨਹੀਂ ਜੀ। ਤੁਸੀਂ ਜਿਹੜਾ ਵੀ ਹੋਇਆ ਸ਼ੋਅ ਤੋਂ ਬਾਅਦ ਕਾਲ ਕਰ ਲਿਓ, ਕੋਈ ਨਹੀਂ। ਜੇ ਇਹਨਾਂ ਨੇ ਮੈਨੂੰ ਇੱਕ ਮਿੰਟ ਜੀ, ਜੇ ਇਹਨਾਂ ਨੇ ਮੈਨੂੰ ਫੋਨ ਕੀਤੀ ਹੈ, ਮੇਰਾ WhatsApp ਪੱਕਾ ਸਾਇਲੈਂਟ ਤੇ ਹੈ ਜੀ। ਮੇਰੀ ਮਜਬੂਰੀ ਬਣ ਚੁੱਕੀ ਹੈ, ਮੇਰੇ ਤੋਂ ਕਾਲ ਅਟੈਂਡ ਨਹੀਂ ਹੁੰਦੀ, ਇਸੇ ਕਰਕੇ ਇੱਥੇ ਮੇਰਾ ਨੰਬਰ ਨਹੀਂ ਰਿਫਲੈਕਟ ਹੁੰਦਾ। ਈਮੇਲ ਕਰੋ। ਸੌਰੀ ਆ, ਮਜਬੂਰੀ ਹੈ। ਹਾਂਜੀ ਹਾਂਜੀ, ਉਹ ਤਾਂ ਉਹਨਾਂ ਦਾ ਦੁਬਾਰਾ ਆ ਗਿਆ ਕੋਲ ਜੋ। ਅੱਛਾ ਨਹੀਂ, ਉਹਨਾਂ ਨੇ ਕਿਹਾ ਫਰਵਰੀ ਇਨਟੇਕ ਜੌਬ ਵੀ ਨਹੀਂ ਹੈ ਕਿ ਮੈਂ ਆਪਣਾ ਕੋਰਸ। ਅੱਛਾ, ਇਹ ਤਾਂ ਉਹ ਦੁਬਾਰਾ ਆ ਗਿਆ ਜੀ। ਅਸੀਂ ਉਹਨਾਂ ਨੂੰ ਕਰ ਚੁੱਕੇ ਹਾਂ ਲਵਪ੍ਰੀਤ ਨੂੰ ਜਵਾਬ ਇਸ ਚੀਜ਼ ਦਾ। ਨਵਲਦੀਪ ਜੁੜੇ ਆਪਣੇ ਜੀ। ਨਵਲਦੀਪ ਸਿੰਘ ਸਿੱਧੂ ਕਹਿੰਦੇ ਸਤਿ ਸ਼੍ਰੀ ਅਕਾਲ ਮਾਮਾ ਜੀ ਐਂਡ ਬਾਈ ਜੀ। ਜਿਹੜੇ ਟੈਂਪਰੇਰੀ ਰੈਜ਼ੀਡੈਂਟ ਇੰਡੀਆ ਰਹਿ ਗਏ ਬਟ ਅਜੇ ਵੀਜ਼ਾ ਪਿਆ ਹੋਇਆ, ਉਹਨਾਂ ਵਾਸਤੇ ਕੀ ਆਪਸ਼ਨ ਨੇ?
ਉਹਨਾਂ ਲਈ ਜੀ ਸਰਕਾਰ ਨਾਲ, ਜਿਵੇਂ ਮੈਂ ਪਹਿਲਾਂ ਦੱਸਿਆ, ਮੱਥਾ ਲਾਇਆ ਹੋਇਆ, ਪਟੀਸ਼ਨਾਂ ਵੀ ਚੱਲ ਰਹੀਆਂ ਨੇ ਵੀ ਰਿਲੈਕਸ ਕਰੋ। ਜਦੋਂ ਰਿਸਟ੍ਰਿਕਸ਼ਨਸ ਰਿਲੈਕਸ ਹੁੰਦੀਆਂ ਨੇ ਫਿਰ ਉਹ ਇੱਥੇ ਆ ਸਕਦੇ ਆ। ਅਜੇ ਤਾਂ ਇਨ ਪ੍ਰੋਸੈਸ ਹੀ ਕਹਿ ਸਕਦੇ ਹਾਂ ਜੀ, ਹਜੇ ਕੋਈ ਖੁਸ਼ੀ ਦੀ ਲਹਿਰ ਜਾਂ ਕੋਈ ਖੁਸ਼ੀ ਦੀ ਖਬਰ ਉਹਨਾਂ ਵਾਸਤੇ ਨਹੀਂ ਹੈਗੀ। ਸਤਵਿੰਦਰ ਸਿੰਘ ਜੁੜਿਆ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮੈਂ ਐਨਟੀ ਦੀ ਨੋਮੀਨੇਸ਼ਨ ਨਾਰਥਰਨ ਟੈਰੀਟਰੀ ਦੀ ਕਹਿ ਰਹੇ ਹੋਣਗੇ, ਨੋਮੀਨੇਸ਼ਨ ਮੋਰ ਦੈਨ 2 ਮੰਥਸ ਪਹਿਲਾਂ ਅਪਲਾਈ ਕੀਤੀ ਸੀ ਤੇ ਇਹ ਹਾਲੇ ਤੱਕ ਕੋਈ ਰਿਪਲਾਈ ਨਹੀਂ ਆਇਆ। ਰਿਪਲਾਈ ਕਦੋਂ ਤੱਕ ਆ ਸਕਦਾ ਜੀ? ਧੰਨਵਾਦ। ਇਹ ਪੁੱਛ ਰਹੇ ਆ ਜੀ ਸਾਨੂੰ ਸਤਵਿੰਦਰ ਸਿੰਘ। ਸਬਰ ਰੱਖੋ ਜੀ, ਕਈ ਵਾਰੀ 12 ਹਫ਼ਤੇ ਵੀ ਲੱਗ ਸਕਦੇ ਆ ਇਸ ਚੀਜ਼ ਲਈ। ਜੇ ਤੁਸੀਂ ਬਾਹਲੀ ਗੱਲ ਆ, ਉਹਨਾਂ ਨੇ ਕਟਸੀ ਈਮੇਲ ਕਰਕੇ ਦੇਖ ਲਓ, ਤੁਹਾਨੂੰ ਜਵਾਬ ਦੇ ਦੇਣਗੇ ਵੀ ਕਿਉਂ ਡਿਲੇ ਹੋ ਰਿਹਾ। ਹਾਂਜੀ ਬਾਈ ਜੀ। ਵਿਸ਼ਾਲ ਸ਼ਰਮਾ ਸਰ ਜੀ, ਨਾਓ ਦੇ ਟਾਈਮ ਡਿਪੈਂਡੈਂਟ ਵੀਜ਼ਾ ਅਪਲਾਈ ਹੋ ਸਕਦਾ? ਜੇ ਹੋ ਸਕਦਾ ਤਾਂ ਕਿੰਨਾ ਟਾਈਮ ਲੱਗੂ ਵੀਜ਼ਾ ਆਉਣ ਤੇ? ਡਿਪੈਂਡੈਂਟ ਵੀਜ਼ਾ ਬਿਲਕੁਲ ਅਪਲਾਈ ਹੋ ਸਕਦਾ। ਜਿਹੜਾ ਦੂਜੇ ਕੁਐਸਚਨ ਦਾ ਆਨਸਰ ਆ, ਮੈਨੂੰ ਵੀ ਨਹੀਂ ਪਤਾ ਕਿੰਨਾ ਟਾਈਮ ਲੱਗੂਗਾ, ਕਿਉਂਕਿ ਇਮੀਗ੍ਰੇਸ਼ਨ ਦੱਸ ਨਹੀਂ ਰਹੀ। ਹਾਂਜੀ ਚਲੋ, ਸਤਵਿੰਦਰ ਸਿੰਘ ਦਾ ਦੁਬਾਰਾ ਆ ਗਿਆ। ਸਚਿਨ ਸ਼ਰਮਾ, ਗੁੱਡ ਮਾਰਨਿੰਗ। ਪੇਂਡੂ ਆਸਟ੍ਰੇਲੀਆ ਆਨਲਾਈਨ ਨਰਸਿੰਗ ਕੋਰਸ ਲਾਈਕ ਗ੍ਰੈਜੂਏਟ ਸਰਟੀਫਿਕੇਟ ਇਨ ਨਰਸਿੰਗ, ਗ੍ਰੈਜੂਏਟ ਡਿਪਲੋਮਾ ਇਨ ਨਰਸਿੰਗ ਵਿੱਚ ਰਜਿਸਟ੍ਰੇਸ਼ਨ ਦੇ ਰਹੇ ਨੇ। ਜੇ ਇਹ ਬਸ ਪੈਸੇ ਇਕੱਠੇ ਕਰਕੇ ਸਟੂਡੈਂਟ ਤੋਂ ਲਾਈਕ ਇੰਟਰਨੈਟ ਸਕੂਲ ਆਫ ਸਟੱਡੀਜ਼ ਇੰਸਟੀਚਿਊਟ, ਪਲੀਜ਼ ਰਿਪਲਾਈ। ਰੋਕੀ ਭਾਜੀ ਇਹਨਾਂ ਨੇ ਪੁੱਛਿਆ ਜੀ ਨਰਸਿੰਗ ਵਾਲਾ ਕੁਐਸਚਨ। ਗ੍ਰੈਜੂਏਟ ਸਰਟੀਫਿਕੇਟ ਇਨ ਨਰਸਿੰਗ ਜਾਂ ਗ੍ਰੈਜੂਏਟ ਡਿਪਲੋਮਾ ਇਨ ਨਰਸਿੰਗ, ਇਹਦੇ ਨਾਲ ਰਜਿਸਟ੍ਰੇਸ਼ਨ ਨਹੀਂ ਹੁੰਦੀ। ਨਾ ਤੁਸੀਂ ਇੱਥੇ ਐਨਰੋਲਡ ਨਰਸ ਬਣ ਸਕਦੇ ਹੋ ਜਾਂ ਤੁਸੀਂ ਰਜਿਸਟਰਡ ਨਰਸ ਬਣ ਸਕਦੇ ਹੋ। ਇਹ ਕਰਕੇ ਟੁਵਰਡਸ ਫਰਦਰ ਸਟੱਡੀਜ਼, ਜੇ ਮਾਸਟਰਸ ਕਰਨੀ ਆ ਜਾਂ ਤੁਸੀਂ ਕੋਈ ਹੋਰ ਸਟੱਡੀ ਕਰਨੀ ਆ, ਜਿਹੜੇ ਸਬਜੈਕਟ ਤੁਸੀਂ ਪੜ੍ਹੇ ਆ ਉਹਦੇ ਕ੍ਰੈਡਿਟ ਜ਼ਰੂਰ ਮਿਲ ਸਕਦੇ ਆ। ਹੋਰ ਇਹਦਾ ਕੋਈ ਖਾਸ ਫਾਇਦਾ ਨਹੀਂ ਹੈਗਾ ਜੀ। ਹਾਂਜੀ ਬਾਈ ਜੀ। ਨਿਸ਼ਾਨ ਸਿੰਘ ਦਾ ਜਵਾਬ ਦੇਤਾ ਜੀ ਅਸੀਂ। ਹਾਂਜੀ, ਗੁਰਸੇਵਕ ਸਿੰਘ ਭਾਜੀ, me my wife came to India for marriage in February. I am Australian PR and my wife Australian student studying in Melbourne. Seems like flights are not gone open for a while for student yet, but it's fine for me to travel to Australia. Should I lodge her offshore PR file for her, or should I wait to let her get back to Australia? ਇਹ ਤੁਹਾਡਾ ਪਰਸਨਲ ਡਿਸੀਜਨ ਹੈ ਜੀ, ਪਰ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਦਿੰਦਾ। ਜਿਹੜੀ ਪਾਰਟਨਰ ਵੀਜ਼ੇ ਦੀ ਫਾਈਲ ਜਦੋਂ ਆਫਸ਼ੋਰ ਤੋਂ ਲੱਗਦੀ ਆ ਤੇ ਜਿਹੜੀ ਔਨਸ਼ੋਰ ਲੱਗਦੀ ਆ, ਆਫਸ਼ੋਰ ਵਾਲੀ ਪਹਿਲਾਂ ਪ੍ਰੋਸੈਸ ਹੁੰਦੀ ਹੈ। ਉਹਦੇ ਜਿਹੜਾ ਟਾਈਮ ਪੀਰੀਅਡ ਆ ਹੁਣ ਤੱਕ ਘੱਟ ਸੀਗਾ। ਆਉਣ ਵਾਲੇ 4-5 ਮਹੀਨੇ ਜਾਂ 4 ਕੁ ਮਹੀਨੇ ਮੈਨੂੰ ਨਹੀਂ ਲੱਗਦਾ ਵੀ ਇੰਨੀ ਛੇਤੀ ਰਿਲੈਕਸ ਹੋਣਗੀਆਂ ਰਿਸਟ੍ਰਿਕਸ਼ਨ। ਪਰ ਜੇ ਉਹਨਾਂ ਕੋਲ ਸਟੂਡੈਂਟ ਵੀਜ਼ਾ, ਮੇ ਬੀ ਸਰਕਾਰ ਜੇ ਟੈਂਪਰੇਰੀ ਵੀਜ਼ਾ ਹੋਲਡਰ, ਸਟੂਡੈਂਟ ਤੇ ਟੈਂਪਰੇਰੀ ਵੀਜ਼ਾ ਹੋਲਡਰ ਜਿਹੜੇ ਇੰਪਲੋਇਮੈਂਟ ਵੀਜ਼ਾਜ਼ ਨੇ ਜਾਂ 485 ਨੇ, ਜੇ ਉਹਨਾਂ ਨੂੰ ਰਿਲੈਕਸ ਕਰਦੀ ਆ ਤਾਂ ਸ਼ਾਇਦ ਉਹਨਾਂ ਨੂੰ ਆਉਣ ਦੀ ਜਿਹੜੀ ਇਜਾਜ਼ਤ ਆ ਉਹ ਮਿਲ ਜਾਵੇ। ਤੁਸੀਂ ਥੋੜਾ ਜਿਹਾ ਵੇਟ ਕਰ ਲਓ, ਪਰ ਡਾਕੂਮੈਂਟ ਰੈਡੀ ਕਰਕੇ ਰੱਖੋ ਪਾਰਟਨਰ ਵੀਜ਼ੇ ਦੇ। ਉਹ ਕਾਫੀ ਐਕਸਟੈਂਸਿਵ ਫਾਈਲ ਹੁੰਦੀ ਆ, ਬਹੁਤ ਜ਼ਿਆਦਾ ਡਾਕੂਮੈਂਟ ਲੱਗਦੇ ਆ। ਜੇ ਤਾਂ ਸੈਕਸ਼ਨ ਖੁੱਲ ਗਈ ਫਿਰ ਨਾਲ ਲਿਆ ਕੇ ਇੱਥੇ ਪਾ ਲਿਓ ਵੀਜ਼ਾ, ਤਾਂ ਬ੍ਰੀਜ਼ਿੰਗ ਵੀਜ਼ਾ ਇਹ ਮਿਲ ਜੂਗਾ। ਜੇ ਨਹੀਂ ਖੁੱਲਦੀ ਤਾਂ ਤੁਸੀਂ ਉੱਥੇ ਬੈਠਿਆਂ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ, ਆਨਲਾਈਨ ਐਪਲੀਕੇਸ਼ਨ। ਹਾਂਜੀ ਭਾਈ ਜੀ। ਮਨਿੰਦਰ ਸਿੰਘ ਪੁੱਛਦਾ ਜੀ, ਕਹਿੰਦੇ ਮੈਂ ਔਨਸ਼ੋਰ ਵੀਜ਼ਾ ਅਪਲਾਈ ਕੀਤਾ ਵਾ 1 ਫਰਵਰੀ 2010 ਨੂੰ। ਕੇਸ 10 ਨਹੀਂ 20 ਹੋਊਗਾ ਜਾਂ ਤਾਂ ਮੈਨੂੰ ਲੱਗਾ ਕੇਸ ਲਾਇਆ ਸੀ, ਪਰ ਹਾਲੇ ਤੱਕ ਕੋਈ ਰਿਪਲਾਈ ਨਹੀਂ ਆਇਆ। ਕਿੰਨਾ ਟਾਈਮ ਹੋਰ ਵੇਟ ਕਰਨਾ ਪੈਣਾ ਵੀਜ਼ੇ ਲਈ ਸਰ? ਤੁਸੀਂ ਪਹਿਲੀ ਤਾਂ ਗੱਲ ਇਹ ਨਹੀਂ ਪਤਾ ਜੀ ਹੁਣ ਤੁਸੀਂ ਕਿਹੜਾ ਵੀਜ਼ਾ ਅਪਲਾਈ ਕੀਤਾ। ਜੇ ਤੁਸੀਂ ਸਟੂਡੈਂਟ ਵੀਜ਼ਾ, ਵੈਟ ਕੋਰਸ, ਡਿਪਲੋਮਾ ਕੋਰਸ ਕੀਤਾ ਤਾਂ ਇੰਨਾ ਟਾਈਮ ਲੱਗ ਰਿਹਾ ਔਨਸ਼ੋਰ ਨੂੰ। ਜੇ ਤੁਸੀਂ ਹਾਇਰ ਐਜੂਕੇਸ਼ਨ ਸੈਕਟਰ 'ਚ ਕੀਤਾ, 100% ਹੁਣ ਤੱਕ ਡਿਸੀਜਨ ਆਉਣਾ ਚਾਹੀਦਾ ਸੀ। ਹਾਂਜੀ ਬਾਈ ਜੀ। ਅੰਕੁਸ਼ ਰਾਠੀ ਜੁੜਿਆ ਜੀ, ਕਹਿੰਦੇ ਆਰਕੀਟੈਕਟ ਅਸਿਸਟੈਂਟ ਔਰ ਆਰਕੀਟੈਕਟ ਡਰਾਫਟ ਪਰਸਨ ਵਿਚ ਵਨ ਇਜ਼ ਦਾ ਬੈਟਰ ਫॉर 189 ਔਰ 190? ਤੁਸੀਂ ਦੋਨੇ ਆਕੂਪੇਸ਼ਨਸ ਜੀ ਦੇਖੋ। ਜੇ MLT SSL ਤੇ ਜਿਹੜੀ ਲਿਸਟ ਦੋਨਾਂ ਚੋਂ ਹੈਗੀ ਆ, ਹੁਣ ਮੈਂ ਇਨ ਫਰੰਟ ਆਫ ਦਾ ਕੰਪਿਊਟਰ ਨਹੀਂ ਹੈਗਾ, ਮੈਨੂੰ ਟੌਪ ਆਫ ਹੈਡ ਯਾਦ ਨਹੀਂ, ਉਹ ਬੈਟਰ ਆ। ਚਾਹੇ ਉਹ ਜੇ ਆਰਕੀਟੈਕਟ ਅਸਿਸਟੈਂਟ, ਜਿਹੜੀ MLT SSL ਲਿਸਟ ਦੇ ਉੱਪਰ ਆਕੂਪੇਸ਼ਨ ਆ ਉਹ ਬੈਟਰ ਆ। ਦੋਨਾਂ ਦੇ ਵਿੱਚੋਂ ਮੈਂ ਇਹੀ ਕਹਿ ਸਕਦਾ, ਕਿਉਂਕਿ 190 ਲਈ ਵੀ ਐਲੀਜੀਬਲ ਆ, 189 ਲਈ ਵੀ ਐਲੀਜੀਬਲ ਆ। ਹਾਂਜੀ ਬਾਈ ਜੀ। ਹਰਮਨ ਸਿੱਧੂ ਜੁੜਿਆ ਜੀ, ਕਹਿੰਦੇ ਇਨਵੀਟੇਸ਼ਨ ਰਾਉਂਡਸ ਭਾਜੀ ਲੋ ਪੁਆਇੰਟ ਤੱਕ ਪਹੁੰਚ ਗਏ ਅਕੋਰਡਿੰਗ ਟੂ ਸਿਚੁਏਸ਼ਨ। ਜਦੋਂ ਜੀ ਸਕਿਲਡ ਮਾਈਗ੍ਰੇਸ਼ਨ ਉਦੋਂ ਹੀ ਗੱਫੇ ਦਿੰਦੀ ਆ ਸਰਕਾਰ, ਜਦੋਂ ਇੱਥੇ ਜੌਬਸ ਅਵੇਲੇਬਲ ਹੁੰਦੀਆਂ ਨੇ। ਹੁਣ
ਕਿਉਂਕਿ ਜੌਬਸ ਨਹੀਂ ਹੈਗੀਆਂ, ਕ੍ਰਾਈਸਿਸ ਆ। ਦੋ ਤਰੀਕੇ ਹੋ ਸਕਦੇ ਆ, ਜੇ ਤਾਂ ਇਹਨਾਂ ਨੂੰ ਐਂ ਲੱਗਦਾ ਵੀ ਸਕਿਲਡ ਮਾਈਗ੍ਰੈਂਟ ਇੱਥੇ ਪੈਸਾ ਲੈ ਕੇ ਆਉਂਦੇ, ਇਹਨਾਂ ਨੂੰ ਪੈਸਾ ਚਾਹੀਦਾ, ਫਿਰ ਸ਼ਾਇਦ ਢਿੱਲ ਦੇ ਦੇਣ। ਅਦਰਵਾਈਜ਼ ਜਿਹੜੀ ਸਕਿਲਡ ਮਾਈਗ੍ਰੇਸ਼ਨ ਆ ਉਹ ਬੇਸਿਕਲੀ ਡਿਮਾਂਡ ਤੇ ਨਿਰਭਰ ਕਰਦੀ ਆ। ਡਿਮਾਂਡ ਇਸ ਵੇਲੇ ਸਕਿਲਡ ਵਰਕਰਸ ਦੀ ਘਟੀ ਹੋਈ ਆ ਫॉर ਟੈਂਪਰੇਰੀ ਪੀਰੀਅਡ, ਕੁਝ ਸਮੇਂ ਲਈ। ਜਿੰਨਾ ਚਿਰ ਇਹ ਕ੍ਰਾਈਸਿਸ ਓਵਰ ਨਹੀਂ ਹੁੰਦਾ ਉਸ ਤੋਂ ਬਾਅਦ ਰਿਲੈਕਸੇਸ਼ਨ ਆ ਸਕਦੀ ਹੈ। ਹਾਂਜੀ ਬਾਈ ਜੀ। ਹਰਰੂਪ ਮਹਿਲ ਪੁੱਛ ਰਹੇ ਆ ਜੀ, ਕਹਿੰਦੇ ਹਾਊ ਯੂ ਪਲੀਜ਼ ਟੈਲ ਮੀ ਅਬਾਊਟ ਮਾਸਟਰ ਆਫ ਸਾਈਕੋਲੋਜੀ ਰਿਕੁਆਇਰਮੈਂਟਸ। ਇਹਦੀਆਂ ਰਿਕੁਆਇਰਮੈਂਟਸ ਤਾਂ ਜੀ ਮਾਸਟਰ ਆਫ ਸਾਈਕੋਲੋਜੀ ਕਿਹੜੀ ਯੂਨੀਵਰਸਿਟੀ 'ਚ ਕਰਨੀ ਆ ਉਹਦੀ ਵੈਬਸਾਈਟ ਤੋਂ ਹੀ ਦੱਸੀਆਂ ਜਾ ਸਕਦੀਆਂ ਨੇ। ਹਰ ਇੱਕ ਯੂਨੀਵਰਸਿਟੀ ਦੇ ਥੋੜੇ ਡਿਫਰ ਕਰਦੇ ਆ, ਪਰ ਨਾਰਮਲੀ ਮਾਸਟਰ ਆਫ ਸਾਈਕੋਲੋਜੀ ਦੇ ਵਿੱਚ ਜਿਹੜੀ ਬੈਕਗਰਾਊਂਡ ਆ, ਬੈਚਲਰ ਡਿਗਰੀ ਆ, ਉਹ ਰੈਲੇਵੈਂਟ ਫੀਲਡ ਦੀ ਮੰਗਦੀ ਆ ਹਰ ਇੱਕ ਯੂਨੀਵਰਸਿਟੀ। ਤੇ ਨਾਲ ਇੰਗਲਿਸ਼ ਦੀ ਰਿਕੁਆਇਰਮੈਂਟ ਵੀ ਥੋੜੀ ਜਿਹੀ ਹਾਈ ਹੁੰਦੀ ਹੈ। ਹਾਂਜੀ ਬਾਈ ਜੀ। ਅਕਵਾਲ ਸਮਰਾ ਪੁੱਛ ਰਹੇ ਆ ਜੀ, ਕਹਿੰਦੇ ਮੈਂ ਆਪਣੀ ਬੇਟੀ ਨੂੰ ਮਿਲਣ ਆਸਟ੍ਰੇਲੀਆ ਆਉਣਾ ਤੇ ਚਾਹੁੰਦਾ, ਤੇ ਕਦੋਂ ਤੱਕ ਵੀਜ਼ਾ ਅਪਲਾਈ ਕਰਾਂ ਜੀ? ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ? ਜਦੋਂ ਸੈਕਸ਼ਨ ਖੁੱਲੂਗੀ ਉਦੋਂ ਅਪਲਾਈ ਕਰ ਸਕਦੇ ਹੋ। ਹਾਂਜੀ ਬਾਈ ਜੀ। ਮਨਜੀਤ ਕੌਰ ਵੀਰ ਜੀ, my daughter will complete RN from RMIT this year. She is on student visa till March. What are her prospects? Kindly Enlighten me. I I will be obliged. will be obliged. ਥੈਂਕ ਯੂ ਤੁਹਾਡੇ ਮੈਸੇਜ ਲਈ। ਜੇ ਤੁਹਾਡੀ ਬੇਟੀ ਬੈਚਲਰ ਆਫ ਨਰਸਿੰਗ ਕਰ ਰਹੀ ਹੈ ਜਿਹਦੇ ਨਾਲ ਰਜਿਸਟ੍ਰੇਸ਼ਨ ਮਿਲਦੀ ਆ RN ਦੀ, RMIT ਤੋਂ, ਪਹਿਲਾ ਸਟੈਪ ਕੀ ਹੋਣਾ ਚਾਹੀਦਾ? 7 ਈਚ। ਫਿਰ ਰਜਿਸਟ੍ਰੇਸ਼ਨ ਅਪਲਾਈ ਕਰੋ ਅਪਰਾ ਨੂੰ। ਜਦੋਂ ਉਹ ਆ ਜਾਂਦੀ ਆ ਫਿਰ ਅਸੈਸਮੈਂਟ ਅਪਲਾਈ ਕਰੋ NMAC ਨੂੰ। ਪਰ ਅਪਰਾ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਜੇ ਉਹਨਾਂ ਨੇ ਬੈਚਲਰ ਕੀਤੀ ਆ 2 ਸਾਲ ਦੀ ਟੈਂਪਰੇਰੀ ਰੈਜ਼ੀਡੈਂਸ, ਉਹ ਅਪਲਾਈ ਕਰ ਸਕਦੇ ਆ ਆਫਟਰ ਕੰਪਲੀਸ਼ਨ। 2.25 ਸਾਲ ਉਹਨਾਂ ਨੂੰ ਵੈਸੇ ਹੀ ਮਿਲ ਜਾਣੇ, 2-3 ਮਹੀਨੇ ਪ੍ਰੋਸੈਸਿੰਗ ਦੇ ਤੇ 2 ਸਾਲ ਉਦੋਂ ਫਰਦਰ। ਫਿਰ ਅਪਰਾ ਦੀ ਰਜਿਸਟ੍ਰੇਸ਼ਨ ਜਦੋਂ ਆ ਗਈ ਇਨ ਪ੍ਰਿੰਸੀਪਲ ਟੂ ਵਰਕ ਐਜ਼ ਰਜਿਸਟਰਡ ਨਰਸ ਇਨ ਆਸਟ੍ਰੇਲੀਆ, ਫਿਰ ਉਹ ਟਰਾਈ ਕਰਨ ਰੀਜਨਲ ਵਿਕਟੋਰੀਆ ਦੇ ਵਿੱਚ ਕੰਮ ਕਰਨ ਦੀ। ਜੇ ਉਹਨਾਂ ਨੂੰ ਕੋਈ ਇੰਪਲਾਇਰ ਅਗਲੇ 1 ਸਾਲ ਦੀ ਲੈਟਰ ਆਫ ਆਫਰ, ਇੰਪਲੋਇਮੈਂਟ ਆਫਰ ਫੁੱਲ ਟਾਈਮ ਦੇ ਦਿੰਦਾ, ਆਲਮੋਸਟ ਤੁਹਾਡੀ ਬੇਟੀ ਦਾ ਰਾਹ ਜਿਹੜਾ ਪੱਧਰਾ ਹੋ ਗਿਆ ਪਰਮਾਨੈਂਟ ਮਾਈਗ੍ਰੇਸ਼ਨ ਦੇ ਲਈ। ਇਹ ਬਹੁਤ ਹੀ ਸੌਖਾ ਤੇ ਸਿੰਪਲ ਤਰੀਕਾ। ਇਸ ਵੇਲੇ ਰਜਿਸਟਰਡ ਨਰਸਿਸ ਬਹੁਤ ਚਾਹੀਦੀਆਂ ਨੇ। ਹਾਂਜੀ ਭਾਈ। ਵਿਕਰਮ ਰਿਸ਼ੀ ਨੇ ਵੀ ਇਹਨਾਂ ਨਾਲ ਰਲਦਾ ਮਿਲਦਾ ਸਵਾਲ ਕਰਿਆ, ਕਹਿੰਦੇ ਸਤਿ ਸ਼੍ਰੀ ਅਕਾਲ, RN from Canada to Australia, APRA done, PTE 90, NATI done, total point 60 point plus 15, total 80, wants to apply 491. Is it worth to move or wait till lockdown is over? ਦੇਖੋ ਜੀ, ਤੁਸੀਂ ਮੂਵ ਤਾਂ ਨਹੀਂ ਕਰ ਸਕਦੇ ਜਿੰਨਾ ਚਿਰ ਵੀਜ਼ਾ ਨਹੀਂ ਆਉਂਦਾ, ਜਿੰਨਾ ਚਿਰ ਬੈਨ ਨਹੀਂ ਖੁੱਲਦਾ। ਅਪਲਾਈ ਕਰਨਾ ਇਹ ਤੁਹਾਡੀ ਪਰਸਨਲ ਚੋਇਸ ਆ। ਜੇ ਤੁਸੀਂ ਕੈਨੇਡਾ ਤੋਂ ਆ ਰਹੇ ਹੋ, ਇਹ ਤੁਸੀਂ ਚੂਜ਼ ਕਰਨਾ। ਮੇਰੇ ਕੋਲੇ ਵੀ ਕੈਨੇਡਾ ਦੀ PR ਸੀ, ਮੈਨੂੰ ਇਹ ਵਧੀਆ ਲੱਗਿਆ, ਮੈਂ ਇੱਥੇ ਰਹਿ ਪਿਆ, ਠੀਕ ਹੈ। ਪਰ ਜੇ ਤੁਹਾਡੇ ਪੁਆਇੰਟ 80 ਬਣਦੇ ਆ 15 ਸਟੇਟ ਦੇ ਰਲਾ ਕੇ, 100% ਐਕਸਪੀਰੀਅੰਸ ਪੋਸਟ ਕੁਆਲੀਫਿਕੇਸ਼ਨ ਐਜ਼ ਰਜਿਸਟਰਡ ਨਰਸ ਲਾਜ਼ਮੀ ਆ। ਫੋਰ ਐਗਜ਼ਾਮਪਲ, ਜੇ ਤੁਸੀਂ ਕੁਈਨਜ਼ਲੈਂਡ ਦੀ ਅਪਲਾਈ ਕਰਨੀ ਆ 491 ਤਾਂ 5 ਸਾਲ ਦਾ ਐਕਸਪੀਰੀਅੰਸ ਚਾਹੀਦਾ। ਇੱਦਾਂ ਹੀ ਜੇ ਕਿਸੇ ਹੋਰ ਸਟੇਟ ਦੀ ਅਪਲਾਈ ਕਰਨੀ ਆ, ਉਸ ਸਟੇਟ ਦੀ ਸਟੇਟ ਮਾਈਗ੍ਰੇਸ਼ਨ ਵਾਲੀ ਜਿਹੜੀ ਵੈਬਸਾਈਟ ਆ ਉਹਤੇ ਜਾ ਕੇ ਚੈੱਕ ਕਰੋ ਕਿੰਨਾ ਆਫਸ਼ੋਰ ਲਈ ਐਕਸਪੀਰੀਅੰਸ ਲਾਜ਼ਮੀ ਆ। ਜੋ ਕ੍ਰਾਈਟੇਰੀਆ ਪੂਰਾ ਕਰਦੇ ਆ ਤਾਂ ਬਿਲਕੁਲ ਅਪਲਾਈ ਕਰ ਸਕਦੇ ਹੋ। ਹਾਂਜੀ ਬਾਈ ਜੀ। ਪਵਨ ਸ਼ਰਮਾ ਸਤਿ ਸ਼੍ਰੀ ਅਕਾਲ। ਨਵਜੋਤ ਜੀ, ਮੇਰੀ ਉਮਰ 45 ਸਾਲ ਹੈ, ਕੁਆਲੀਫਿਕੇਸ਼ਨ BSc ਸਾਇੰਸ, ਐਕਸਪੀਰੀਅੰਸ 18 ਸਾਲ ਐਜ਼ ਅ ਪ੍ਰਾਈਵੇਟ ਟਿਊਟਰ ਐਂਡ ਐਡਮਿਨਿਸਟ੍ਰੇਸ਼ਨ ਇਨ ਹਸਪੀਟਲ, salary in account, spouse 46 years, graduate, can be apply for 491 visa. Is it possible state nomination for any state as private tutors or office administration? Thanks. ਤੁਹਾਨੂੰ ਪੁਆਇੰਟ ਦੱਸਣੇ ਪੈਣੇ ਤੁਹਾਡੇ ਕਿੰਨੇ ਬਣਦੇ ਆ, ਇੰਗਲਿਸ਼ ਚੋਂ ਖਾਸ ਕਰਕੇ ਕਿੰਨੇ ਪੁਆਇੰਟ ਨੇ। ਜੇ ਪ੍ਰਾਈਵੇਟ ਟਿਊਟਰ ਤੁਸੀਂ ਤੁਹਾਡੀ ਅਸੈਸਮੈਂਟ ਹੋ ਚੁੱਕੀ ਆ, 7 ਇੰਚ ਹੈਗੇ ਨੇ, ਫਿਰ ਮੇਬੀ देयर माइट बी ए चांस थ्रू स्टेट नॉमिनेशन। पर इस एज ते जाके एज दे पॉइंट 15 ही रह जाते हैं, काफ़ी घट जाते हैं, औखी हो जाती है क्योंकि पॉइंट्स की जी रिक्वायरमेंट इस वे बहुत ज़्यादा हाई है। ठीक है। हाँ जी भाई जी। ਅਮਨਦੀਪ ਸੰਧੂ ਪੁੱਛ ਰਿਹਾ, ਸਤਿ ਸ਼੍ਰੀ ਅਕਾਲ ਵੀਰ ਜੀ। ਸਰ, ਲੈਵਲ 1 ਐਂਡ ਲੈਵਲ 2 ਦੀ ਯੂਨੀ ਦਾ ਕੀ ਫਰਕ ਪੈਂਦਾ ਵੀਜ਼ੇ ਤੇ? ਬੜਾ ਵਧੀਆ ਸਵਾਲ ਪੁੱਛਿਆ ਜੀ ਇਹਨਾਂ ਨੇ। ਜਿਹੜੀ ਲੈਵਲ 1 ਦੀ ਯੂਨੀਵਰਸਿਟੀ ਆ ਉਹਦੇ ਵਾਸਤੇ ਜਦੋਂ ਤੁਸੀਂ ਵੀਜ਼ਾ ਐਪਲੀਕੇਸ਼ਨ ਲਾਉਂਦੇ ਹੋ, ਜਿਹੜੀ ਫਾਈਨੈਂਸ਼ੀਅਲ ਕਪੈਸਿਟੀ ਆ
ਐਵੀਡੈਂਸ ਲਾਉਣਾ ਫੰਡਸ ਦਾ ਉਹ ਡਿਸਕ੍ਰੈਸ਼ਨਰੀ ਹੈ। ਡਿਸਕ੍ਰੈਸ਼ਨਰੀ ਮੀਨਸ ਕੇਸ ਆਫਿਸਰ ਤੋਂ ਬਾਅਦ ਚ ਮੰਗ ਸਕਦਾ, ਪਰ ਐਪਲੀਕੇਸ਼ਨ ਦੇ ਨਾਲ ਲੱਗਣੇ ਲਾਜ਼ਮੀ ਨਹੀਂ ਹੈਗੇ। ਨਾਲ ਇੰਗਲਿਸ਼ ਲੈਂਗੁਏਜ ਦੀ ਅਬਿਲਿਟੀ ਆਇਲਟਸ, ਠੀਕ ਆ। ਹਾਂ, ਇਹ ਗੱਲ ਵੱਖਰੀ ਆ ਵੀ ਯੂਨੀਵਰਸਿਟੀ ਪਹਿਲਾਂ ਆਇਲਟਸ ਮੰਗਦੀ ਹੈ, ਕਈ ਵਾਰੀ ਫੰਡਸ ਵੀ ਮੰਗਦੇ ਆ। ਲੈਵਲ 2 ਯੂਨੀਵਰਸਿਟੀ ਜਦੋਂ ਅਪਲਾਈ ਕਰਦੇ ਹੋ ਇਹ ਦੋਨੇ ਚੀਜ਼ਾਂ ਲਾਜ਼ਮੀ ਆ, ਮੈਂਡੇਟਰੀ ਆ। ਆਹ ਫਰਕ ਆ। ਲੈਵਲ 1 ਦੀ ਯੂਨੀਵਰਸਿਟੀ ਦੇ ਵੀਜ਼ੇ ਆਉਣ ਦੇ ਚਾਂਸ ਵੀ ਜ਼ਿਆਦਾ ਹੁੰਦੇ ਆ ਐਜ਼ ਕੰਪੇਅਰ ਟੂ ਲੈਵਲ 2। ਹਾਂਜੀ ਭਾਈ। ਅੰਕੁਸ਼ ਰਾਠੀ ਨੇ ਦੁਬਾਰਾ ਪੁੱਛਿਆ ਜੀ ਵੀ 189 ਚੰਗਾ ਜਾਂ 190 ਚੰਗਾ, ਉਹਨਾਂ ਨੇ ਜਿਹੜੀ ਅਸਿਸਟੈਂਟ ਤੇ ਆਰਜੀ ਪਹਿਲਾਂ ਹੀ ਦਿੱਤਾ ਜੀ, ਸੇਮ ਹੀ ਉਹ ਆ, ਤੇ ਇਹ ਤੁਸੀਂ MLT SSL ਚੈੱਕ ਕਰ ਸਕਦੇ ਹੋ। ਹਾਂਜੀ ਭਾਈ ਜੀ। ਨੈਂਸੀ ਕੁਆਤਰਾ, ਗੁੱਡ ਆਫਟਰਨੂਨ ਸਰ, ਮੈਂ ਬੈਚਲਰ ਆਫ ਫੋਰੈਂਸਿਕ ਸਾਇੰਸ ਫਰੋਮ ਡੈਕਨ ਯੂਨੀਵਰਸਿਟੀ ਮੈਲਬਰਨ, ਬਟ ਐਜ਼ ਕੋਰਸ PR ਲਿਸਟ ਵਿੱਚ ਨਹੀਂ ਹੈਗਾ ਤੇ ਮੈਂ ਕੋਰਸ ਚੇਂਜ ਕਰਨਾ ਹੈ। ਮੇਰਾ 12 ਮੈਡੀਕਲ ਤਾਂ ਆ, ਮੈਨੂੰ PR ਲਈ ਕੋਰਸ ਸੁਜੈਸਟ ਕਰੋ। ਮੇਰਾ ਆਈਲੈਟਸ ਦਾ ਸਕੋਰ 6.5 ਹੈ। ਪਹਿਲਾਂ ਤਾਂ ਜੀ ਤੁਹਾਨੂੰ ਇਹ 7 ਇੰਚ ਕਰਨਾ ਪੈਣਾ ਸਕੋਰ। ਦੂਜੀ ਰਿਕੁਆਇਰਮੈਂਟ ਇਹ ਹੈ ਤੁਹਾਡੇ 6 ਮਹੀਨੇ ਇਸ ਕੋਰਸ ਦੇ ਵਿੱਚ ਕੰਪਲੀਟ ਹੋਣੇ ਲਾਜ਼ਮੀ ਨੇ। ਤੀਜਾ, ਇਹ ਚੋਂ ਪਾਸ ਜ਼ਰੂਰ ਹੋ ਜਾਓ ਸਬਜੈਕਟਸ ਦੇ ਵਿੱਚੋਂ, ਤਾਂ ਹੀ ਤੁਹਾਨੂੰ ਅੱਗੇ ਚੱਜ ਦੇ ਕੋਰਸ ਦੇ ਵਿੱਚ ਐਡਮਿਸ਼ਨ ਮਿਲਣੀ ਹੈ। ਚਾਹੇ ਤੁਸੀਂ ਨਰਸਿੰਗ 'ਚ ਜਾਣਾ ਜੇ ਮੈਡੀਕਲ ਆ, ਚਾਹੇ ਤੁਸੀਂ ਫਾਰਮੇਸੀ ਲੈਣੀ ਆ, ਚਾਹੇ ਤੁਸੀਂ ਫਿਜ਼ੀਓਥੈਰੇਪੀ ਲੈਣੀ ਆ, ਬਸ ਇਹੀ ਚੀਜ਼ ਆ। ਮੈਂ ਸੁਜੈਸਟ ਕਰੂੰਗਾ ਬੈਚਲਰ ਆਫ ਨਰਸਿੰਗ ਕਰ ਲਓ ਰੀਜਨਲ ਕੈਂਪਸ ਤੋਂ, ਡੈਕਨ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਤੋਂ ਕਰ ਲਓ, ਜਾਂ ਕਿਸੇ ਹੋਰ ਯੂਨੀਵਰਸਿਟੀ ਤੋਂ ਕਰ ਲਓ, ਕਿਸੇ ਹੋਰ ਸਟੇਟ 'ਚ ਵੀ ਜਾ ਸਕਦੇ ਹੋ। ਬਿਨਾਂ ਜੌਬ ਤੋਂ ਜੇ PR ਲੈਣੀ ਆਫਟਰ ਨਰਸਿੰਗ, ਯੂ ਕੈਨ ਮੂਵ ਟੂ ਨਾਰਦਰਨ ਟੈਰੀਟਰੀ, ਤਸਮਾਨੀਆ। ਜੇ ਤੁਸੀਂ 3 ਮਹੀਨੇ ਦੀ ਜੌਬ ਦੇ ਨਾਲ ਸਟੇਟ ਨੋਮੀਨੇਸ਼ਨ ਪਾਉਣੀ ਆ ਆਫਟਰ ਕੰਪਲੀਸ਼ਨ, ਤਾਂ ਸਾਊਥ ਆਸਟ੍ਰੇਲੀਆ ਜਾ ਸਕਦੇ ਹੋ। ਇਹ ਨਰਸਿੰਗ ਲਈ ਆ, ਪਰ ਐਡਮਿਸ਼ਨ 7 ਇੰਚ ਤੇ ਹੋਣੀ ਹੈ। ਹਾਂਜੀ ਭਾਈ ਜੀ। ਇੱਕ ਜਾਂ ਦੋ ਸਵਾਲ ਹੋਰ ਲੈਣੇ ਆ ਜੀ, ਉਦੋਂ ਬਾਅਦ ਅਸੀਂ ਅੱਜ ਦਾ ਇਹ ਸ਼ੋਅ ਵੀ ਇੱਕ ਲਾਂਚ ਕਰਨਾ। ਤੇ ਪਲਵਿੰਦਰ ਮਨਦੀਪ ਚਾਹਲ, ਸਤਿ ਸ਼੍ਰੀ ਅਕਾਲ ਬਾਜੀ, ਮਾਈ ਕੁਆਰੀ ਰਿਗਾਰਡਿੰਗ 261313 occupation, have overseas and Australia experience assessed by ACS, completed 2 years of study from Victoria, MPA applied and waiting for 485 visa, have job offer from Victoria Ringwood, already working, my total point 75 plus 5, what are the chance for 190 Victoria for me, how long it will take, and can I lose EOI for any other state? Thanks bye. ਇਹਨਾਂ ਦਾ ਜਿਹੜਾ ਕੁਐਸਚਨ ਹੈ ਜੀ ਬੜਾ ਐਂਬੀਗੂਅਸ ਆ। ਮਾਸਟਰ ਆਫ ਅਕਾਊਂਟਿੰਗ ਕੀਤੀ ਆ, ਅਸੈਸਮੈਂਟ ਪਾਈ ਆ ACS ਤੋਂ, ਹੁਣ 485 ਲਈ ਵੇਟ ਕਰ ਰਹੇ ਆ। ਤੁਸੀਂ ਨਾ ਮੈਨੂੰ ਈਮੇਲ ਕਰ ਦਿਓ ਜੀ ਡਿਟੇਲ 'ਚ। ਪਹਿਲਾਂ ਤਾਂ ਇਹ ਦੱਸਣਾ ਵੀ ਜਿਹੜੀ ACS ਨੇ ਕੁਆਲੀਫਿਕੇਸ਼ਨ ਅਸੈਸ ਕੀਤੀ ਆ ਉਹਦਾ ਐਕਸਪੀਰੀਅੰਸ ਕਿੰਨੇ ਸਾਲ ਦਾ। ਹੋ ਸਕਦਾ ਤੁਸੀਂ .75 ਕੈਲਕੂਲੇਟ ਕਰਦੇ ਹੋਵੋ, ਪਰ ਇਮੀਗ੍ਰੇਸ਼ਨ 75 ਨਾ ਮੰਨੇ। ਦੂਜੀ ਚੀਜ਼, ਜਿਹੜੀ ਜੌਬ ਆਫਰ ਆ ਉਹ ਕਿਹੜੇ ਫੀਲਡ 'ਚ ਆ, ਐਜ਼ ਐਨ ਅਕਾਊਂਟੈਂਟ ਆ ਜਾਂ IT ਵਾਲੇ ਫੀਲਡ 'ਚ ਆ, ਫੇਰ ਹੀ ਮੈਂ ਦੱਸ ਸਕਦਾ। ਅਕਾਊਂਟਿੰਗ ਲਈ ਅਲੱਗ ਰਿਕੁਆਇਰਮੈਂਟਸ ਨੇ, IT ਦੇ ਫੀਲਡ ਲਈ ਅਲੱਗ ਰਿਕੁਆਇਰਮੈਂਟਸ ਨੇ। ਡਿਟੇਲ 'ਚ ਈਮੇਲ ਕਰ ਦਿਓ ਡਾਕੂਮੈਂਟਸ ਨਾਲ ਅਟੈਚ ਕਰਕੇ। ਹਾਂਜੀ ਬਾਈ ਜੀ। Manpreet Singh, PR of Australia, qualification is MSc IT, passed in 2010. After that, had experience 5 years, got her pay cash in hand. I can provide pay slips. Age is 35 year and IELTS score is 7 over. ਜੇ ਪੇ ਸੈਲਰੀ ਕੈਸ਼ ਤੇ ਹੈ ਜੀ ਤਾਂ ਆਮ ਸੌਰੀ, ਚਾਂਸ ਕਾਫੀ ਘੱਟ ਨੇ। IT ਦੀ ਕੁਆਲੀਫਿਕੇਸ਼ਨ ਅਸੈਸ ਕਰਾਉਣ ਲਈ ਜੇ ਅਸੈਸ ਹੋ ਵੀ ਜਾਊਗੀ 7 ਓਵਰਆਲ ਤੇ ਵੈਸੇ ਇਨਵੀਟੇਸ਼ਨ ਨਹੀਂ ਆਉਣਾ। IT ਲਈ ਤਾਂ 95 ਪੁਆਇੰਟ ਪੂਰੇ ਕਰਨੇ ਪੈਂਦੇ ਆ ਤਾਂ ਕਿਤੇ ਜਾ ਕੇ ਇਨਵੀਟੇਸ਼ਨ ਆਉਂਦਾ। AT 'ਚ ਲੈਣੇ ਪੈਣਗੇ, ਐਕਸਪੀਰੀਅੰਸ ਅਸੈਸ ਕਰਾਉਣਾ ਪੈਣਾ। ਪਰ ਜੇ ਸੈਲਰੀ ਕੈਸ਼ ਆ ਤਾਂ ਇੰਨਾ ਈਜ਼ੀ ਨਹੀਂ ਹੈਗਾ। ACS ਰਿਫਿਊਜ਼ ਕਰ ਸਕਦੀ ਹੈ ਅਸੈਸਮੈਂਟ ਵੀ। ਹਾਂਜੀ ਭਾਈ ਜੀ। ਲਓ ਜੀ, ਸਵਾਲ ਤਾਂ ਰੋਕੀ ਭਾਈ ਬਹੁਤ ਜ਼ਿਆਦਾ ਰਹਿ ਗਏ ਆ ਤੇ ਸਵਾਲ ਆਪਾਂ ਹੁਣ ਇਸ ਤੋਂ ਬਾਅਦ ਲੈ ਨਹੀਂ ਪਾਉਣੇ, ਮਿੰਟ 5 ਕੁ ਰਹਿ ਗਏ ਆ। ਕਿਉਂਕਿ ਗੱਲ ਇਹ ਆ ਵੀ ਅੱਜ ਤੋਂ ਨਾ ਅਸੀਂ ਇੱਕ ਜਿਹੜਾ ਮਨਪ੍ਰੀਤ ਹੋਰਾਂ ਨੇ ਕਾਫੀ ਮਿਹਨਤ ਕੀਤੀ ਹੈ, ਇੱਕ ਨਵਾਂ ਸ਼ੋਅ ਆ ਜਿਹੜਾ ਉਹ ਵੀ ਆਪਾਂ ਅਨਾਉਂਸ ਕਰਨਾ ਹੈ। ਇਸ ਪ੍ਰੋਗਰਾਮ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਪੇਂਡੂ ਆਸਟ੍ਰੇਲੀਆ ਦੇ ਚੈਨਲ ਦੇ ਉੱਤੇ ਨਵਾਂ ਸ਼ੋਅ ਜਿਹੜਾ ਚੱਲ ਪੈਣਾਗਾ, ਸ਼ੁਰੂ ਹੋ ਜਾਣਾ। ਮੈਂ ਦੱਸ ਦਿਆਂ ਜੀ, ਤੁਸੀਂ ਮੇਰੇ ਜਜ਼ਬਾਤ ਨਾਂ ਦੀ ਇੱਕ ਲੜੀ ਪਿਛਲੇ ਦਿਨਾਂ 'ਚ ਦੇਖ ਰਹੇ ਸੀ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨਾਲ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਰਾਂ ਨਾਲ ਜੇ ਕਹੀਏ ਤਾਂ ਬਹੁਤ ਜ਼ਿਆਦਾ ਸਲਾਹੀ ਗਈ ਲੜੀ। ਭਾਵੇਂ ਸ਼ੁਰੂ 'ਚ ਬੜੇ ਘੱਟ ਜਿਹੜੇ ਉਹਨਾਂ ਨੂੰ ਵਿਊਅਰ ਮਿਲੇ, ਪਰ ਉਸ ਤੋਂ ਬਾਅਦ ਮੈਂ ਦੇਖ ਰਿਹਾ ਵੀ ਫੇਸਬੁੱਕ ਤੇ ਲੋਕ ਨਾ 25 ਦੇ 25, 26 ਦੇ 26 ਐਪੀਸੋਡ ਇੱਕ ਲੜੀ 'ਚ ਪਰੋ ਕੇ ਇੱਕ ਦੂਜੇ ਨੂੰ ਫਾਰਵਰਡ ਕਰ ਰਹੇ ਆ। ਕਹਿੰਦੇ ਆ ਵੀ ਲੋਕਡਾਊਨ 'ਚ ਇਦੋਂ ਵਧੀਆ ਕੋਈ ਲੜੀ ਨਹੀਂ ਹੋ ਸਕਦੀ ਦੇਖਣ ਵਾਸਤੇ, ਜੇ ਦੇਖਣਾ ਚਾਹੁੰਦੇ ਹੋ ਤਾਂ।
ਤੁਸੀਂ ਵੀ ਜੇ ਮਿਸ ਕਰ ਗਏ ਹੋ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ 26 ਐਪੀਸੋਡ ਆਏ ਸੀ ਜੀ ਮੇਰੇ ਜਜ਼ਬਾਤ। ਸੌਖਾ ਤਰੀਕਾ ਪੇਂਡੂ ਆਸਟ੍ਰੇਲੀਆ ਚੈਨਲ ਸਬਸਕ੍ਰਾਈਬ ਕਰੋ। ਉਹਦੇ ਗਾਂ ਵੀਡੀਓ ਸੈਕਸ਼ਨ 'ਚ ਜਾਓ ਤੇ ਪਲੇਲਿਸਟ ਦੇ ਵਿੱਚ ਜਾਓ। ਪਲੇਲਿਸਟ ਦੇ ਵਿੱਚ ਤੁਹਾਨੂੰ 3-4 ਕਿਸਮ ਦੇ ਐਪੀਸੋਡ ਮਿਲਣਗੇ, ਜਿਨ੍ਹਾਂ 'ਚ ਪੇਂਡੂ ਆਸਟ੍ਰੇਲੀਆ ਮਿਲੂਗਾ ਜੀ, ਮੇਰੇ ਜਜ਼ਬਾਤ, ਮੇਰੀ ਪਰਵਾਜ਼, ਮੁੰਦਾਵਨੀ, ਏਦਾਂ ਕਰਕੇ ਟੈਬ ਮਿਲਣਗੇ ਜੀ। ਤੇ ਉਹਨਾਂ ਸਾਰਿਆਂ 'ਚ ਜਿਹੜੇ ਵੀ ਤੁਸੀਂ ਦੇਖਣ ਦੇ ਸ਼ੌਕੀਨ ਹੋ, ਤਾਂ ਉਹ ਜਿਹੜੀ ਵੀ ਲੜੀ ਨੂੰ ਤੁਸੀਂ ਪਲੇਲਿਸਟ ਨੂੰ ਓਪਨ ਕਰੋਗੇ, ਸਾਰੇ ਲਾਈਨਵਾਰ ਚੱਲ ਪੈਣਗੇ। ਸੋ ਉਹ 26 ਜਿਹੜੇ ਐਪੀਸੋਡ ਤੋਂ ਬਾਅਦ ਸਾਡਾ ਹਰ ਸੰਡੇ ਆਉਂਦਾ ਹੁੰਦਾ ਸੀ, ਪਰ ਉਹ ਅਚਾਨਕ ਸਾਡੇ ਕੋਲੇ ਜਿਹੜਾ ਉਹ ਖਤਮ ਹੋ ਗਿਆ ਮਟੀਰੀਅਲ ਕਰੋਨਾ ਕਰਕੇ। ਅਸੀਂ ਹੋਰ ਜਿਹੜੇ ਫਿਲਮਾ ਨਹੀਂ ਸਕੇ। ਸਾਡੀ ਇੱਛਾ ਹੋਰ ਪੰਨੂ ਸਾਹਿਬ ਨਾਲ ਐਪੀਸੋਡ ਫਿਲਮਾਈਏ, ਪਰ ਅੱਜ ਦੇ ਮਾਹੌਲ ਮੁਤਾਬਕ ਅਸੀਂ ਛੇਤੀ ਇਹ ਪਲਾਨ ਨਹੀਂ ਕਰ ਪਾਵਾਂਗੇ। ਸੋ ਇਸ ਤੇ ਵਿਚਾਰਾਂ ਹੋਈਆਂ, ਲੋਕਾਂ ਨੇ ਸਾਨੂੰ ਅਪਰੋਚ ਕੀਤੀ ਵੀ ਐਪੀਸੋਡ ਬੰਦ ਨਾ ਕੀਤੇ ਜਾਣ, ਇਹਨਾਂ ਤੇ ਹੋਰ ਕੁਝ ਚੱਲਦਾ ਰਵੇ। ਤਾਂ ਅੱਜ ਜਿਹੜਾ ਟਾਈਮ ਹੀ ਇਹੋ ਜਿਹਾ ਸੀ ਵੀ ਇਸ ਟਾਈਮ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਸੀਗੇ। ਤੇ ਫਿਰ ਮਨਪ੍ਰੀਤ ਹੋਰਾਂ ਨੇ ਜਿਹੜੀ ਪਲਾਨ ਕੀਤਾ ਵੀ ਕਿਉਂ ਨਾ ਅਸੀਂ ਆਪ ਹੀ ਇਹਦੇ ਤੇ ਜਿਹੜਾ ਸ਼ੋਅ ਕਰ ਦਈਏ। ਇਸ ਵਾਰ ਮੇਰੀ ਕਿਤਾਬ ਆਈ ਸੀ ਕੈਂਗਰੂਨਾਮਾ, ਵੀ ਉਹਦੇ ਤੇ ਕਰ ਲਈਏ। ਸੋ ਪਹਿਲਾਂ ਤਾਂ ਮੈਂ ਰੌਕੀ ਭਾਈ ਪੁੱਛਦਾ, ਤੁਸੀਂ ਕੈਂਗਰੂਨਾਮਾ ਪੜ੍ਹੀ ਸੀ? ਮੈਂ ਤਾਂ ਹੁਣ ਵੀ ਦੂਜੀ ਵਾਰ ਪੜ੍ਹੀ ਹੈ, ਜਦੋਂ ਇੰਡੀਆ ਜਾ ਕੇ ਆਇਆ ਜਹਾਜ਼ 'ਚ, ਤੁਹਾਨੂੰ ਦੱਸਿਆ ਵੀ ਸੀ ਸ਼ਾਇਦ। ਜੀ ਜੀ ਬੜੀ ਜੀ ਸਰਲ ਭਾਸ਼ਾ ਦੇ ਵਿੱਚ ਆਸਟ੍ਰੇਲੀਆ ਦੇ ਐਕਸਪੀਰੀਅੰਸ ਨੇ। ਮੈਂ ਤਾਂ ਕਹੂੰਗਾ ਦਰਸ਼ਕਾਂ ਨੂੰ ਪੜ੍ਹਨੀ ਚਾਹੀਦੀ ਹੈ। ਉਹ ਕੈਂਗਰੂਨਾਮਾ ਤੋਂ ਹੀ ਮੈਂ ਬਾਈ ਨੂੰ ਜਾਣਨ ਲੱਗਿਆ। ਜੀ ਪਹਿਲੀ ਸੋ ਕਿਤਾਬ ਪਾਈ ਦੀ ਉਹੀ। ਜੀ ਹਾਂਜੀ 2013 ਚ ਮੇਰੀ ਇੱਕ ਕਿਤਾਬ ਆਈ ਸੀ, ਕਾਫੀ ਵਧੀਆ ਸਲਾਹੀ ਗਈ। ਆਸਟ੍ਰੇਲੀਆ ਦੇ ਵਿੱਚ ਮੈਨੂੰ ਗਵਰਨਰ ਅਵਾਰਡ ਮਿਲਿਆ, ਜੇ ਕਹਾਂ ਤਾਂ ਪਹਿਲਾ ਇੰਡੀਅਨ ਸੀ ਜਿਹਨੂੰ ਗਵਰਨਰ ਅਵਾਰਡ ਇਸ ਲਈ ਮਿਲਿਆ, ਇਸ ਬੁੱਕ ਕਰਕੇ। ਸੋ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਆਪਣੀ ਵਡਿਆਈ ਆਪ ਕਰ ਰਿਹਾ, ਜਾਂ ਮੈਂ ਨਹੀਂ ਚਾਹੁੰਦਾ, ਪਰ ਇੱਕ ਮਾਹੌਲ ਇਹ ਜਿਹਾ ਬਣ ਗਿਆ ਵੀ ਅਸੀਂ ਇਸ ਜਿਹੜੀ ਖਾਨਾ ਪੂਰਤੀ ਕਰਨ ਲਈ, ਕਹਿੰਦੇ ਨਹੀਂ ਹੁੰਦੇ ਘਰ ਦਾ ਜੋਗੀ ਜੋਗੜੇ ਵਾਲੀ ਗੱਲ ਕੀਤੀ, ਫਿਰ ਕਿਉਂ ਨਾ ਅਸੀਂ ਆਪ ਹੀ ਸ਼ੁਰੂ ਕਰ ਲਈਏ। ਪਰ ਮੈਂ ਨਹੀਂ ਚਾਹੁੰਦਾ ਸੀ ਵੀ ਕੈਂਗਰੂਨਾਮਾ ਜਿਹੜੀ ਆਲਰੇਡੀ ਕਿਤਾਬ ਆ ਚੁੱਕੀ ਆ, ਬਹੁਤਿਆਂ ਨੇ ਪੜ੍ਹੀ ਆ, 2-3 ਐਡੀਸ਼ਨ ਛਪ ਚੁੱਕੇ ਆ, ਹੁਣ ਵੀ ਚੇਤਨਾ ਪ੍ਰਕਾਸ਼ਨ ਲੁਧਿਆਣੇ ਤੋਂ ਲਈ ਜਾ ਸਕਦੀ ਆ ਆਨਲਾਈਨ। ਪਹਿਲੀ ਕਿਤਾਬ ਸੀ ਜਿਹੜੀ ਵਾਈਟ ਹਾਊਸ ਦੀ ਲਾਇਬ੍ਰੇਰੀ 'ਚ ਟਿਕੀ ਸੀ, archive.com ਤੇ ਜਾ ਕੇ ਤੁਸੀਂ, ਹੋਰ ਵੀ ਬਹੁਤ ਸਾਰੀਆਂ ਪੰਜਾਬੀ ਦੀਆਂ ਲਾਇਬ੍ਰੇਰੀਜ਼ ਆ, ਜਾਂ ਸਾਡੀ ਸਾਈਟ penduaustralia.com ਦੇ ਉੱਤੇ ਜਾ ਕੇ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਉਸ ਕਿਤਾਬ ਨੂੰ। ਪਰ ਜਿਹੜਾ ਨਵਾਂ ਸ਼ੋਅ ਲੈ ਕੇ ਆ ਰਹੇ ਆ ਬਾਈ ਜੀ, ਉਹਦੇ 'ਚ ਨਾ ਆਪਾਂ ਕੈਂਗਰੂਨਾਮਾ 2 ਇੱਕ ਆਪਾਂ ਟੈਂਪਰੇਰੀ ਜਾਂ ਉਹਨੂੰ ਕਹਿ ਸਕਦੇ ਆ ਵੀ ਆਪਾਂ ਜਿਹੜੀ ਨੈਕਸਟ ਕੈਂਗਰੂਨਾਮਾ 2 ਮੈਂ ਲਿਖਣੀ ਚਾਹੁੰਦਾ। ਉਹਦਾ ਨਾਂ ਚਾਹੇ ਜੇ ਹੋਰ ਰੱਖਣਾ ਸੀ, ਪਰ ਮਨਪ੍ਰੀਤ ਹੋਰੇ ਕਹਿੰਦੇ ਵੀ ਕੇਰਾਂ ਇੱਕ ਵਾਰੀ ਤੁਸੀਂ ਸ਼ੁਰੂ ਕਰੋ, ਤੇ ਅਸੀਂ ਉਹਦੇ ਚੋਂ ਆਪਣੀ ਜ਼ਿੰਦਗੀ ਦੇ ਅੰਸ਼ ਸ਼ੁਰੂ ਕੀਤੇ ਆ ਵੀ ਕਿਵੇਂ ਮੈਂ ਆਸਟ੍ਰੇਲੀਆ ਪਹੁੰਚਿਆ, ਕਿਵੇਂ 14-15 ਸਾਲਾਂ 'ਚ ਮੈਂ ਕੀ ਦੇਖਿਆ। ਮੈਂ ਇਹ ਨਹੀਂ ਕਹਿੰਦਾ ਵੀ ਸਪੈਸ਼ਲ ਆ ਸਭ ਕੁਝ, ਨਥਿੰਗ ਸਪੈਸ਼ਲ। ਜਿਹੜਾ ਬੰਦਾ ਘਰੋਂ ਪ੍ਰਵਾਸ ਕਰ ਲੈਂਦਾ, ਉਹਦੇ ਬਹੁਤ ਸਾਰੇ ਤਜਰਬੇ, ਬਹੁਤ ਸਾਰੀਆਂ ਯਾਦਾਂ ਹੋ ਜਾਂਦੀਆਂ। ਚਲੋ ਵੱਖਰੀ ਗੱਲ ਆ, ਕਿਸੇ ਕੋਲੇ ਕਲਾ ਬੋਲਣ ਦੀ ਹੁੰਦੀ ਆ, ਕਿਸੇ ਕੋਲ ਲਿਖਣ ਦੀ ਹੁੰਦੀ ਆ, ਚਲੋ ਵਾਹਿਗੁਰੂ ਨੇ ਮੈਨੂੰ ਬਖਸ਼ੀ ਆ। ਤੇ ਉਹ ਮੈਂ ਚਾਹਣਾ ਵੀ ਉਹ 15 ਸਾਲਾਂ ਦੀ ਜਿਹੜੀ ਜ਼ਿੰਦਗੀ ਆ, ਉਹਨੂੰ ਇੱਕ ਲੜੀ 'ਚ ਪਰੋ ਕੇ ਤੇ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਹੜੇ-ਕਿਹੜੇ ਰਾਹਾਂ 'ਚੋਂ ਕਿੱਥੇ-ਕਿੱਥੇ ਜਾਂਦਾ ਬੰਦਾ, ਕੀ ਸੋਚਦਾ, ਹੁੰਦਾ ਕੀ ਆ। ਕੋਈ ਤੁਹਾਡੇ ਵੱਸ 'ਚ ਨਹੀਂ ਹੁੰਦਾ, ਚਾਹੇ ਬੰਦਾ ਮੈਂ ਤਾਂ ਉਹਦੇ 'ਚ ਸਿੰਪਲ ਇੱਕ ਉਦਾਹਰਨ ਦਿੰਦਾ ਹੁੰਦਾ ਵੀ ਜੇ ਅਸੀਂ ਕਹੀਏ ਵੀ ਆਸਟ੍ਰੇਲੀਆ ਵਾਸ ਤੇ ਪ੍ਰਵਾਸ 'ਚ ਕੀ ਫਰਕ ਹੋਇਆ, ਤਾਂ ਮੇਰਾ ਪਿੱਛੇ ਜੇ ਆਰਟੀਕਲ ਛਪਿਆ ਸੀ, ਕਿਆ ਖੋਇਆ ਕਿਆ ਪਾਇਆ। ਉਹਦੇ 'ਚ ਮੈਂ ਸਮੀਖਿਆ ਕੀਤੀ ਸੀ ਤੇ ਉਹਦਾ ਅੰਤ ਨਿਕਲਦਾ ਸੀ ਵੀ ਪਾਉਣ ਨਾਲੋਂ ਅਸੀਂ ਖੋਇਆ ਜ਼ਿਆਦੇ ਆ, ਜਿਹੜਾ ਕਿ ਇਸ ਸ਼ੋਅ ਦੇ ਨਾਲ ਮੈਚ ਨਹੀਂ ਖਾਂਦੀ ਗੱਲ, ਕਿਉਂਕਿ ਇਸ ਸ਼ੋਅ 'ਚ ਅਸੀਂ ਲੋਕਾਂ ਨੂੰ ਕਹਿੰਦੇ ਆਓ ਆਸਟ੍ਰੇਲੀਆ, ਪਰ ਅਸਲ 'ਚ ਇਹ ਆ। ਤੇ ਉਹ ਜਿਹੜਾ ਹੁਣ ਨਵਾਂ ਸ਼ੋਅ ਆ ਰਿਹਾ, ਉਹਦੇ 'ਚ ਵੀ ਮੈਂ ਦੱਸਿਆ ਵੀ ਕਿਵੇਂ ਅਸੀਂ ਸਰਦਾਰੀਆਂ ਛੱਡ ਕੇ ਤੇ ਦਿਹਾੜੀਆਂ ਗੱਲ ਲਾਈਆਂ। ਸੋ ਇਹ ਚੀਜ਼ ਇਸ ਸ਼ੋਅ ਦੇ ਵਿੱਚ ਆ ਜੀ। ਤੇ ਹੁਣ ਤੋਂ 5 ਮਿੰਟਾਂ ਬਾਅਦ ਹੀ ਪੇਂਡੂ ਆਸਟ੍ਰੇਲੀਆ ਦੇ ਜਿਹੜਾ ਤੁਸੀਂ ਜਿਹੜਾ ਪੇਜ ਆ, ਪੇਂਡੂ ਆਸਟ੍ਰੇਲੀਆ ਦਾ ਜਿਹੜਾ ਸਾਡਾ YouTube ਚੈਨਲ ਆ, ਉਹਦੇ ਤੇ ਜਾ ਕੇ ਕੈਂਗਰੂਨਾਮਾ ਦੇ ਨਾਂ ਦੇ ਉੱਤੇ ਜਿਹੜੀ ਨਵੀਂ ਹਰ ਐਤਵਾਰ ਉਹਦਾ ਇੱਕ ਐਪੀਸੋਡ ਆਇਆ ਕਰੂਗਾ 20-25 ਮਿੰਟ ਦਾ, ਤੇ ਹੋ ਸਕਦਾ ਲਗਾਤਾਰ ਉਹ 6 ਮਹੀਨੇ ਸਾਲ ਚੱਲੇ। ਅਸੀਂ ਵੱਧ ਤੋਂ ਵੱਧ ਉਹਦੇ 'ਚ ਆਪਦੀ ਜਾਣਕਾਰੀ ਦੇਣੀ ਚਾਹਾਂਗੇ। ਸੋ ਉਹ ਅੱਜ ਆਪਾਂ ਹੁਣ ਲਾਂਚ ਕਰਦੇ ਹਾਂ ਬਾਈ ਇਸ ਟਾਈਮ ਦੇ ਉੱਤੇ, ਤੇ ਉਹਦਾ ਵੀ ਮੈਂ ਤੁਹਾਨੂੰ ਸੌਰੀ ਟੋਕ ਕੇ ਦੱਸਦਾ, ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ, ਜਿਨ੍ਹਾਂ ਨੇ ਸਿੰਪਲ ਤੇ ਸਰਲ ਭਾਸ਼ਾ ਦੇ ਵਿੱਚ ਜਿਹੜੀ ਆਪਾਂ ਬੋਲਦੇ ਆ, ਇੱਥੇ ਦੀ ਲਾਈਫ ਦੇਖਣੀ ਆ, ਖਾਸ ਕਰਕੇ ਆਸਟ੍ਰੇਲੀਆ ਦੀ, ਕੈਂਗਰੂਨਾਮਾ ਪੜ੍ਹਿਓ। ਮੈਂ ਬਾਈ ਨੂੰ ਜਾਣਦਾ ਤਾਂ ਕਿੰਨੇ ਹੀ ਸਾਲਾਂ ਤੋਂ ਆ, ਪਰ 5 ਸਾਲਾਂ ਬਾਅਦ ਮੈਂ ਉਹ ਕਿਤਾਬ ਪੜ੍ਹੀ ਸੀ, ਜਦੋਂ ਦੇ ਅਸੀਂ ਜਾਣਦੇ ਸੀ। ਬਾਈ ਮੈਨੂੰ ਘਰੇ ਦੇ ਕੇ ਗਿਆ, ਮੈਂ ਪੜ੍ਹੀ ਤਾਂ ਮੈਨੂੰ ਲੱਗਿਆ ਆਰਟੀਕਲ ਤਾਂ ਪਹਿਲਾਂ ਹੀ ਪੜ੍ਹਦੇ ਰਹਿੰਦੇ ਸੀ, ਉਹ ਇੱਕ ਤਰਤੀਬਵਾਰ ਉਹਦੇ ਵਿੱਚ ਪਰੋਏ ਹੋਏ ਨੇ। ਤੁਹਾਨੂੰ ਕਲੀਅਰ ਪਤਾ ਲੱਗ ਜਾਊ ਵੀ ਇੱਥੇ ਦੀ ਸਟਰਗਲ ਕੀ ਆ। ਇੱਕ ਨਾਰਮਲ ਬੰਦਾ ਜਿਹੜਾ ਬਹੁਤ ਜ਼ਿਆਦਾ ਇੰਗਲਿਸ਼ ਨਹੀਂ ਬੋਲਦਾ, ਐਵਰੇਜ ਆ, ਉਹ ਕਿਵੇਂ ਪਾਰਲੀਮੈਂਟਰ ਨਾਲ ਗੱਲ ਕਰ ਸਕਦਾ, ਆਪਦੇ ਹੌਸਲੇ ਦੇ ਸਿਰ ਤੇ, ਆਪਦੀ ਟੈਕਨੀਕਲ ਸਕਿੱਲ ਦੇ ਆਧਾਰ ਤੇ ਕਿਵੇਂ ਉਹ ਇੱਥੇ ਪਹੁੰਚਿਆ,
ਕਿਵੇਂ ਉਹ ਪੈਸੇ ਕਮਾ ਰਿਹਾ, ਜਿਹੜਾ ਫੁੱਲ ਟਾਈਮ ਬਾਈ ਦਾ ਪ੍ਰੋਫੈਸ਼ਨ ਆ, ਕਿਉਂਕਿ ਮਸ਼ੀਨਰੀ ਬਾਈ ਨੂੰ ਸੈੱਟ ਕਰਨੀ ਆਉਂਦੀ ਆ, ਉਹ ਫਾਰਮ 'ਚ ਵੀ ਕੰਮ ਆਉਂਦੀ ਆ, ਉਹ ਬਿਜ਼ਨਸ 'ਚ ਵੀ ਕੰਮ ਆਉਂਦੀ ਆ, ਉਹ ਲੋਕਾਂ ਨੂੰ ਵੀ ਦਿੱਤਾ ਗੁਣ, ਤਾਂ ਉਹ ਇੱਥੇ ਹੱਥ ਕੰਮ ਕਰਨ ਵਾਲਿਆਂ ਦੀ ਕਿੰਨੀ ਕੁ ਵੈਲਿਊ ਆ ਜਾਂ ਕਿੱਦਾਂ ਆਪਾਂ ਅੱਗੇ ਜਾ ਸਕਦੇ ਹਾਂ। ਕਿਤਾਬ ਵੀ ਪੜ੍ਹਿਓ, ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਇੱਥੇ ਵੀਡੀਓਜ਼ ਪਾਈਆਂ ਹੋਈਆਂ ਨੇ ਬਾਈ ਨੇ, ਤੁਸੀਂ ਆਪਦੇ ਨਾਲ ਰਿਲੇਟ ਕਰਕੇ ਦੇਖ ਸਕਦੇ ਹੋ। ਇਸ ਵੇਲੇ ਵੀ ਬਾਈ ਫਾਰਮ ਤੇ ਬੈਠਾ ਇਹ ਸ਼ੋਅ ਕਰ ਰਿਹਾ, ਫੁੱਲ ਟਾਈਮ ਕੰਮ ਕੋਈ ਹੋਰ ਆ, ਉਹ ਜ਼ਰੂਰ ਦੇਖਿਓ, ਤੁਸੀਂ ਰਿਲੇਟ ਕਰ ਸਕਦੇ ਹੋ ਇੱਕ ਆਮ ਬੰਦੇ ਦੀ ਕਹਾਣੀ ਇੱਥੇ ਕੀ ਆ ਤੇ ਕੀ ਕੀ ਇੱਥੇ ਮੁਸੀਬਤਾਂ ਆਉਂਦੀਆਂ ਨੇ, ਕਿੱਦਾਂ ਇੱਥੇ ਕਾਮਯਾਬ ਹੋਇਆ ਜਾ ਸਕਦਾ। ਕੁਛ ਨਵਾਂ ਨਹੀਂ ਹੈਗਾ, ਇਹ ਕੁਛ ਇੱਥੇ ਤੁਹਾਨੂੰ ਪਹਿਲਾਂ ਪਤਾ ਲੱਗ, ਖਾਸ ਕਰਕੇ ਜਿਨ੍ਹਾਂ ਨੇ ਆਉਣਾ ਬਾਈ ਉਹਨਾਂ ਨੂੰ ਤਾਂ ਬਿਲਕੁਲ ਹੀ ਕਲੀਅਰ ਪਤਾ ਲੱਗ ਜੂ ਵੀ ਇੱਥੇ ਕੀ ਕੀ ਮੁਸੀਬਤਾਂ ਆ ਸਕਦੀਆਂ ਨੇ, ਕਿਹਦੇ ਲਈ ਆਪਾਂ ਤਿਆਰ ਹੋਣਾ। ਹਾਂਜੀ ਬਿਲਕੁਲ ਜੀ। ਦੇਖੋ, ਸਾਡੇ ਇਸ ਸ਼ੋਅ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਵੀ ਜੋ ਦੇਖਿਆ ਸੋ ਦਿਖਾਇਆ, ਕੋਈ ਅਸੀਂ ਪਰਦਾ ਨਹੀਂ ਰੱਖਦੇ, ਕੋਈ ਭੁਲੇਖਾ ਨਹੀਂ ਰੱਖਦੇ, ਜਿਹੇ ਜਿਹੇ ਹੈਗੇ ਜਿਵੇਂ ਹੈਗੇ ਉਵੇਂ ਅਸੀਂ ਸਾਰੇ ਸ਼ੋਅ ਕਰਦੇ ਹਾਂ, ਉਹੀ ਤੁਹਾਨੂੰ ਦਿਖਾਉਣੇ ਆ। ਤੇ ਪਰਦੇ ਦੇ ਪਿਛਲਾ ਸੱਚ ਕੋਈ ਨਹੀਂ ਦਿਖਾਉਣਾ ਚਾਹੁੰਦਾ, ਪਰਦੇ ਦੇ ਪਿੱਛੇ ਕੋਈ ਚੀਜ਼ ਨਹੀਂ। ਹੁਣ ਮੈਂ ਇੱਥੇ ਬੈਠਾ, ਤੁਹਾਨੂੰ ਪਿੱਛੇ ਸਾਰੇ ਮੇਰੇ ਦੇਖ ਕੇ ਲੱਗ ਰਿਹਾ ਹੋਣਾ ਵੀ ਪਤਾ ਨਹੀਂ ਕਿੱਥੇ ਬੈਠਾ, ਪਰ ਮੈਂ ਜਾਣ ਤੋਂ ਪਹਿਲਾਂ 1 ਮਿੰਟ ਲਈ 360 ਦਾ ਵਿਊ ਦਿਖਾਉਣਾ ਵੀ ਮੈਂ ਕਿਵੇਂ ਟਰੈਕਟਰਾਂ 'ਚ ਤੇ ਕਿਵੇਂ ਵਾਹਣ ਦੇ ਵਿੱਚ ਬੈਠ ਕੇ ਮੈਂ ਸ਼ੋਅ ਕਰ ਰਿਹਾ। ਇੱਕ ਮਨਪ੍ਰੀਤ ਪਲੀਜ਼ ਜਰੂਰ ਇਹ ਸੀਨ ਐਡ ਰੱਖ ਕੇ ਤੇ ਨਾਲ ਹੀ ਆਪਾਂ ਫਿਨਿਸ਼ ਕਰ ਦਾਂਗੇ ਜੀ। ਲਓ ਜੀ, ਮੈਂ ਹੁਣ ਤੁਹਾਨੂੰ ਦਿਖਾ ਦਿੰਨਾ ਜੀ, ਤੁਸੀਂ ਦੇਖ ਲਓ। ਮੈਂ ਇੱਕ ਸ਼ੈੱਡ ਦੇ ਵਿੱਚ ਬੈਠਾ, ਉਹ ਬਾਹਰ ਟਰੈਕਟਰ ਖੜੇ ਆ ਜੀ, ਉਹ ਸੰਤਰੇ ਆ ਜੀ, ਪੇਠੇ ਲੱਗੇ ਆ, ਮੇਰੀ ਵੈਨ ਖੜੀ ਆ। ਸੋ ਇਹ ਮੇਰਾ ਸਟੂਡੀਓ ਸੀ ਜੀ, ਜਿਹੜਾ ਵਾਤਾਨੁਕੂਲ ਤੇ ਸਟੂਡੀਓ, ਜਿੱਥੋਂ ਬਹਿ ਕੇ ਅੱਜ ਤੁਸੀਂ ਮੇਰਾ ਸਾਰਾ ਸ਼ੋਅ ਦੇਖਿਆ। ਬਸ ਆ ਪਿਛਲੀ ਕੰਧ ਜ਼ਰੂਰ ਇੱਕ ਲੱਕੜ ਦੀ ਬਣਾ ਰੱਖੀ ਸੀ, ਜਿਹਦੇ ਤੇ ਬੈਠ ਕੇ ਮੈਂ ਇਹ ਸ਼ੋਅ ਕਰਤਾ। ਸੋ ਇਦੋਂ ਵੱਧ ਸੱਚਾਈ ਮੈਨੂੰ ਨਹੀਂ ਲੱਗਦਾ ਕੋਈ ਤੁਹਾਨੂੰ ਟੀਵੀ ਚੈਨਲ ਜਾਂ ਕੋਈ ਤੁਹਾਨੂੰ ਦਿਖਾ ਪਾਊਗਾ। ਸੋ ਇਹ ਅਸੀਂ ਦਿਖਾਤਾ, ਤੇ ਇਹ ਜਿਹੜਾ ਮਾਹੌਲ ਜਿਹੜਾ ਚੱਲਿਆ ਹੋਇਆ ਸਾਡਾ, ਪਰ ਸਾਨੂੰ ਆਸ ਆ ਜੀ ਵੀ ਤੁਸੀਂ ਜ਼ਰੂਰ ਜਿਹੜੇ ਇਸ ਸ਼ੋਅ ਦੇ ਜ਼ਰੀਏ ਸਾਡੇ ਨਾਲ ਜੁੜੋਗੇ, ਤੇ ਜਿਹੜਾ ਨਵਾਂ ਸ਼ੋਅ ਕੈਂਗਰੂ ਨਾਮਾ ਆ ਰਿਹਾ ਅੱਜ ਤੋਂ, ਉਹਨੂੰ ਜ਼ਰੂਰ ਭਰਮਾ ਪਿਆਰ ਦਿਓਗੇ ਜਿਵੇਂ ਤੁਸੀਂ ਪਹਿਲਾਂ ਦਿੰਦੇ ਰਹੇ ਹੋ। ਸੋ ਇੰਨੇ ਸ਼ਬਦਾਂ ਨਾਲ ਲਈਏ ਇਜਾਜ਼ਤ ਬਾਈ। ਹਾਂਜੀ ਬਾਈ ਜੀ, ਮਿਲਦੇ ਆ ਅਗਲੇ ਹਫਤੇ ਫੇਰ ਇੱਕ ਨਵੇਂ ਟੌਪਿਕ ਨਾਲ। ਸੇਫ ਰਹੋ, ਤੰਦਰੁਸਤ ਰਹੋ ਤੇ ਹੌਸਲੇ 'ਚ ਰਹੋ। ਬਹੁਤ ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।